ਜਿਹੜਾ ਕਿ ਮੀਡੀਆ ਬਾਰੇ ਤਰਕ ਦੱਸੀ ਹੈ ਇਹ ਬਿਲਕੁਲ ਰਾਈਟ ਹੈ ਕਿਉਂਕਿ ਉਹਨਾਂ ਨੂੰ ਦੂਜੇ ਆਪਣੇ ਭਾਰਤ ਦੇ ਹਰ ਇੱਕ ਮੁੱਦੇ ਬਾਰੇ ਬਰੀਕੀ ਤੌਰ ਤੇ ਪਤਾ ਹੁੰਦਾ ਤੇ ਅੰਦਰ ਖਾਤੇ ਉਹ ਸਾਰੀ ਚੀਜ਼ ਬਾਰੇ ਜਾਣਕਾਰੀ ਹੁੰਦੀ। टीवी ਦੇ ਬੜੀਆਂ ਡਿਬੇਟ ਇਹੋ ਜਿਹੀਆਂ ਕੀਤੀਆਂ ਜਾ ਰਹੀਆਂ ਜਿਨ੍ਹਾਂ ਦੇ ਬੇਸਲੈਸ ਨੇ ਔਰ ਜਿਨ੍ਹਾਂ ਦਾ ਕੋਈ ਮਕਸਦ ਹੀ ਨਹੀਂ ਹੈ ਔਰ ਉਹਨਾਂ ਦੀ ਜਾਣਕਾਰੀ ਵੀ ਨਹੀਂ ਹੁੰਦੀ, ਅਧੂਰੀ ਜਾਣਕਾਰੀ ਹੁੰਦੀ ਆ। ਔਰ ਉਹਨਾਂ ਨੇ ਸ਼ਬਦ ਵਰਤਿਆ ਕੰਗਾਰੂ ਕੋਰਟ, ਮੀਡੀਆ ਨੂੰ ਕਿਹਾ ਤੁਸੀਂ ਕੰਗਾਰੂ ਕੋਰਟ ਚਲਾ ਰਹੇ ਹੋ। ਪੱਤਰਕਾਰ ਵੀ ਸਿਰਫ ਉਹ ਖਬਰ ਚੁੱਕਦੇ ਜਿਹੜੀ ਚੱਲਦੀ ਆ, ਕਹਿੰਦੇ ਜੋ ਦਿਖਦਾ ਹੈ ਉਹ ਵਿਕਦਾ ਹੈ। ਅਕਸਰ ਇਹ ਖਾਮੀ ਦੇਖੀ ਜਾਂਦੀ ਹੈ ਜਿਹੜੀ ਤੁਸੀਂ ਆਖੋ ਵੀ ਅਸਲ ਮੁੱਦੇ ਜਿਹੜੇ ਕਿ ਛੋਟੇ ਮੋਟੇ ਮੁੱਦਿਆਂ ਤੇ ਜਾਂ ਗੈਂਗਸਟਰਾਂ ਦੇ ਹੋਰ ਚੀਜ਼ਾਂ ਜਿਹੜੀਆਂ ਕਿ ਸਮਾਜ ਲਈ ਜਿਹਦਾ ਕੋਈ ਖਾਸ ਮਕਸਦ ਮਤਲਬ ਨਹੀਂ, ਉਹ ਚੀਜ਼ਾਂ ਉਛਾਲੀਆਂ ਜਾਂਦੀਆਂ, ਜਿਹੜੇ ਅਸਲ ਮੁੱਦੇ ਨੇ ਉਹ ਲੁਕੇ ਰਹਿ ਜਾਂਦੇ ਨੇ। ਨੀਤੀ ਤੋਂ ਜਾਣੂ ਕਰਵਾਉਂਦਾ, ਸਿਸਟਮ ਵਿੱਚ ਪਸਰੇ ਭ੍ਰਿਸ਼ਟਾਚਾਰ ਨੂੰ ਉਜਾਗਰ ਕਰਦਾ, ਧਨ ਕੁਬੇਰਾਂ, ਗੈਰ ਸਮਾਜੀ ਤੱਤਾਂ, ਪ੍ਰਸ਼ਾਸਨਿਕ ਅਧਿਕਾਰੀਆਂ ਅਤੇ ਸਿਆਸਤਦਾਨਾਂ ਦੇ ਗੱਠਜੋੜ ਦਾ ਪਰਦਾਫਾਸ਼ ਕਰਦਾ, ਤੱਥਾਂ ਸਹਿਤ ਸਹੀ ਅਤੇ ਸਟੀਕ ਵਿਸ਼ਲੇਸ਼ਣ ਪੇਸ਼ ਕਰਦਾ। ਇਹ ਹੈ ਟੀਵੀ ਪੰਜਾਬੀ ਦੁਨੀਆ, ਆਪਣੀ ਬੋਲੀ ਆਪਣਾ ਮਾਣ। ਤੁਸੀਂ ਵੇਖ ਰਹੇ ਹੋ ਟੀਵੀ ਪੰਜਾਬੀ ਦੁਨੀਆ ਪ੍ਰਾਈਮ ਟਾਈਮ ਸ਼ੋਅ ਲੈ ਕੇ ਅਸੀਂ ਤੁਹਾਡੀ ਸੇਵਾ 'ਚ ਹਾਜ਼ਰ ਹੋ ਗਏ ਜੀ। ਹਰ ਹਫਤੇ ਪੇਸ਼ ਹੁੰਦੇ ਨੇ ਮਨਦੀਪ ਪਟਿਆਲਾ ਤੋਂ, ਉਹਨਾਂ ਨਾਲ ਕੁਝ ਗੱਲਾਂ ਬਾਤਾਂ ਕਰਾਂਗੇ। ਮਨਦੀਪ ਕਰੋੜ ਹੀਰੀ ਪੱਤਰਕਾਰ ਨੇ, ਜਾਣੇ ਪਛਾਣੇ। ਸੋ ਸਭ ਤੋਂ ਪਹਿਲਾਂ ਆਪਣੇ ਦਰਸ਼ਕਾਂ ਦੇ ਨਾਲ ਅਸੀਂ ਮਨਦੀਪ ਜੀ ਦਾ ਕਰਦੇ ਹਾਂ ਸਵਾਗਤ। ਮਨਦੀਪ ਜੀ ਵੈਲਕਮ ਜੀ ਆਇਆਂ ਨੂੰ। ਧੰਨਵਾਦ ਗਿੱਲ ਸਾਹਿਬ ਤੁਹਾਡਾ, ਤੇ ਧੰਨਵਾਦ ਉਹਨਾਂ ਸਾਰੇ ਸੱਜਣਾਂ ਦਾ ਜਿਹੜੇ ਕਿ ਟੀਵੀ ਪੰਜਾਬੀ ਦੁਨੀਆ ਨੂੰ ਇੰਨਾ ਪਿਆਰ ਦੇ ਰਹੇ ਨੇ ਜੀ। ਚਲੋ ਮਨਦੀਪ ਜੀ, ਆਪਾਂ ਖਬਰਾਂ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ। ਆਪਾਂ ਭਾਰਤ ਦੇ ਸੁਪਰੀਮ ਕੋਰਟ ਦੇ ਚੀਫ ਜਸਟਿਸ ਦੀ ਖਬਰ ਤੋਂ ਹੀ ਸ਼ੁਰੂ ਕਰਦੇ ਹਾਂ, ਜਿਹੜੀ ਆਪਣੇ ਸਭ ਨਾਲ ਸੰਬੰਧਿਤ ਹੈ, ਖਾਸ ਕਰਕੇ ਮੀਡੀਆ ਨਾਲ ਸੰਬੰਧਿਤ ਹੈ। ਜਦੋਂ ਦੇ ਰਮੰਨਾ ਸਾਹਿਬ ਸੀਜੇ ਬਣੇ ਨੇ ਆਪਣੇ ਭਾਰਤ ਦੀ ਸੁਪਰੀਮ ਕੋਰਟ ਦੇ ਚੀਫ ਜਸਟਿਸ, ਤੇ ਕਾਫੀ ਜ਼ਿਆਦਾ ਉਮੀਦਾਂ ਜਾਗੀਆਂ ਨੇ ਕਿ ਇਹੋ ਜਿਹੇ ਹਾਲਾਤਾਂ ਦੇ ਵਿੱਚ ਕੋਈ ਵਿਅਕਤੀ ਜਿਹੜਾ ਹੈ ਉਹ ਇੰਨੀ ਨਿਰਪੱਖ ਰਾਏ ਰੱਖ ਸਕਦਾ ਹੈ। ਆਪਾਂ ਜਾਣਦੇ ਹਾਂ ਬੜਾ ਲੰਬਾ ਇੱਕ ਇਤਿਹਾਸ ਰਿਹਾ ਸਾਡੀ ਸੁਪਰੀਮ ਕੋਰਟ ਦਾ, ਔਰ ਕੁਝ ਅਦਾਰੇ ਜਿਹੜੇ ਸਾਡੇ ਸੀਗੇ ਉਹਨਾਂ ਨੂੰ ਜਿਹੜੀਆਂ ਹੋਣ ਵਾਲੀਆਂ ਸਰਕਾਰਾਂ ਨੇ ਉਹਨਾਂ ਤਾਕਤ ਆਪਣੇ ਮੁੱਠੀ 'ਚ ਕਰ ਲਈ, ਸੈਂਟਰਲਾਈਜ਼ ਕਰ ਲਈ। ਉਹ ਸਾਰੇ ਸੰਵਿਧਾਨਕ ਅਦਾਰੇ ਹੌਲੀ ਹੌਲੀ ਤਬਾਹ ਕਰ ਦਿੱਤੇ। ਜੇ ਗਿਣਤੀ ਕਰਨੀ ਸ਼ੁਰੂ ਕਰ ਦਈਏ ਤਾਂ RBI ਤੋਂ ਲੈ ਕੇ ਪਲਾਨਿੰਗ ਕਮਿਸ਼ਨ ਤੱਕ ਹਰ ਇੱਕ ਚੀਜ਼ ਜਿਹੜੀ ਆ ਉਹ ਸਰਕਾਰ ਨੇ ਆਪਣੇ ਕਬਜ਼ੇ 'ਚ ਕਰ ਲਈ। ਸੁਪਰੀਮ ਕੋਰਟ ਨੂੰ ਵੀ ਕਾਫੀ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਦਬਾਉਣ ਦੀਆਂ, ਪਰ ਕਦੀ ਕਦਾਈ ਕੋਈ ਜੱਜ ਐਸੇ ਆਉਂਦੇ ਕਿ ਜਿਹਦੇ ਨਾਲ ਫਿਰ ਉਮੀਦ ਵੱਜਦੀ ਆ ਕਿ ਭਾਰਤ ਵਿੱਚ ਡੈਮੋਕ੍ਰੇਸੀ ਬਰਕਰਾਰ ਰਹੇਗੀ, ਸੁਪਰੀਮ ਕੋਰਟ ਜਿਹੜੀ ਆ ਉਹ ਨਿਰਪੱਖ ਰਹੇਗੀ। ਪਿੱਛੇ ਜੇ ਆਪਾਂ ਦੇਖਦੇ ਆਏ ਆ, ਪਹਿਲੀ ਵਾਰ ਹੋਇਆ ਸੀਗਾ, ਇਹ ਵੀ ਮੋਦੀ ਸਾਹਿਬ ਦੇ ਵੇਲਿਆਂ 'ਚ ਹੀ ਹੋਇਆ, ਜਦੋਂ ਸੁਪਰੀਮ ਕੋਰਟ ਦੇ ਜੱਜਾਂ ਨੂੰ ਇੱਕ ਵਾਰੀ ਬਾਹਰ ਨਿਕਲ ਕੇ ਪ੍ਰੈਸ ਕਾਨਫਰੰਸ ਕਰਨੀ ਪਈ। ਤੇ ਉਸ ਵੇਲੇ ਜਿਹੜੇ ਲੀਡ ਕਰ ਰਹੇ ਸੀਗੇ ਚੀਫ ਜਸਟਿਸ ਸਾਡੇ ਗੰਗੋਈ ਸਾਹਿਬ, ਬੜੀਆਂ ਉਮੀਦਾਂ ਵੱਜੀਆਂ ਉਹਨਾਂ ਕੋਲੋਂ, ਪਰ ਇੱਕ ਰਾਜ ਸਭਾ ਦੀ ਸੀਟ ਲੈਣ ਦੀ ਖਾਤਰ ਉਹਨਾਂ ਨੇ ਕਾਫੀ ਜ਼ਿਆਦਾ ਲੋਕਾਂ ਨੂੰ ਨਿਰਾਸ਼ ਕੀਤਾ, ਖਾਸ ਕਰਕੇ ਅਯੁੱਧਿਆ ਵਾਲੇ ਕੇਸ ਤੇ। ਪਰ ਮੌਜੂਦਾ ਜਿਹੜੇ ਚੀਫ ਜਸਟਿਸ ਨੇ ਉਹਨਾਂ ਦੇ ਆਏ ਦਿਨ ਕੋਈ ਨਾ ਕੋਈ ਬਿਆਨ ਆਉਂਦਾ ਰਹਿੰਦਾ। ਉਹਨਾਂ ਨੇ ਖਾਸ ਕਰਕੇ ਭਾਰਤ ਦੇ ਮੀਡੀਆ ਦੇ ਉੱਤੇ ਕਾਫੀ ਤਿੱਖਾ ਤਨਜ਼ ਕੀਤਾ। ਉਹਨਾਂ ਕਿਹਾ ਕਿ ਜੇ ਜਿਹੜਾ ਪ੍ਰੈਸ ਵਾਲਾ ਮੀਡੀਆ ਹੈ, ਜਿਹਨੂੰ ਆਪਾਂ ਪ੍ਰਿੰਟ ਮੀਡੀਆ ਕਹਿੰਦੇ ਆ, ਉਹਦੇ ਵਿੱਚ ਤੇ ਥੋੜ੍ਹੀ ਬਹੁਤੀ ਜਵਾਬਦੇਹੀ ਬਚੀ ਆ, ਤੇ ਜਿਹੜਾ ਇਲੈਕਟ੍ਰੋਨਿਕ ਮੀਡੀਆ ਉਹਦਾ ਤੇ ਬੇੜਾ ਹੀ ਗਰਕ ਹੋ ਗਿਆ। ਤੇ ਇਹ ਤੋਂ ਵੀ ਅੱਗੇ ਜਿਹੜਾ ਸੋਸ਼ਲ ਮੀਡੀਆ, ਉਹਦੇ ਬਾਰੇ ਤਾਂ ਕੁਝ ਨਾ ਹੀ ਕੀ ਤੇ ਚੰਗਾ। ਉਹ ਕਹਿੰਦੇ ਤੁਸੀਂ ਜਿਸ ਤਰੀਕੇ ਦੀਆਂ ਨਿਊਜ਼ ਚਲਾਉਂਦੇ ਹੋ, ਜਿਸ ਤਰੀਕੇ ਦਾ ਪੱਖਪਾਤੀ ਵਰਤਾਰਾ ਕਰਦੇ ਹੋ, ਏਜੰਡੇ ਤੁਹਾਡੇ ਨਾਲ ਜਿਹੜੀਆਂ ਖਬਰਾਂ ਚੱਲਦੀਆਂ ਨੇ, ਇਹ ਕਹਿੰਦੀ ਹੈ ਲੋਕਤੰਤਰ ਵਾਸਤੇ ਠੀਕ ਨਹੀਂ ਆ। ਤੁਸੀਂ ਕੋਰਟਾਂ ਨੂੰ ਵੀ ਪ੍ਰਭਾਵਿਤ ਕਰਦੇ ਹੋ ਇਹੋ ਜਿਹਾ ਕੁਝ ਕਰਕੇ ਕਿ ਤੁਸੀਂ ਮੀਡੀਆ ਟ੍ਰਾਇਲ ਸ਼ੁਰੂ ਕਰ ਦਿੰਦੇ ਹੋ। ਫਿਰ ਉਹਨਾਂ ਨੇ ਇਹ ਵੀ ਕਿਹਾ ਕਿ ਇਹ ਗੱਲ ਵੱਖਰੀ ਆ ਕਿ ਜੱਜ ਸਾਹਿਬਾਨ ਫੌਰੀ ਤੌਰ 'ਤੇ ਤੁਹਾਡੀਆਂ ਇਹਨਾਂ ਕਾਰਵਾਈਆਂ ਦੇ ਉੱਤੇ ਕੋਈ ਕਮੈਂਟ ਨਹੀਂ ਕਰਦੇ। ਇਹਨੂੰ ਉਹਨਾਂ ਦੀ ਕਮਜ਼ੋਰੀ ਹਰਗਿਜ਼ ਨਾ ਸਮਝਿਓ। ਅਸਲ ਵਿੱਚ ਸੁਪਰੀਮ ਕੋਰਟ ਤਾਕਤਵਰ ਹੈ, ਔਰ ਆਪਾਂ ਜਾਣਦੇ ਹਾਂ ਕਿ ਗਵਰਨਮੈਂਟ ਤੋਂ ਬਾਅਦ ਇੱਕ ਸੁਪਰੀਮ ਕੋਰਟ ਇਹੋ ਜਿਹਾ ਅਦਾਰਾ ਹੈ ਜਿਹਦੇ ਆਦੇਸ਼ ਜਿਹੜੇ ਆ ਉਹ ਸਭ ਨੂੰ ਮੰਨਣ ਲਈ ਮਜਬੂਰੀ ਹੁੰਦੀ ਹੈ। ਇੱਥੋਂ ਤੱਕ ਕਿ ਉਹਨਾਂ ਦੇ ਕੀਤੇ ਗਲਤ ਫੈਸਲਿਆਂ 'ਤੇ ਕਿੰਤੂ ਵੀ ਨਹੀਂ ਕੀਤਾ ਜਾ ਸਕਦਾ। ਤੁਸੀਂ ਰਮੰਨਾ ਸਾਹਿਬ ਦੇ ਐਟੀਟਿਊਡ ਨੂੰ ਕਿਸ ਤਰ੍ਹਾਂ ਦੇਖਦੇ ਹੋ ਐਜ ਏ ਪੱਤਰਕਾਰ? ਸਰ, ਚੀਫ ਜਸਟਿਸ ਸਾਹਿਬ ਨੇ
ਜਿਹੜਾ ਕਿ ਮੀਡੀਆ ਬਾਰੇ ਤਰਜ ਕਸੀ ਹੈ ਇਹ ਬਿਲਕੁਲ ਰਾਈਟ ਹੈ ਜੀ, ਕਿਉਂਕਿ ਉਹਨਾਂ ਨੂੰ ਦੇ ਆਪਣੇ ਭਾਰਤ ਦੇ ਹਰ ਇੱਕ ਮੁੱਦੇ ਬਾਰੇ ਬਰੀਕੀ ਤੌਰ ਤੇ ਪਤਾ ਹੁੰਦਾ ਤੇ ਅੰਦਰ ਖਾਤੇ ਉਹ ਸਾਰੀ ਚੀਜ਼ ਬਾਰੇ ਜਾਣਕਾਰੀ ਵੀ ਰੱਖਦੇ। ਪਰ ਜਦੋਂ ਉਹਨਾਂ ਨੇ ਇੱਕ ਗੱਲ ਬੜੀ ਅਹਿਮ ਆਖੀ ਕਿ ਜਿਹੜੇ ਮੀਡੀਆ ਦੇ ਵਿੱਚ ਟ੍ਰਾਇਲ ਚਲਾਏ ਜਾਂਦੇ ਨੇ ਤੇ ਉਹਦੇ ਨਾਲ ਜੱਜਾਂ ਦਾ ਜਿਹੜੇ ਫੈਸਲੇ ਨੇ ਉਹ ਪ੍ਰਭਾਵਿਤ ਹੁੰਦੇ ਨੇ, ਤੇ ਉਹਨਾਂ ਇਹ ਵੀ ਆਖਿਆ ਵੀ ਇਸ ਦੇ ਨਾਲ ਜਿਹੜੇ ਤਜਰਬੇਕਾਰ ਜੱਜ ਨੇ ਉਹਨਾਂ ਦੇ ਫੈਸਲੇ ਵੀ ਪ੍ਰਭਾਵਿਤ ਹੁੰਦੇ ਨੇ। ਤੁਸੀਂ ਦੇਖੋ ਵੀ ਮੀਡੀਆ ਦੇ ਵਿੱਚ ਇੰਨੀ ਜ਼ਿਆਦਾ ਪਾਵਰ ਆ, ਮੀਡੀਆ ਦਾ ਬੜਾ ਅਹਿਮ ਰੋਲ ਬਣਦਾ, ਕਿਉਂਕਿ ਮੀਡੀਆ ਕਿਸੇ ਵੀ ਤਰ੍ਹਾਂ ਦਾ ਏਜੰਡਾ ਚੱਕਣ ਲਈ, ਕਿਸੇ ਵੀ ਤਰ੍ਹਾਂ ਦੀ ਲਹਿਰ ਖੜੀ ਕਰਨ ਲਈ ਮੀਡੀਆ ਦੀ ਬਹੁਤ ਵੱਡੀ ਜ਼ਿੰਮੇਵਾਰੀ ਆ। ਭਾਵੇਂ ਆਪਾਂ ਕਿਸਾਨ ਅੰਦੋਲਨ ਲੈ ਲਈਏ, ਕਿਸਾਨ ਅੰਦੋਲਨ ਦੀ ਜਿਹੜੀ ਜਿੱਤ ਆ ਉਸ ਦੇ ਵਿੱਚ ਮੀਡੀਆ ਦਾ ਵੀ ਅਹਿਮ ਯੋਗਦਾਨ ਆ, ਕਿਉਂਕਿ ਸਾਰੀ ਦੁਨੀਆ ਦੇ ਮੀਡੀਆ ਦੇ ਵਿੱਚ ਕਿਸਾਨ ਅੰਦੋਲਨ ਨੂੰ ਬਾਰੇ ਖਬਰਾਂ ਲਿਖੀਆਂ ਗਈਆਂ ਸੀ, ਜਿਸ ਕਰਕੇ ਸਰਕਾਰ ਨੂੰ ਆਪਣਾ ਫੈਸਲੇ ਵਾਪਸ ਲੈਣੇ ਪਏ। ਪਰ ਮੰਨਾ ਸਾਹਿਬ ਦੀ ਇਹ ਚਿੰਤਾ ਬਿਲਕੁਲ ਜ਼ਾਹਰ ਆ, ਕਿਉਂਕਿ ਇੱਕ ਪਾਸੜ ਕਿਸੇ ਵੀ ਕੋਈ ਜਰਨਲਿਜ਼ਮ ਵਿੱਚ ਅਸੀਂ ਕਰਦੇ ਆ, ਤੁਸੀਂ ਤਾਂ ਬੜੇ ਪੁਰਾਣੇ ਹੋ ਗਿੱਲ ਸਾਹਿਬ, ਵੀ ਇਸ ਦੇ ਵਿੱਚ ਇਹ ਸਿਖਾਇਆ ਜਾਂਦਾ ਵੀ ਕਿਸੇ ਪੱਤਰਕਾਰ ਨੇ ਕੋਈ ਖਬਰ ਬਣਾਉਣੀ ਨਹੀਂ ਹੁੰਦੀ, ਉਹਨੇ ਜਿਹੜਾ ਹੁੰਦਾ ਉਹ ਦੱਸਣਾ ਹੁੰਦਾ, ਭਾਵੇਂ ਕਿ ਉਹ ਦੋਨੋਂ ਪੱਖ ਲੈਣੇ ਹੁੰਦੇ ਨੇ। ਕਈ ਵਾਰ ਬੰਦੇ ਨੂੰ ਲੱਗਦਾ ਹੁੰਦਾ ਵੀ ਇੱਕ ਪਾਸਾ ਸਹੀ ਆ ਤੇ ਦੂਜਾ ਪਾਸਾ ਗਲਤ ਆ, ਪਰ ਜਦੋਂ ਆਪਾਂ ਦੋਨੋਂ ਪੱਖ ਸੁਣਦੇ ਆ, ਅਸਲ ਦੇ ਵਿੱਚ ਦੋਨੋਂ ਪੱਖ ਪੇਸ਼ ਕਰਨਾ ਮੀਡੀਆ ਦੀ ਜ਼ਿੰਮੇਵਾਰੀ ਆ। ਫੈਸਲਾ ਲੋਕੀ ਲੈਣਗੇ, ਕੋਈ ਲੋਕੀ ਸਿਆਣੇ ਨੇ, ਜਦੋਂ ਦੋਨੋਂ ਪੱਖ ਇੱਕ ਬੰਦੇ ਦੇ ਕਿਤੇ ਸਾਹਮਣੇ ਆਉਂਦੇ ਨੇ ਤਾਂ ਉਹ ਉਸ ਤੇ ਸੋਚ ਵਿਚਾਰ ਕੇ ਆਪਣੀ ਗੱਲ ਰੱਖੂਗਾ। ਉਹਨੇ ਇੱਕ ਗੱਲ ਹੋਰ ਅਹਿਮ ਕਹੀ ਹੈ ਵੀ ਇੱਕ ਪਾਸੜ ਦੇ ਇੱਕ ਏਜੰਡੇ ਨੂੰ ਲੈ ਕੇ ਜਾਂ ਇੱਕ ਮਨਸਾ ਨੂੰ ਲੈ ਕੇ ਬਹਿਸਾਂ ਚੱਲੀ ਜਾਂਦੀਆਂ ਨੇ, ਤੇ ਇਲੈਕਟ੍ਰੋਨਿਕ ਮੀਡੀਆ ਦੀ ਇੱਕ ਕੋਈ ਜਵਾਬਦੇਹੀ ਨਹੀਂ, ਕਿਉਂਕਿ ਜੇ ਆਪਾਂ ਇਹਨੂੰ ਪ੍ਰਿੰਟ ਮੀਡੀਆ ਨਾਲ ਇਹਦੀ ਤੁਲਨਾ ਕਰੀਏ, ਪ੍ਰਿੰਟ ਮੀਡੀਆ ਦੇ ਵਿੱਚ ਇੱਕ ਲਿਖਤੀ ਡਾਕੂਮੈਂਟ ਬਣ ਜਾਂਦਾ, ਕੋਈ ਵੀ ਸਾਨੂੰ ਬੰਦਾ ਕੋਰਟ 'ਚ ਵੀ ਚੈਲੰਜ ਕਰ ਸਕਦਾ ਵੀ ਤੁਸੀਂ ਇਹ ਕੀ ਲਿਖਿਆ, ਇਸ 'ਚ ਤੁਹਾਡੇ ਕੋਲ ਕੀ ਪ੍ਰੂਫ ਨੇ। ਪਰ ਜਿਹੜਾ ਹੁਣ ਇਲੈਕਟ੍ਰੋਨਿਕ ਮੀਡੀਆ 'ਚ ਨਾਲ ਦੀ ਨਾਲ ਚਲਾ ਜਾਂਦਾ, ਤੇ ਇਸ ਨਾਲ ਸਾਡੀ ਸਾਰਿਆਂ ਦੀ ਇੱਕ ਅਹਿਮ ਜ਼ਿੰਮੇਵਾਰੀ ਬਣਦੀ ਆ ਵੀ ਅਸੀਂ ਸਮਾਜ ਦੇ ਲਈ ਉਸਾਰੂ ਕੰਮ ਕਰੀਏ। ਜਿਹੜੀ ਆਲੋਚਨਾ ਉਹ ਵੀ ਇੱਕ ਉਸਾਰੂ ਆਲੋਚਨਾ ਹੁੰਦੀ ਆ, ਨਾ ਕਿ ਕਿਸੇ ਨੂੰ ਭੰਡਣ ਲਈ ਜਾਂ ਕਿਸੇ ਨੂੰ ਕਰਨ ਲਈ, ਸਿਰਫ ਆਲੋਚਨਾ ਕਰਨ ਲਈ ਅਸੀਂ ਗੱਲ ਕਰੀਏ। ਇਹ ਮੇਰੇ ਖਿਆਲ 'ਚ ਰਮੰਨਾ ਸਾਹਿਬ ਦਾ ਜਿਹੜਾ ਬਿਆਨ ਆ ਬਹੁਤ ਅਹਿਮ ਆ, ਇਹ ਸਾਡੇ ਮੀਡੀਆ ਲਈ ਇੱਕ ਤਰਜ ਆ ਤੇ ਸਾਨੂੰ ਸਾਰਿਆਂ ਨੂੰ ਇਸ ਸੰਬੰਧੀ ਗਹਿਰਾਈ ਨਾਲ ਸੋਚਣਾ ਪਊ। ਜੀ ਗਿੱਲ ਸਾਹਿਬ। ਰਮੰਨਾ ਸਾਹਿਬ ਨੇ ਕਾਫੀ ਸਖਤੀ ਨਾਲ ਕਿਹਾ ਆ ਕਿ ਅਸੀਂ ਵੇਖ ਰਹੇ ਹਾਂ ਕਿ ਗਲਤ ਜਾਣਕਾਰੀ ਦੇ ਆਧਾਰਿਤ ਜਿਹੜਾ ਏਜੰਡਾ ਚਲਾਇਆ ਜਾ ਰਿਹਾ, ਟੀਵੀ ਤੇ ਬੜੀਆਂ ਡਿਬੇਟ ਇਹੋ ਜਿਹੀਆਂ ਕੀਤੀਆਂ ਜਾ ਰਹੀਆਂ ਜਿਨ੍ਹਾਂ ਦੇ ਬੇਸਲੈਸ ਨੇ ਔਰ ਜਿਨ੍ਹਾਂ ਦਾ ਕੋਈ ਮਕਸਦ ਹੀ ਨਹੀਂ ਹੈ, ਔਰ ਉਹਨਾਂ ਦੀ ਜਾਣਕਾਰੀ ਵੀ ਨਹੀਂ ਹੁੰਦੀ, ਅਧੂਰੀ ਜਾਣਕਾਰੀ ਹੁੰਦੀ ਆ। ਔਰ ਉਹਨਾਂ ਨੇ ਸ਼ਬਦ ਵਰਤਿਆ ਕੰਗਾਰੂ ਕੋਰਟ, ਮੀਡੀਆ ਨੂੰ ਕਿਹਾ ਤੁਸੀਂ ਕੰਗਾਰੂ ਕੋਰਟ ਚਲਾ ਰਹੇ ਹੋ। ਤੇ ਕੰਗਾਰੂ ਕੋਰਟ ਤੁਸੀਂ ਜਾਣਦੇ ਹੋ, ਜਿਹੜੀ ਤੱਥਾਂ ਤੋਂ ਰਹਿਤ, ਜਿਹੜੀ ਬਿਲਕੁਲ ਜਿਨ੍ਹਾਂ ਕੋਲ ਕੋਈ ਐਵੀਡੈਂਸ ਨਾ ਹੋਵੇ, ਜੋ ਮੂੰਹ 'ਚ ਆਇਆ ਉਹ ਬੋਲ ਦਿੱਤਾ। ਉਹਨਾਂ ਨੇ ਕਿਹਾ ਇਹ ਕੰਗਾਰੂ ਕੋਰਟ ਜਿਹੜੀ ਚੱਲ ਰਹੀ, ਅਸੀਂ ਦੇਖ ਰਹੇ ਹਾਂ ਬੜੇ ਚਿਰ ਤੋਂ। ਫਿਰ ਕਿਤੇ ਨਾ ਕਿਤੇ ਸੁਪਰੀਮ ਕੋਰਟ ਦੀ ਸਖਤੀ ਜ਼ਰੂਰ ਹੋਏਗੀ ਜੇ ਇਸ ਤਰ੍ਹਾਂ ਦਾ ਹੀ ਮਾਹੌਲ ਸਾਡੇ ਬਣਿਆ ਰਿਹਾ ਤਾਂ। ਪਰ ਜਿਸ ਤਰੀਕੇ ਨਾਲ ਸਾਡੇ ਲੋਕਤੰਤਰ ਦੇ ਵਿੱਚ ਕੁਝ ਐਸੇ ਵਿਅਕਤੀ ਘੁਸਾਏ ਨੇ, ਜਿੱਥੋਂ ਤੱਕ ਪਾਰਲੀਮੈਂਟ ਦਾ ਸੰਬੰਧ ਆ, ਉਹਦੇ ਵਿੱਚ ਇੱਕ ਤਾਂ ਆਮ ਵਿਅਕਤੀ ਦੀ ਪਹੁੰਚ ਹੀ ਲੋਕਤੰਤਰ ਦੇ ਵਿੱਚ ਬਹੁਤ ਔਖੀ ਹੋ ਗਈ। ਬਹੁਤ ਪੈਸੇ ਦੀ ਗੇਮ ਹੋ ਗਿਆ ਹੁਣ ਇਲੈਕਸ਼ਨ ਸਿਸਟਮ ਸਾਡਾ। ਦੂਸਰਾ, ਪਾਰਟੀਆਂ ਨੂੰ ਚਲਾਉਣ ਲਈ ਫੰਡਿੰਗ ਦੀ ਲੋੜ ਹੈ, ਤੇ ਫੰਡਿੰਗ ਜਿਹੜੀ ਆ ਉਹ ਪਾਰਟੀਆਂ ਤੁਹਾਨੂੰ ਪਤਾ ਹੀ ਆ ਵੀ ਕਾਰਪੋਰੇਟ ਕੋ ਸਿੱਧੇ ਤਰੀਕੇ ਨਾਲ ਜਿੱਦਾਂ ਹਾਸਲ ਕਰਦੀਆਂ, ਫਿਰ ਉਹਨਾਂ ਨੂੰ ਫਾਇਦੇ ਪਹੁੰਚਾਏ ਜਾਂਦੇ ਆ। ਇਸੇ ਤਰ੍ਹਾਂ ਹੀ ਜਿਹੜੀਆਂ ਸਾਡੀਆਂ ਵਿਧਾਨਕਾਰ ਸਭਾਵਾਂ ਨੇ ਸਟੇਟਾਂ ਦੀਆਂ, ਜਾਂ ਸਾਡੀ ਲੋਕ ਸਭਾ ਆ, ਰਾਜ ਸਭਾ ਆ, ਉੱਥੇ ਵੀ ਜਦੋਂ ਗਿਣਤੀਆਂ ਕਰਦੇ ਆ ਤੇ ਅੱਧਿਓਂ ਵੱਧ ਜਿਹੜੇ ਆ ਉਹ ਕ੍ਰਿਮੀਨਲ ਲੋਕ ਪਹੁੰਚ ਗਏ ਨੇ, ਤੇ ਕੁਝ ਰਹਿੰਦੀ ਕਸਰ। ਤੇ ਜਿਹੜੀ ਹਿੰਦੂਤਵ ਦਾ ਏਜੰਡਾ ਆ, ਉੱਥੇ ਉਹ ਜਟਾਵਾਂ ਵਾਲੇ ਤੇ ਭਗਵੇ ਸਾਧ ਬੈਠੇ ਹੋਏ ਦਿਖਦੇ ਨੇ। ਲੱਗਦਾ ਹੀ ਨਹੀਂ ਕਿ ਭਾਰਤ ਦੀ ਪਾਰਲੀਮੈਂਟ 'ਚ ਕੋਈ ਡਿਸਕਸ਼ਨ ਹੋ ਰਹੀ ਆ। ਉਹ ਤੇ ਬੜਾ ਅਜੀਬ ਜਿਹਾ ਖੇਡ ਬਣਿਆ ਹੋਇਆ। ਮੋਦੀ ਸਾਹਿਬ ਜਦੋਂ ਆਏ ਸੀ, ਉਹਨਾਂ ਨੇ ਕਿਹਾ ਸੀ ਫਾਸਟ ਟਰੈਕ ਕੋਰਟ ਬਣਾਵਾਂਗੇ, 2 ਸਾਲਾਂ ਦੇ ਵਿੱਚ ਜਿੰਨੇ ਕ੍ਰਿਮੀਨਲ ਬੰਦੇ ਪੋਲਿਟਿਕਸ 'ਚ ਆਏ ਆ ਉਹਨਾਂ ਨੂੰ ਬਾਹਰ ਦਾ ਰਸਤਾ ਦਿਖਾਵਾਂਗੇ। ਪਰ ਹੋਇਆ ਤਾਂ ਉਲਟ, ਕਿ ਨਵੀਂ ਲੋਕ ਸਭਾ ਆਈ, ਉਹ 'ਚ ਹੋਰ ਜ਼ਿਆਦਾ ਲੋਕ ਆ ਗਏ। ਇਹ ਜਿਹੜਾ ਵਰਤਾਰਾ ਹੈ, ਇਹਨੂੰ ਜਿੱਥੇ ਅਸੀਂ ਆਮ ਲੋਕ ਦੇਖ ਰਹੇ ਹਾਂ, ਮੀਡੀਆ ਦੇਖ ਰਿਹਾ, ਦੁਨੀਆ ਦੇਖ ਰਹੀ ਆ, ਇਹ ਨਿਸ਼ਚਿਤ ਤੌਰ ਤੇ ਸਾਡੀਆਂ ਸੁਪਰੀਮ ਕੋਰਟ ਵੀ ਦੇਖਦੀਆਂ ਹੋਣਗੀਆਂ, ਸਾਡੀਆਂ ਹੋਰ ਕੋਰਟਾਂ ਵੀ ਦੇਖਦੀਆਂ ਹੋਣਗੀਆਂ। ਇਹਦੇ ਬਾਰੇ ਵੀ ਕੋਰਟ ਨੂੰ ਕੋਈ ਨਾ ਕੋਈ ਜਿਹੜਾ ਉਹ ਚੇਤਾਵਨੀ ਜਿਹੜੀ ਘੱਟੋ ਘੱਟ ਦੇਣੀ ਚਾਹੀਦੀ ਹੈ। ਗਿੱਲ ਸਾਹਿਬ, ਤੁਹਾਡੇ ਯਾਦ ਹੋਊਗਾ ਅਕਸਰ ਮਾਣਯੋਗ ਕੋਰਟ ਵੱਲੋਂ ਅਕਸਰ ਇਸ ਪ੍ਰਤੀ ਪਿਛਲੇ ਸਮੇਂ ਦੌਰਾਨ ਵੀ ਕਈ ਪ੍ਰਤੀਕਿਰਿਆਵਾਂ ਆਈਆਂ ਸੀ ਵੀ ਜਿਹੜੀਆਂ ਕਿ ਆਪਣਾ ਸੰਸਦ ਜਾਂ ਵਿਧਾਇਕ ਦੇ ਵਿੱਚ ਜਿਹੜੇ ਕਿ ਕ੍ਰਿਮੀਨਲ ਲੋਕ ਨੇ ਜਾਂ ਅਪਰਾਧੀ ਪਿਛੋਕੜ ਵਾਲੇ ਨੇਤਾ ਨੇ, ਉਹਨਾਂ ਨੂੰ ਟਿਕਟ ਨਹੀਂ ਦੇਣੀ ਚਾਹੀਦੀ।
ਤੇ ਇਸ ਪ੍ਰਤੀ ਜਿਹੜੀਆਂ ਸਾਡੀਆਂ ਰਾਜਸੀ ਧਿਰਾਂ ਨੇ ਉਹਨਾਂ ਨੇ ਵੀ ਵਿਚਾਰ ਵਟਾਂਦਰਾ ਕਰਿਆ ਸੀ, ਪਰ ਸਿਰਫ ਉਹ ਵਿਚਾਰ ਵਟਾਂਦਰਾ ਵਿਚਾਰਾਂ ਤੱਕ ਹੀ ਸੀਮਿਤ ਰਹਿ ਗਿਆ। ਕਿਉਂਕਿ ਅਸਲ ਵਿੱਚ ਜਦੋਂ ਜਿਹੜੀਆਂ ਪਾਰਟੀਆਂ ਗੱਲਾਂ ਕਰਦੀਆਂ ਨੇ ਵੀ ਅਸੀਂ ਲੋਕਾਂ ਨੂੰ ਇੱਕ ਸਾਫ਼ ਸੁਥਰਾ ਤੇ ਲੋਕ ਪੱਖੀ ਪ੍ਰਸ਼ਾਸਨ ਦੇਵਾਂਗੇ, ਪਰ ਉਹ ਪ੍ਰਸ਼ਾਸਨ ਦੇਣ ਵਾਲੇ ਬੰਦਿਆਂ ਤੇ ਪਹਿਲਾਂ ਹੀ ਕਈਆਂ ਤੇ ਅਪਰਾਧਿਕ ਮਾਮਲੇ ਦਰਜ ਨੇ। ਪਰ ਜਦੋਂ ਅਸੀਂ ਇਹ ਸੋਚ ਸਕਦੇ ਹਾਂ ਵੀ ਉਹ ਲੋਕੀ ਸਾਨੂੰ ਇਨਸਾਫ ਦੇਣਗੇ ਤੇ ਚੰਗਾ ਪ੍ਰਸ਼ਾਸਨ ਦੇਣਗੇ, ਪਰ ਜਦੋਂ ਉਹਨਾਂ ਤੇ ਇਹ ਮਾਮਲੇ ਦਰਜ ਹੁੰਦੇ ਨੇ ਕਿ ਲੋਕਾਂ ਦੀ ਉਹਨਾਂ ਪ੍ਰਤੀ ਭਰੋਸੇਯੋਗਤਾ ਵੱਧਦੀ ਆ। ਇਹ ਵੋਟਾਂ ਲੈਣ ਸਮੇਂ ਪਾਰਟੀਆਂ ਵੱਡੇ ਵੱਡੇ ਵਾਅਦੇ ਤਾਂ ਕਰਦੀਆਂ ਨੇ, ਪਰ ਇੱਕ ਪੰਚੀ ਸਰਪੰਚੀ ਦੇ ਤੁਸੀਂ ਛੋਟੀ ਚੋਣ ਤੋਂ ਲੈ ਕੇ ਦੇਖ ਲਓ ਜਾਂ ਉੱਪਰ ਸੰਸਦ ਮੈਂਬਰ ਤੱਕ ਵੇਖ ਲਓ, ਕਿੰਨੇ ਬੰਦੇ ਨੇ ਜ਼ਿਆਦਾਤਰ ਰਾਜਨੀਤੀ ਦੇ ਵਿੱਚ ਅਪਰਾਧਿਕ ਪਿਛੋਕੜ ਵਾਲੇ ਬੰਦੇ ਨੇ। ਇਸ ਪ੍ਰਤੀ ਸਮੇਂ-ਸਮੇਂ ਤੇ ਮੀਡੀਆ ਦੇ ਵਿੱਚ ਜਾਂ ਜਿਹੜੇ ਬੁੱਧੀਜੀਵੀ ਨੇ ਉਹ ਗੱਲ ਕਰਦੇ ਨੇ, ਪਰ ਉਹ ਸਿਰਫ ਹਾਲੇ ਤੱਕ ਉਸਦੇ ਜ਼ਮੀਨੀ ਪੱਧਰ ਤੇ ਕਿਸੇ ਪਾਰਟੀ ਨੇ ਕੋਈ ਅਜਿਹਾ ਸਖਤ ਸਟੈਂਡ ਨਹੀਂ ਲਿਆ ਵੀ ਜਿਹੜਾ ਵੀ ਬੰਦੇ ਦੇ ਅਪਰਾਧਿਕ ਕੇਸ ਨੇ ਜਾਂ ਉਹ ਬੰਦੇ ਪਾਰਲੀਮੈਂਟ ਵਿੱਚ ਨਹੀਂ ਆਉਣੇ ਚਾਹੀਦੇ। ਗਿੱਲ ਸਾਹਿਬ, ਤੁਸੀਂ ਜਾਣਦੇ ਹੋਗੇ ਕਿ ਜਿਹੜੇ ਸਭ ਤੋਂ ਹੀਨੀਅਸ ਕ੍ਰਾਈਮ ਮਤਲਬ ਕਿ ਮਰਡਰ, ਰੇਪ, ਇਦਾਂ ਦੇ ਵੀ ਜਿਹੜੇ ਸਾਡੇ ਸੰਸਦ ਮੈਂਬਰ ਨੇ, ਕੁਝ ਇਦਾਂ ਦਾ ਵੀ ਕੇਸਾਂ ਦੇ ਟ੍ਰਾਇਲ ਦੇ ਵਿੱਚ ਉਹਨਾਂ ਦੇ ਟ੍ਰਾਇਲ ਚੱਲ ਰਹੇ ਨੇ। ਤੇ ਅਜਿਹੇ ਲੋਕਾਂ ਦੀ ਪਛਾਣ ਕਿਉਂ ਨਹੀਂ ਕੀਤੀ ਜਾਂਦੀ? ਕਿਉਂਕਿ ਸਾਡੇ ਉਹ ਲੋਕਾਂ ਨੇ ਜਾ ਕੇ ਸਾਡੇ ਦੇਸ਼ ਲਈ ਤੇ ਆਮ ਲੋਕਾਂ ਲਈ ਕਾਨੂੰਨ ਬਣਾਉਣੇ ਨੇ। ਜਦੋਂ ਉਹ ਲੋਕੀ ਕਾਨੂੰਨ ਨਾਲ ਖੇਡ ਕੇ ਉੱਥੇ ਚਲੇ ਜਾਂਦੇ ਨੇ, ਇੱਕ ਆਮ ਬੰਦੇ ਨੂੰ ਛੋਟਾ ਮੋਟਾ ਪਰਚਾ ਭੁਗਤਣਾ ਔਖਾ ਹੋ ਜਾਂਦਾ। ਹੁਣ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਵੀ ਇਸ ਚੀਜ਼ਾਂ ਨੂੰ ਗਹਿਰਾਈ ਨਾਲ ਕਿਉਂ ਨਹੀਂ ਲਿਆ ਜਾ ਰਿਹਾ, ਤੇ ਇਹ ਸਿਰਫ ਗੱਲਾਂ ਤੱਕ ਹੀ ਸੀਮਿਤ ਰਹੂਗਾ ਜਾਂ ਪਾਰਟੀਆਂ ਸਖਤ ਸਟੈਂਡ ਵੀ ਲੈਣਗੀਆਂ। ਫਿਲਹਾਲ ਵੋਟਾਂ ਵੇਲੇ ਬੜੇ ਵਾਅਦੇ ਕੀਤੇ ਆਮ ਲੋਕਾਂ ਨੂੰ ਲਵਾਇਆ ਜਾਂਦਾ। ਇਸ ਦੇ ਵਿੱਚ ਤੁਸੀਂ ਦੇਖਦੇ ਹੋ ਮੀਡੀਆ ਦਾ ਬਹੁਤ ਵੱਡਾ ਰੋਲ ਆ। ਕੋਈ ਮੀਡੀਆ ਇੱਕ ਲਹਿਰ ਖੜੀ ਕਰ ਦਿੰਦਾ, ਤੇ ਇਸ ਮਨਸਾ ਪ੍ਰਤੀ ਮੇਰੇ ਖਿਆਲ 'ਚ ਆਪਣੇ ਮੀਡੀਆ ਨੂੰ ਵੀ ਅਹਿਮ ਯੋਗਦਾਨ ਪਾਉਣਾ ਚਾਹੀਦਾ। ਬਿਲਕੁਲ ਮਨਦੀਪ, ਚਾਹੀਦਾ ਤੇ ਹੈ, ਆਈਡੀਅਲ ਗੱਲ ਤੇ ਇਹੀ ਆ, ਪਰ ਕਿਉਂਕਿ ਸਾਡੇ ਤੇ ਸਵੈ ਸੰਜਮ ਨਾਂ ਦੀ ਕੋਈ ਚੀਜ਼ ਨਹੀਂ ਆ। ਅਸੀਂ ਲੋਕ ਕਾਨੂੰਨ ਤੋਂ ਡਰਦੇ ਕੰਮ ਕਰਦੇ ਹਾਂ। ਜੇ ਕਾਨੂੰਨ ਦੀ ਸਖਤੀ ਹੁੰਦੀ ਹੈ ਤੇ ਕੰਮ ਹੁੰਦਾ, ਨਹੀਂ ਤੇ ਜਿਹੜਾ ਆਪਣੇ ਆਪ ਆਪਣੇ ਤੇ ਚੈੱਕ ਰੱਖਣਾ, ਸੰਜਮ ਲਾਉਣਾ, ਉਹ ਸਾਡੇ ਜਿਹੜੀ ਫਿਤਰਤ ਹੈ ਉਹਦੇ ਵਿੱਚ ਹੀ ਸ਼ਾਮਲ ਨਹੀਂ ਆ। ਦੂਜੇ ਪਾਸੇ ਜਿਸ ਤਰ੍ਹਾਂ ਆਪਾਂ ਗੱਲ ਕਰ ਰਹੇ ਹਾਂ ਕਿ ਜਿਹੜੀ ਸਾਡਾ ਇਲੈਕਸ਼ਨ ਸਿਸਟਮ ਹੈ, ਇਲੈਕਟੋਰਲ ਸਿਸਟਮ ਹੈ, ਉਹ ਇੰਨਾ ਮਹਿੰਗਾ ਤੇ ਜਟਲ ਹੋ ਗਿਆ ਕਿ ਇੱਕ ਸਧਾਰਨ ਵਿਅਕਤੀ ਤਾਂ ਸੋਚ ਹੀ ਨਹੀਂ ਸਕਦਾ ਕਿ ਮੈਂ ਕਦੀ ਪਾਰਲੀਮੈਂਟ ਜਾਂ ਅਸੈਂਬਲੀ 'ਚ ਜਾ ਸਕਦਾ, ਭਾਵੇਂ ਉਹ ਜਿੰਨਾ ਮਰਜ਼ੀ ਵਿਦਵਾਨ ਹੋਵੇ, ਕੁਆਲੀਫਾਈਡ ਹੋਵੇ। ਦੂਜੇ ਪਾਸੇ ਜਿਹੜੇ ਤੁਸੀਂ ਕਹਿ ਰਹੇ ਹੋ ਕਿ ਜਿਹੜੇ ਕ੍ਰਿਮੀਨਲ ਲੋਕਾਂ ਦੀ ਐਂਟਰੀ ਬਾਰ-ਬਾਰ ਹੋ ਰਹੀ ਹੈ, ਉਹਦੇ ਪਿੱਛੇ ਵੀ ਕਾਰਨ ਇਹ ਆ ਕਿ ਜਿਹੜੇ ਰਾਜਨੀਤਿਕ ਪਾਰਟੀਆਂ ਨੇ ਉਹ ਦੋ ਚੀਜ਼ਾਂ ਵੇਖਦੀਆਂ ਨੇ। ਇੱਕ ਤਾਂ ਉਹ ਬੰਦੇ ਕੋਲ ਪੈਸਾ ਕਿੰਨਾ ਕੁ ਆ, ਉਹ ਖਰਚ ਕਿੰਨਾ ਕਰ ਸਕੇਗਾ। ਦੂਸਰਾ ਇਹ ਵੀ ਵੇਖਿਆ ਜਾਂਦਾ ਕਿ ਜਿਹੜੇ ਬਾਹੂਬਲੀ ਨੇ ਉਹ ਡਰਾ ਧਮਕਾ ਕੇ ਵੀ ਆਪਣੀ ਸੀਟ ਪੱਕੀ ਕਰ ਲੈਂਦੇ ਆ। ਤੇ ਤੀਜੀ ਗੱਲ ਜਿਹੜੀ ਹੋਰ ਵੀ ਆ, ਉਹ ਸਾਡੇ ਸਿਸਟਮ 'ਚ ਗੰਦੀ ਇਹ ਪੈਦਾ ਹੋ ਗਈ ਕਿ ਅਸੀਂ ਜਾਤ ਪਾਤ, ਬਰਾਦਰੀਆਂ, ਗੋਤਾਂ, ਜਾਤਾਂ ਦੇ ਆਧਾਰ ਤੇ ਸੀਟਾਂ ਦੀ ਵੰਡ ਵੀ ਕਰਨ ਲੱਗ ਪਏ। ਕਿਹੜੇ ਹਲਕੇ 'ਚ ਕਿਹੋ ਜਿਹੇ ਲੋਕ ਰਹਿੰਦੇ ਆ, ਉੱਥੋਂ ਦਾ ਡੈਮੋਗ੍ਰਾਫਿਕ ਫੈਕਟਰ ਕੀ ਆ, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੈ ਤੇ ਡੈਮੋਕ੍ਰੇਸੀ 'ਚ ਹਰ ਜਗ੍ਹਾ ਇਹਦੀ ਕਮਜ਼ੋਰੀ ਹੈ ਡੈਮੋਕ੍ਰੇਸੀ ਦੀ। ਸਾਡੇ ਇਹਨਾਂ ਮੁਲਕਾਂ 'ਚ ਵੀ ਇੱਦਾਂ ਹੁੰਦਾ, ਜਿੱਥੇ ਪੰਜਾਬੀ ਨੇ ਉੱਥੇ ਪੰਜਾਬੀ ਕੈਂਡੀਡੇਟ ਖੜਾ ਕਰ ਦਿਓ, ਜਿੱਥੇ ਚਾਈਨਾ ਵਾਲੇ ਨੇ ਚਾਈਨਾ ਕਰ ਦਿਓ। ਸਾਰੀਆਂ ਪਾਰਟੀਆਂ ਤਾਂ ਕਰਦੀਆਂ ਨੇ, ਪਰ ਇਹਦੇ ਬਾਵਜੂਦ ਕਿਤੇ ਨਾ ਕਿਤੇ ਕੋਈ ਨਾ ਕੋਈ ਡੈਮੋਕ੍ਰੇਸੀ ਵਿੱਚ ਅਜੇ ਐਥਿਕ ਜਿਹੜੇ ਨੇ ਉਹ ਬਚੇ ਹੋਏ ਨੇ ਇੱਥੇ। ਪਰ ਭਾਰਤ ਵਿੱਚ ਤੇ ਆਵਾ ਹੀ ਉਤ ਗਿਆ। ਗਿੱਲ ਸਾਹਿਬ ਦੇਖੋ, ਵੋਟਾਂ ਦੀ ਜਿਹੜੀ ਰਾਜਨੀਤੀ ਜੋੜ ਤੋੜਦੀ ਆ, ਉਸ ਵੇਲੇ ਸਿਰਫ ਪਾਰਟੀ ਨੂੰ ਕਿਸੇ ਨੂੰ ਵੀ ਹੁੰਦਾ ਵੀ ਅਸੀਂ ਸੱਤਾ ਚਾਹੀਏ। ਕਿਉਂਕਿ ਜਿੰਨੇ ਵੀ ਰਾਜਨੀਤਿਕ ਬਾਣ ਨੇ ਜ਼ਿਆਦਾਤਰ ਉਹਨਾਂ 'ਚ ਇਹ ਸੋਚਦੇ ਨੇ ਵੀ ਅਸੀਂ ਸੱਤਾ 'ਚ ਜਾਂ ਪਾਵਰ ਦੇ ਵਿੱਚ ਕਿਵੇਂ ਆਉਣਾ, ਪਰ ਇਹ ਨਹੀਂ ਸੋਚਦੇ ਵੀ ਇਹ ਜਿਹੜੇ ਲੋਕੀ ਨੇ ਇਹਨਾਂ ਦਾ ਕੀ ਕਰਨਾ। ਪਿਛਲੇ ਆਪਾਂ 7 ਦਹਾਕਿਆਂ ਤੋਂ ਲਾ ਲਓ, ਜਦੋਂ ਦੇ ਸਾਡਾ ਦੇਸ਼ ਆਜ਼ਾਦ ਹੋਇਆ ਪੰਜਾਬ, ਤੇ ਉਸ ਵੇਲੇ ਦੇ ਲੋਕੀ ਇਹੀ ਪਾਰਟੀਆਂ ਦੇ ਲੀਡਰ ਸਾਨੂੰ ਕਹਿੰਦੇ ਰਹੇ ਵੀ ਅਸੀਂ ਤੁਹਾਡਾ ਸਾਰਾ ਕੁਝ ਬਦਲ ਕੇ ਤੁਹਾਨੂੰ ਵਧੀਆ ਬਣਾ ਦਾਂਗੇ। ਭਾਵੇਂ ਕਿ ਆਪਾਂ ਅਕਾਲੀ ਥੋੜੇ ਪਿਛਲੇ ਸਮੇਂ ਦੀ ਗੱਲ ਆ ਲਈ, ਅਕਾਲੀ ਸਰਕਾਰ ਨੇ ਸੁਖਬੀਰ ਬਾਦਲ ਸਾਹਿਬ ਨੇ ਕਿਹਾ ਸੀ ਵੀ ਪੰਜਾਬ ਨੂੰ ਅਸੀਂ ਕੈਲੀਫੋਰਨੀਆ ਬਣਾ ਦਿਆਂਗੇ, ਤੇ ਬਾਦਲ ਤੇ ਕੈਪਟਨ ਸਾਹਿਬ ਨੇ ਕਿਹਾ ਸੀ ਵੀ ਘਰ ਘਰ ਅਸੀਂ ਨੌਕਰੀ ਦੇ ਦਿਆਂਗੇ, ਕਿਸਾਨਾਂ ਦੇ ਕਰਜ਼ੇ ਮਾਫ ਕਰ ਦਿਆਂਗੇ। ਇਹ ਗੱਲਾਂ ਸਿਰਫ ਮੌਕੇ ਅਨੁਸਾਰ ਹੀ ਕੀਤੀਆਂ ਜਾਂਦੀਆਂ ਨੇ। ਜਿਹੜੇ ਆਮ ਲੋਕੀ ਨੇ ਉਹ ਹਾਲੇ ਤੱਕ ਨਪੀੜੇ ਹੀ ਜਾਂਦੇ ਨੇ। ਸਿਰਫ ਕਿਹਾ ਜਾਂਦਾ ਵੀ ਅਸੀਂ ਤੁਹਾਡਾ ਸਾਰਾ ਕੁਝ ਬਦਲ ਦਿਆਂਗੇ। ਲੋਕੀ ਇਸ ਮਾਮਲੇ ਦੇ ਪਿੱਛੇ, ਰਾਜਨੀਤਿਕਾਂ ਦੇ ਪਿੱਛੇ ਲੱਗ ਜਾਂਦੇ ਨੇ, ਪਰ ਲੋਕ ਅਕਸਰ ਵੋਟਾਂ ਪੈਣ ਤੋਂ ਬਾਅਦੋਂ ਜਾਂ ਵੋਟਾਂ ਦੁਬਾਰਾ ਆਉਣ ਤੋਂ ਬਾਅਦੋਂ ਆਪਣੇ ਆਪ ਨੂੰ ਇੱਕ ਤਰ੍ਹਾਂ ਲੁੱਟੇ ਜਿਹੇ ਮਹਿਸੂਸ ਕਰਦੇ ਨੇ ਵੀ ਯਾਰ ਇਹਦੇ ਤੇ ਵਾਅਦਾ ਕੀਤਾ ਸੀ, ਇਹਨੇ ਫੇਰ ਨਹੀਂ ਸਾਡੀ ਗੱਲ ਰੱਖੀ। ਜੀ ਗਿੱਲ ਸਾਹਿਬ, ਆਪਣੇ ਮਨਦੀਪ ਜੀ, ਗੱਲ ਚੱਲੀ ਆ ਸੁਪਰੀਮ ਕੋਰਟ ਦੇ ਫੈਸਲਿਆਂ ਦੀ, ਤੇ ਇੱਕ ਸੁਪਰੀਮ ਕੋਰਟ ਦਾ ਹੋਰ ਬੜੀ ਸੋਹਣਾ ਫੈਸਲਾ ਆਇਆ, ਇੱਕ ਟਿੱਪਣੀ ਆਈ, ਉਹਦੀ ਵੀ ਮੈਂ ਗੱਲ ਕਰਨੀ ਚਾਹੁੰਦਾ। ਉਹ ਹੈਗੀ ਆ
ਵੂਮਨ ਇੰਪਾਵਰਮੈਂਟ ਦੀ ਗੱਲ। ਇੱਕ ਲੜਕੀ ਨੇ, ਆਮ ਤੌਰ ਤੇ ਝਗੜੇ ਹੁੰਦੇ ਆ ਪਤੀ ਪਤਨੀ 'ਚ, ਪਰਿਵਾਰ ਟੁੱਟਦੇ ਆ ਜਦੋਂ, ਤੇ ਖਰਚੇ ਲਈ ਕੇਸ ਕੀਤੇ ਜਾਂਦੇ ਆ। ਇੱਕ ਲੜਕੀ ਨੇ ਆਪਣੇ ਬਾਪ ਤੇ ਕੇਸ ਕੀਤਾ ਕਿ ਮੈਨੂੰ ਖਰਚਾ ਪਤਾ ਦਿੱਤਾ ਜਾਵੇ ਕਿਉਂਕਿ ਮੈਂ ਇਕੱਲੀ ਹਾਂ, ਸਿੰਗਲ ਹਾਂ, ਜਾਂ ਮੇਰੇ ਕੋਲ ਮੇਰਾ ਘਰ ਦਾ ਖਰਚਾ ਨਹੀਂ ਚੱਲਦਾ। ਸੁਪਰੀਮ ਕੋਰਟ ਨੇ ਉਸ ਮਾਮਲੇ 'ਚ ਕਿਹਾ ਕਿ ਬੇਟੀਆਂ ਦਾ ਹੱਕ ਆ ਕਿ ਆਪਣੇ ਮਾਪਿਆਂ ਕੋਲੋਂ ਉਹ ਆਪਣਾ ਬਣਦਾ ਅਧਿਕਾਰ ਲੈਣ। ਉਹਨਾਂ ਕਿਹਾ ਕਿ ਜਿਹੜੀਆਂ ਬੇਟੀਆਂ ਨੇ ਪਰਿਵਾਰ ਦੇ ਉੱਤੇ ਬੋਝ ਨਹੀਂ ਆ। ਸੋ ਉਹਨਾਂ ਨੇ ਬੜਾ ਵਧੀਆ ਫੈਸਲਾ ਕੀਤਾ। ਜਸਟਿਸ DY ਚੰਦਰਚੂੜ ਤੇ ਜਸਟਿਸ AS ਬੋਪੰਨਾ ਦੇ ਬੈਂਚ ਨੇ ਇਹ ਟਿੱਪਣੀ ਕੀਤੀ ਆ, ਤੇ ਇਹ ਟਿੱਪਣੀ ਸਾਡੇ ਸਮਾਜ ਲਈ ਬੜੀ ਅਹਿਮ ਹੈ। ਆਪਾਂ ਬਹੁਤ ਅਗਾਂਹ ਵਧੂ ਲੋਕਾਂ ਨੂੰ ਜਾਣਦੇ ਹਾਂ, ਮੈਂ ਬਹੁਤ ਸਾਰੇ ਲੈਫਟ ਵਾਲੇ ਲੋਕਾਂ ਨੂੰ ਜਾਣਦਾ ਜਿਹੜੇ ਔਰਤਾਂ ਦੇ ਹੱਕਾਂ ਦੀ ਬਾਹਾਂ ਲਾਰ ਕੇ ਗੱਲਾਂ ਕਰਦੇ ਨੇ, ਪਰ ਆਪਣੇ ਘਰਾਂ 'ਚ ਉਹਨਾਂ ਦੇ ਇਸ ਤਰ੍ਹਾਂ ਦਾ ਕੋਈ ਵੀ ਅਧਿਕਾਰ ਨਹੀਂ। ਬੇਟਿਆਂ ਨੂੰ ਸਾਰੀ ਜਾਇਦਾਦ ਦੇ ਵਾਰਸ ਬਣਾ ਦਿੰਦੇ ਨੇ, ਆਂਦੇ ਸਾਡਾ ਵਾਰਸ ਬੇਟਾ ਆ, ਤੇ ਬੇਟੀ ਵਾਸਤੇ ਕਹਿ ਦਿੰਦੇ ਜੀ ਉਹਦੀ ਸ਼ਾਦੀ ਕਰਤੀ, ਖਰਚਾ ਕਰਤਾ ਸੀ, ਕਾਫੀ ਹੋ ਗਿਆ। ਯਾਨੀ ਕਿ ਉਹਨਾਂ ਬੇਟੀਆਂ ਨੂੰ, ਹਾਂ ਸਾਡੀਆਂ ਜਿਹੜੀਆਂ ਕੁਝ ਇੱਕ ਪ੍ਰੋਬਲਮ ਇਹਦੇ ਨਾਲ ਕ੍ਰੀਏਟ ਹੁੰਦੀਆਂ ਨੇ, ਖਾਸ ਕਰਕੇ ਜਿਹੜੀ ਸਾਡੀ ਸਥਾਈ ਪ੍ਰਾਪਰਟੀ ਹੁੰਦੀ ਹੈ ਜਿਹਨੂੰ ਅਸੀਂ ਜ਼ਮੀਨ ਕਹਿ ਸਕਦੇ ਹਾਂ, ਉਹਦੇ ਵਿੱਚ ਜਦੋਂ ਬੇਟੀਆਂ ਦਾ ਹਿੱਸਾ ਜਾਂਦਾ ਤੇ ਕਈ ਇੱਕ ਸੋਸ਼ਲ ਜਿਹੜੇ ਆ ਉਹ ਡਿਸਪਿਊਟ ਪੈਦਾ ਹੁੰਦੇ ਨੇ, ਕਿਉਂਕਿ ਬੇਟੀਆਂ ਨੇ ਆਪਣੇ ਸਹੁਰੇ ਘਰ ਜਾਣਾ ਹੁੰਦਾ ਤੇ ਉਹ ਫਿਰ ਸਹੁਰੇ ਘਰ ਵਾਲੇ ਉਹ ਜ਼ਮੀਨ ਜਿਹੜੀ ਆ ਉਹਨੂੰ ਜਾਂ ਤੇ ਆ ਕੇ ਜਵਾਈ ਭਾਈ ਵਾਹੇਗਾ ਜਾਂ ਉਹਨੂੰ ਵੇਚੇਗਾ, ਤੇ ਜਦੋਂ ਵੇਚਦਾ ਹੈ ਤੇ ਫਿਰ ਸਾਡੇ ਸਮਾਜ 'ਚ ਇਸ ਚੀਜ਼ ਨੂੰ ਨਮੋਸ਼ੀ ਮੰਨਿਆ ਜਾਂਦਾ। ਤੇ ਜੇ ਜਵਾਈ ਭਾਈ ਪਿੰਡ ਜਾ ਕੇ ਵਸੋ ਕਰਦਾ ਤੇ ਉਹ ਵੀ ਗੱਲ ਜਿਹੜੀ ਆ ਬਹੁਤੀ ਸਾਡੇ ਸੱਭਿਆਚਾਰ ਨਾਲ ਮੇਲ ਨਹੀਂ ਖਾਂਦੀ। ਇਹ ਇੱਕ ਬੜੀ ਦੁਬਿਧਾ ਹੈ ਲੋਕਾਂ ਨੂੰ। ਸੋ ਪਰ ਸੁਪਰੀਮ ਕੋਰਟ ਦਾ ਫੈਸਲਾ ਜਿਹੜਾ ਇਹ ਬੜਾ ਅਹਿਮ ਹੈ ਕਿ ਬੇਟੀਆਂ ਦਾ ਬਰਾਬਰ ਦਾ ਹੱਕ ਹੈ। ਜੀ ਗਿੱਲ ਸਾਹਿਬ, ਇਸ ਮਾਮਲੇ ਪ੍ਰਤੀ ਹੈ ਨਾ ਆਪਣੇ ਜਿਹੜੇ ਵਿਮਨ ਇੰਪਾਵਰਮੈਂਟ ਦੀ ਗੱਲ ਕਰਦੇ ਨੇ, ਤੇ ਬਾਕੀ ਗੱਲਾਂ ਇਸ ਮਾਮਲੇ 'ਚ ਬਹੁਤ ਜ਼ਿਆਦਾ ਹੋ ਰਹੀਆਂ ਨੇ, ਪਰ ਔਰਤ ਨੂੰ ਮੈਨੂੰ ਲੱਗਦਾ ਆਪਣੇ ਭਾਰਤ ਦੇ ਵਿੱਚ ਹਾਲੇ ਤੱਕ ਉਹ ਹੱਕ ਨਹੀਂ ਮਿਲੇ ਜਿਹੜੇ ਮਿਲਣੇ ਚਾਹੀਦੇ ਸੀ। ਭਾਵੇਂ ਉਹ ਵੋਟਾਂ 'ਚ ਰਾਖਵਾਂ ਕਰਨ ਲੈ ਲਈਏ, ਜਿਵੇਂ ਕਿ ਆਪਾਂ ਭਾਵੇਂ ਘਰੇਲੂ ਤੌਰ ਤੇ ਜਿਵੇਂ ਤੁਸੀਂ ਕਿਹਾ ਆਪਣੇ ਹਾਲੇ ਵੀ ਵਾਰਸ ਇੱਕ ਮੁੰਡੇ ਨੂੰ ਹੀ ਸਮਝਿਆ ਜਾਂਦਾ, ਪਰ ਹੁਣ ਕਿਤੇ ਨਾ ਕਿਤੇ ਕਈ ਘਰ ਮੈਨੂੰ ਅਜਿਹੇ ਜਾਣਦੇ ਨੇ ਜਿਨ੍ਹਾਂ ਨੂੰ ਥੋੜਾ ਬਹੁਤਾ ਉਹਨੇ ਬਦਲਾਅ ਵੀ ਕੀਤਾ, ਤੇ ਕਈ ਲੋਕੀ ਕੁੜੀਆਂ ਨੂੰ ਉਹ ਅਹਿਮੀਅਤ ਦੇਣ ਲੱਗੇ। ਪਰ ਖਾਸ ਕਰਕੇ ਜਿਵੇਂ ਤੁਸੀਂ ਪਿੰਡਾਂ ਦੀ ਗੱਲ ਕੀਤੀ ਆ, ਪਿੰਡਾਂ ਦੇ ਵਿੱਚ ਜੇਕਰ ਕੋਈ ਲੜਕੀ ਆਪਣੇ ਮਾਪਿਆਂ ਦੀ ਜਾਇਦਾਦ 'ਚੋਂ ਹਿੱਸਾ ਵੰਡਾਉਂਦੀ ਆ ਤਾਂ ਉਹਨੂੰ ਸਮਾਜਿਕ ਤੌਰ ਤੇ ਲੋਕੀ ਸਵੀਕਾਰ ਨਹੀਂ ਕਰਦੇ, ਉਹਨੂੰ ਚੰਗਾ ਨਹੀਂ ਸਮਝਿਆ ਜਾਂਦਾ। ਪਰ ਜਦਕਿ ਕਿਉਂਕਿ ਰੀਤ ਬੜੇ ਲੰਬੇ ਸਮੇਂ ਤੋਂ ਚੱਲੀ ਆਉਣ ਕਰਕੇ ਲੋਕ ਇਸ ਦੇ ਆਦੀ ਹੋ ਚੁੱਕੇ ਨੇ। ਭਾਵੇਂ ਗੱਲਾਂ ਤਾਂ ਕਰਦੇ ਨੇ ਵੀ ਅਸੀਂ ਕੁੜੀਆਂ ਦੇ ਹੱਕ ਬਰਾਬਰ ਦੇ ਰੱਖਾਂਗੇ, ਪਰ ਜ਼ਮੀਨੀ ਪੱਧਰ ਤੇ ਉਹ ਕੁੜੀਆਂ ਦੇ ਹਾਲਾਤ ਬਿਲਕੁਲ ਜ਼ਿਆਦਾਤਰ ਮੇਰੇ ਖਿਆਲ 'ਚ ਨਹੀਂ ਬਦਲੇ। ਭਾਵੇਂ ਸ਼ਹਿਰਾਂ ਦੇ ਵਿੱਚ ਬਦਲਾਅ ਆ, ਪਰ ਜਦੋਂ ਜ਼ਮੀਨ ਵੰਡਣ ਜਾਂ ਆਪਣੀ ਘਰੇਲੂ ਜਾਇਦਾਦ ਵੰਡਣ ਦੀ ਗੱਲ ਆਉਂਦੀ ਆ ਤਾਂ ਉੱਥੇ ਕੁੜੀਆਂ ਨੂੰ ਦਰਕਨਾਰ ਹੀ ਕੀਤਾ ਜਾਂਦਾ। ਫਿਲਹਾਲ ਮਾਣਯੋਗ ਸੁਪਰੀਮ ਕੋਰਟ ਵੱਲੋਂ ਅਕਸਰ ਇਹ ਕਮੈਂਟ ਕੀਤੇ ਜਾਂਦੇ ਨੇ, ਪਰ ਇਸ ਨੂੰ ਜ਼ਮੀਨੀ ਪੱਧਰ ਤੇ ਸਰਕਾਰਾਂ ਕੀ ਲਾਗੂ ਕਰਦੀਆਂ ਨੇ। ਭਾਵੇਂ ਕਿ ਸਰਕਾਰਾਂ ਨੇ ਇਹ ਗੱਲ ਆਖੀ ਆ ਵੀ ਅਸੀਂ ਕੁੜੀ ਮੁੰਡੇ ਨੂੰ ਬਰਾਬਰ ਦਾ ਹੱਕ ਆ, ਪਰ ਜਿਹੜਾ ਸਾਡਾ ਸਮਾਜਿਕ ਤਾਣਾ ਬਾਣਾ ਉਸ ਚੋਂ ਲੋਕੀ ਬਾਹਰ ਨਿਕਲਣ ਲਈ ਤਿਆਰ ਨਹੀਂ। ਮੇਰੇ ਖਿਆਲ 'ਚ ਜਦੋਂ ਤੱਕ ਲੋਕੀ ਉਹਨਾਂ ਦੀ ਆਪਣੀ ਨਿੱਜੀ ਤੌਰ ਤੇ ਇਸ ਦੀ ਸੋਚ ਨਹੀਂ ਬਦਲਦੀ, ਉਦੋਂ ਤੱਕ ਇਹ ਮਸਲਾ ਹੱਲ ਹੋਣਾ ਮੈਨੂੰ ਨਹੀਂ ਲੱਗਦਾ। ਸੁਪਰੀਮ ਕੋਰਟ ਦੀ ਇੱਕ ਹੋਰ ਖਬਰ ਮੇਰੇ ਨਾਲ ਹੈ, ਅੱਜ ਲੱਗਦਾ ਇੱਥੋਂ ਵੀ ਕਰ ਲਈਏ। ਸੁਪਰੀਮ ਕੋਰਟ ਬੜੇ ਅਹਿਮ ਫੈਸਲੇ ਲੈ ਰਹੀ ਹੈ ਔਰ ਸਮੇਂ ਦੇ ਨਾਲ ਚੱਲਣ ਦਾ ਯਤਨ ਕਰ ਰਹੀ ਆ। ਦੂਜੇ ਪਾਸੇ ਜਦੋਂ ਅਸੀਂ ਵੇਖਦੇ ਹਾਂ ਕਿ ਬਹੁਤ ਸਾਰੇ ਮੁਲਕਾਂ ਦੇ ਵਿੱਚ ਜਿੱਥੇ ਡਿਕਟੇਟਰ ਟਾਈਪ ਲੋਕ ਨੇ ਪਰ ਉਹ ਧਰਮ ਦੀ ਆੜ ਹੇਠ ਰਾਜ ਕਰਦੇ ਨੇ, 57-58 ਸਾਡੇ ਕੋਲ ਇਸਲਾਮਿਕ ਮੁਲਕਾਂ ਦੀ ਮਿਸਾਲ ਹੈ ਜਿੱਥੇ ਔਰਤ ਨੂੰ ਹਮੇਸ਼ਾ ਦਬਾਇਆ ਗਿਆ, ਉਹਨੂੰ ਜ਼ਬਰਦਸਤੀ ਪਰਦੇ ਹੇਠ ਰਹਿਣ ਲਈ ਮਜਬੂਰ ਕੀਤਾ ਗਿਆ। ਬਹੁਤ ਸਾਰੇ ਫਰਮਾਨ ਇਹੋ ਜਿਹੇ ਆਉਂਦੇ ਆ, ਇਕੱਲੀ ਔਰਤ ਬਾਹਰ ਨਹੀਂ ਨਿਕਲ ਸਕਦੀ। ਹੁਣ ਤਾਂ ਖੈਰ ਸਾਊਦੀ ਅਰੇਬੀਆ ਵਰਗੇ ਕੰਟਰੀ ਵੀ ਥੋੜ੍ਹੀਆਂ ਖੁੱਲ੍ਹਾਂ ਦੇਣ ਲੱਗੇ। ਭਾਰਤ ਨੇ ਵਰਤਾਰਾ ਨਹੀਂ ਸੀ ਵੇਖਿਆ, ਪਰ ਜਦੋਂ ਦਾ ਥੋੜ੍ਹਾ ਜਿਹਾ ਹਿੰਦੂਤਵ ਦੇ ਏਜੰਡੇ ਵਾਲੇ ਲੋਕ ਆਏ ਆ, ਇੱਥੇ ਵੀ ਥੋੜ੍ਹਾ ਔਰਤਾਂ ਦੇ ਹੱਕਾਂ ਨੂੰ ਦਬਾਉਣ ਦੀ ਗੱਲ ਹੋ ਰਹੀ ਸੀ। ਪਰ ਨਾਲ ਦੀ ਨਾਲ ਸੁਪਰੀਮ ਕੋਰਟ ਥੋੜ੍ਹੀ ਗਾਂਹ ਵਧੂ ਸੋਚ ਰੱਖ ਕੇ ਮੈਨੂੰ ਲੱਗਦਾ ਚੱਲ ਰਹੀ ਆ। ਇੱਕ ਕੇਸ ਦਾ ਨਿਪਟਾਰਾ ਕੀਤਾ ਉਹ ਵੀ ਸੁਪਰੀਮ ਕੋਰਟ ਨੇ, ਉਹ ਇਹ ਆ ਕਿ ਜਿਹੜੀਆਂ ਅਣਵਿਆਹੀਆਂ ਲੜਕੀਆਂ ਨੇ, ਜੇ ਉਹ ਕਿਸੇ ਮਰਦ ਆਪਣੇ ਸਾਥੀ ਦੇ ਨਾਲ ਰਹਿੰਦੀਆਂ, ਜਿਹਨੂੰ ਲਿਵ ਇਨ ਰਿਲੇਸ਼ਨ ਕਹਿੰਦੇ ਅਸੀਂ, ਹੁਣ ਤਾਂ ਲਿਵ ਇਨ ਰਿਲੇਸ਼ਨ ਨੂੰ ਵੀ ਤੁਹਾਨੂੰ ਪਤਾ ਕੋਰਟਾਂ ਜਾਇਜ਼ ਕਰਾਰ ਦੇ ਚੁੱਕੀਆਂ। ਜੇ ਵਿਆਹ ਨਹੀਂ ਵੀ ਕੀਤਾ ਤੇ ਜੇ ਤੁਸੀਂ ਬਾਲਗ ਹੋ ਤੇ ਤੁਸੀਂ ਕਿਸੇ ਨਾਲ ਵੀ ਰਹਿ ਸਕਦੇ ਹੋ। ਜੇ ਉੱਥੋਂ ਕੋਈ ਔਲਾਦ ਪੈਦਾ ਹੁੰਦੀ ਹੈ ਜਾਂ ਲਿਵ ਇਨ ਰਿਲੇਸ਼ਨ ਤੋਂ ਬਗੈਰ ਵੀ ਜੇ ਕਿਸੇ ਔਰਤ ਦੇ ਗਰਭ ਠਹਿਰ ਜਾਂਦਾ ਤੇ ਕੋਰਟ ਨੇ ਕਿਹਾ ਕਿ ਉਹ 24 ਹਫ਼ਤਿਆਂ ਤੋਂ ਪਹਿਲਾਂ ਉਹਨੂੰ ਗਰਾਉਣ ਦਾ ਅਧਿਕਾਰ ਰੱਖਦੀ ਆ। ਉਹ ਕਹਿੰਦੇ ਕੁਆਰੀਆਂ ਕੁੜੀਆਂ ਨੂੰ ਜਾਂ ਉਹਨਾਂ ਨੂੰ
ਅਸੀਂ ਇਸ ਕਰਕੇ ਇਸ ਅਧਿਕਾਰ ਤੋਂ ਵਾਂਝਾ ਨਹੀਂ ਕਰ ਸਕਦੇ ਕਿ ਉਹਨਾਂ ਦੀ ਸ਼ਾਦੀ ਨਹੀਂ ਹੋਈ, ਉਹਨਾਂ ਦੀ ਵੀ ਜ਼ਿੰਦਗੀ ਆ। ਮਤਲਬ ਬੜਾ ਇੱਕ ਕਿਸਮ ਦਾ ਮਾਡਰਨ ਕਿਸਮ ਦਾ ਫੈਸਲਾ ਹੈ। ਉਹਨੂੰ ਧਾਰਮਿਕ ਰੰਗਤ ਦੇ ਕੇ ਆਪਾਂ ਕੁਝ ਵੀ ਕਹਿ ਸਕਦੇ ਹਾਂ, ਜਾਂ ਸਮਾਜਿਕ ਬੰਧਨਾਂ 'ਚ ਬੰਦੇ ਆਪਾਂ ਕੁਝ ਵੀ ਕਹਿ ਸਕਦੇ ਹਾਂ। ਪਰ ਜਿਹੜੀ ਕੋਰਟ ਹੈ, ਇੱਥੋਂ ਤੱਕ ਕਿ ਅਮਰੀਕਾ ਦੀ ਕੋਰਟ ਇਹ ਫੈਸਲੇ, ਜਿਹੜਾ ਗਰਭਪਾਤ ਵਾਲਾ ਫੈਸਲਾ ਆ, ਈਵਨ ਵਿਆਹੇ ਜੋੜਿਆਂ ਦਾ ਵੀ 50 ਸਾਲ ਪਹਿਲਾਂ ਬਣਿਆ ਕਾਨੂੰਨ ਹੁਣ ਤੋੜ ਰਹੀ ਆ। ਉਹ ਕਹਿੰਦੇ ਆ ਕਿ ਨਹੀਂ, ਕਾਰਨ ਇਹ ਆ ਕਿ ਇਹਨਾਂ ਮੁਲਕਾਂ ਦੇ ਵਿੱਚ ਆਬਾਦੀ ਦੀ ਪ੍ਰਤੀਸ਼ਤ ਘਟਦੀ ਜਾ ਰਹੀ ਹੈ, ਦਰ ਘਟਦੀ ਜਾ ਰਹੀ ਹੈ। ਇਹਨਾਂ ਨੂੰ ਚਾਹੀਦਾ ਹੈ ਕਿ ਥੋੜੀ ਜਿਹੜੀ ਆ ਫਰਟੈਲਿਟੀ ਵਧੇ, ਇਸ ਕਰਕੇ ਉਹ ਚਾਹੁੰਦੇ ਆ ਕਿ ਜਿਹੜੇ ਆ ਉਹ ਬੱਚੇ ਪੈਦਾ ਹੋਣ। ਦੂਜੇ ਪਾਸੇ ਇੱਥੋਂ ਦੇ ਜਿਹੜੇ ਕਪਲ ਨੇ ਉਹ ਰਿਸਪੌਂਸਿਬਿਲਿਟੀ ਲੈਣ ਨੂੰ ਤਿਆਰ ਨਹੀਂ, ਆਪਣੇ ਤੇ ਬੋਝ ਚੁੱਕਣ ਨੂੰ ਤਿਆਰ ਨਹੀਂ। ਹਾਲਾਂਕਿ ਸਰਕਾਰ ਬਹੁਤ ਫੈਸਿਲੀਟੇਟ ਕਰਦੀਆਂ ਨੇ, ਸਾਡੇ ਮੁਲਕਾਂ 'ਚ ਤੇ ਇਹ ਚੀਜ਼ਾਂ ਹੈ ਹੀ ਨਹੀਂ। ਪਰ ਦੁਨੀਆ ਨਾਲ ਕਦਮ ਮਿਲਾ ਕੇ ਚੱਲਣ ਦਾ ਕੋਰਟਾਂ ਦਾ ਜਿਹੜਾ ਇਹ ਡਿਸੀਜਨ ਆ ਰਿਹਾ, ਇਹ ਕਿਤੇ ਨਾ ਕਿਤੇ ਵੈਲਕਮ ਕਰਨੇ ਬਣਦੇ ਆ। ਬਿਲਕੁਲ ਗਿੱਲ ਸਾਹਿਬ, ਇਹ ਬੜੀਆਂ ਸਵਾਦਯੋਗ ਹੈ ਨਾ ਟਿੱਪਣੀਆਂ ਨੇ, ਕਿਉਂਕਿ ਕੋਰਟ ਹਮੇਸ਼ਾ ਸਮਾਜ ਦੇ ਵਿੱਚ ਜਿਹੜੇ ਹੋ ਰਹੇ ਵਰਤਾਰੇ ਨੂੰ ਦੇਖਦੀ ਹੈ, ਕਿ ਕੋਰਟ ਦਾ ਕੰਮ ਆ ਜਿਹੜੀ ਜਨਤਾ ਦੇ ਹੱਕਾਂ ਨੂੰ ਬਰਕਰਾਰ ਰੱਖਣਾ ਤੇ ਹਰ ਇੱਕ ਬੰਦੇ ਨੂੰ ਆਪਣਾ ਮਨ ਦਾ ਹੱਕ ਮਿਲੇ। ਤੇ ਉਸ ਕਰਕੇ ਉਹਨੇ ਔਰਤ ਦੇ ਸਰੀਰ ਦੀ ਜਿਹੜੀ ਨਿੱਜਤਾ ਜਾਂ ਆਪਣੇ ਮੁਤਾਬਕ ਕੰਮ ਕਰਨ ਦੀ ਜਿਹੜੀ ਆਜ਼ਾਦੀ ਆ, ਤੇ ਉਹ ਚੀਜ਼ ਨੂੰ ਬਰਕਰਾਰ ਲਈ ਕੋਰਟ ਸਮੇਂ-ਸਮੇਂ ਤੇ ਟਿੱਪਣੀਆਂ ਦਿੰਦੀਆਂ ਨੇ। ਇਹ ਸਮਾਜ ਦੀ ਉਸਾਰੂ ਸੋਚ ਲਈ ਨੇ, ਭਾਵੇਂ ਕਿ ਇਸ ਚੀਜ਼ ਨੂੰ ਨਿੱਜਤਾ ਤੌਰ ਤੇ ਜਾਂ ਹਰ ਇੱਕ ਵੱਖ-ਵੱਖ ਸਮਾਜ ਆਪਣੇ ਤਰੀਕੇ ਨਾਲ ਲੈ ਸਕਦੇ ਨੇ, ਪਰ ਕੋਰਟ ਨੇ ਇੱਕ ਵਿਆਪਕ ਪੱਧਰ ਤੇ ਇਹ ਟਿੱਪਣੀਆਂ ਦਿੱਤੀਆਂ ਤਾਂ ਕਿ ਲੋਕੀ ਆਪਣੀ ਆਜ਼ਾਦੀ ਨਾਲ ਜ਼ਿੰਦਗੀ ਜੀ ਸਕਣ ਤੇ ਆਪਣੀ ਜ਼ਿੰਦਗੀ ਦੇ ਵਿੱਚ ਵਿਕਾਸ ਕਰ ਸਕਣ। ਜੀ ਗਿੱਲ ਸਾਹਿਬ। ਖਰੋੜ ਸਾਹਿਬ, ਆਪਾਂ ਅਗਲੀ ਖਬਰ ਵੱਲ ਵਧਦੇ ਹਾਂ ਹੁਣ। ਉਹਦਾ ਸਬੰਧ ਵੀ ਥੋੜਾ ਜਿਹਾ ਕੋਰਟ ਨਾਲ ਵੀ ਜੁੜਦਾ ਤੇ ਥੋੜਾ ਜਿਹਾ ਸਾਡੇ ਸਿਸਟਮ ਨਾਲ ਵੀ ਜੁੜਦਾ। ਉਹ ਇਹ ਆ ਕਿ ਜਿਹੜੇ ਮੋਦੀ ਸਾਹਿਬ ਸਾਡੇ ਪ੍ਰਧਾਨ ਮੰਤਰੀ ਆ, ਉਹਨਾਂ ਨੂੰ ਅਚਨਚੇਤ ਲੋਕਾਂ ਨੂੰ ਸਰਪ੍ਰਾਈਜ਼ ਦੇਣ ਦਾ ਬੜਾ ਸ਼ੌਕ ਆ। ਤੇ ਲੋਕਡਾਊਨ ਦੇ ਦੌਰਾਨ ਟੀਵੀ ਤੇ ਆਉਂਦੇ ਆ ਪ੍ਰਧਾਨ ਮੰਤਰੀ 8 ਵਜੇ ਤੇ ਡਿਕਲੇਅਰ ਕਰ ਦਿੰਦੇ ਆ ਕਿ ਅਸੀਂ ਲੋਕਡਾਊਨ ਲਾ ਦਿੱਤਾ ਸਾਰੇ ਭਾਰਤ ਵਿੱਚ। ਉਦੋਂ ਆਪਾਂ ਨੂੰ ਪਤਾ ਕਿ ਜਿਹੜੇ ਸਾਡੇ ਮਜ਼ਦੂਰ ਲੋਕ ਸੀ ਕਿਸ ਤਰ੍ਹਾਂ ਉਹਨਾਂ ਨੂੰ ਅੰਦਰ ਵਾੜਿਆ ਗਿਆ, ਜਿਹੜੇ ਵਿਚਾਰੇ ਪੂਰੀ ਦਿਹਾੜੀ ਕਰਕੇ ਰੋਟੀ ਖਾਣ ਵਾਲੇ ਲੋਕ ਸੀ ਉਹਨਾਂ ਦਾ ਬੁਰਾ ਹਾਲ ਹੋਇਆ। ਪੰਜਾਬ ਦੀਆਂ ਪ੍ਰਸਥਿਤੀਆਂ ਵੱਖਰੀਆਂ ਨੇ, ਇੱਥੇ ਅਜੇ ਸਾਡਾ ਕਲਚਰ ਹੈ, ਸਾਡੇ ਗੁਰੂਆਂ ਦਾ ਦਿੱਤਾ ਹੋਇਆ ਲੰਗਰ ਵਾਲਾ ਜਿਹੜਾ ਸਾਡਾ ਇੱਕ ਬਹੁਤ ਹੀ ਵਧੀਆ ਪੋਜ਼ਿਟਿਵ ਪੱਖ ਹੈ ਸਾਡੀ ਸੁਸਾਇਟੀ ਦਾ, ਉਹ ਕਿਸੇ ਨੂੰ ਘੱਟੋ ਘੱਟ ਰੋਟੀ ਤੋਂ ਭੁੱਖਾ ਨਹੀਂ ਮਰਨ ਦਿੰਦਾ, ਹਾਲਾਤ ਭਾਵੇਂ ਕਿੱਦਾਂ ਦੇ ਵੀ ਹੋਣ। ਪਰ ਜੋ ਕੁਝ ਅਸੀਂ ਗੁਜਰਾਤ ਇੰਡਸਟਰੀਅਲ ਏਰੀਆ ਜਿੱਥੇ ਜਿੱਥੇ ਸਾਡੇ ਨੇ, ਬੰਬੇ, ਦਿੱਲੀ, ਗੁਜਰਾਤ, ਅਹਿਮਦਾਬਾਦ, ਅਸੀਂ ਜੋ ਹਸ਼ਰ ਮਜ਼ਦੂਰਾਂ ਦਾ ਵੇਖਿਆ, ਉਹਨਾਂ ਬੱਚਿਆਂ ਦਾ ਵੇਖਿਆ, ਉਹਨਾਂ ਔਰਤਾਂ ਦਾ ਵੇਖਿਆ, ਉਹ ਇੱਕ ਬੜਾ ਡਰਾਉਣਾ ਇੱਕ ਸੱਚ ਹੈ ਸਾਡੀ ਸੁਸਾਇਟੀ ਦਾ। ਤੇ ਉਹਦੇ ਉੱਤੇ ਕਦੀ ਰਿਗਰੈਟ ਨਹੀਂ ਕੀਤਾ ਗਵਰਨਮੈਂਟ ਨੇ। ਇੱਥੋਂ ਤੱਕ ਕਿ ਬੜੇ ਹਾਸੇ ਹੋਣੇ ਫੈਸਲੇ ਆਉਂਦੇ ਰਹੇ, ਕਦੀ ਮੋਮਬੱਤੀਆਂ ਜਗਾ ਦਿਓ, ਕਦੀ ਥਾਲੀਆਂ ਖੜਕਾ ਦਿਓ, ਕਰੋਨਾ ਭੱਜ ਜਾਊਗਾ। ਵਿਗਿਆਨ ਦੇ ਇਸ ਯੁੱਗ ਦੇ ਵਿੱਚ ਇਹੋ ਜਿਹੇ ਜਿਹੜੇ ਅਹਿਮਕਾਨਾ ਫੈਸਲੇ ਨੇ ਤੇ ਨਾਦਰਸ਼ਾਹੀ ਹੁਕਮ ਨੇ, ਇਹਨਾਂ ਨੂੰ ਜਿਹੜਾ ਆ ਸਾਡੇ ਸਮਾਜ ਵਿੱਚ ਇੱਦਾਂ ਹੀ ਹੋਇਆ ਸੀਗਾ। ਇੱਦਾਂ ਹੀ ਜਦੋਂ ਨੋਟਬੰਦੀ ਕੀਤੀ ਆ, ਸ਼ਾਮ ਨੂੰ ਆਉਂਦੇ ਨੇ ਪ੍ਰਧਾਨ ਮੰਤਰੀ ਕਿ 12 ਵਜੇ ਤੋਂ ਬਾਅਦ ਫਲਾਣਾ ਨੋਟ ਨਹੀਂ ਚੱਲੂਗਾ। ਜੋ ਲੋਕਾਂ ਦੀ ਹਾਲਾਤ ਉਦੋਂ ਹੋਏ, 250 ਦੇ ਕਰੀਬ ਲੋਕ ਲਾਈਨਾਂ 'ਚ ਲੱਗੇ ਮਰ ਗਏ ਪੈਸਿਆਂ ਦੇ ਖੁਣੋਂ, ਉਦੋਂ ਵੀ ਹਾਲਾਤ ਇੱਦਾਂ ਹੋਏ। ਫਿਰ ਲੋਕਡਾਊਨ 'ਚ ਉਦੋਂ ਵੀ ਬਦਤਰ ਸਥਿਤੀ ਹੋਈ। ਤੇ ਹੁਣ ਆਪਣੇ ਅਦਾਰੇ ਤੇ ਸੁੱਤੇ ਪਏ। ਆਪਾਂ ਪਹਿਲਾਂ ਹੀ ਗੱਲ ਕਰ ਚੁੱਕੇ ਮੀਡੀਆ ਹਾਊਸਸ ਦੀ। BBC ਵਾਲਿਆਂ ਨੇ, ਭਾਵੇਂ ਕਿ ਉਹ ਬਾਹਰ ਦੀ ਇੱਕ ਸੰਸਥਾ ਆ, ਉਹਨਾਂ ਨੇ ਇੱਕ ਜਿਹੜੀ ਹੁੰਦੀ RTI ਪਾਈ ਹੋਈ ਸੀਗੀ ਕਿ ਸਾਨੂੰ ਇਹ ਦੱਸਿਆ ਜਾਵੇ ਕਿ ਪ੍ਰਧਾਨ ਮੰਤਰੀ ਨੇ ਇਹ ਲੋਕਡਾਊਨ ਦਾ ਫੈਸਲਾ ਕਿਹੜੇ ਲੋਕਾਂ ਨਾਲ ਸਲਾਹ ਕਰਕੇ ਲਿਆ। ਕੀ ਉਹ ਕੈਬਨਿਟ ਦੀ ਮੀਟਿੰਗ ਸੱਦੀ ਸੀ, ਜਾਂ ਕੋਈ ਲੋਕਾਂ ਨੂੰ ਭਰੋਸੇ 'ਚ ਲਿਆ ਸੀ, ਜਾਂ ਕੋਈ ਹੋਰ ਆਫੀਸਰਸ ਨਾਲ ਸਲਾਹ ਕੀਤੀ ਸੀ ਕਿ ਨਾਦਰਸ਼ਾਹੀ ਫਰਮਾਨ ਜਦੋਂ ਉਹਨਾਂ ਦਾ ਜੀ ਕਰੇ ਆ ਕੇ ਦੇ ਦਿੰਦੇ ਆ। ਤੇ ਜਿਹੜਾ ਸੂਚਨਾ ਅਧਿਕਾਰ ਦੇਣ ਵਾਲਾ ਮੰਤਰਾਲਾ ਆ, ਉਹਨਾਂ ਨੇ ਜਵਾਬ ਦੇਣ ਤੋਂ ਇਨਕਾਰ ਕਰ ਦਿੱਤਾ। ਹੁਣ ਇਹ ਮਾਮਲਾ ਸੁਪਰੀਮ ਕੋਰਟ 'ਚ ਗਿਆ ਹੈ ਤੇ ਸੁਪਰੀਮ ਕੋਰਟ ਨੇ ਫਿਰ ਦਿਸ਼ਾ ਨਿਰਦੇਸ਼ ਦਿੱਤੇ ਆ, ਪ੍ਰਧਾਨ ਮੰਤਰੀ ਨੂੰ ਸਮਾਂ ਦਿੱਤਾ ਵੀ ਦੱਸੋ ਆ ਕੇ। ਮੇਰੇ ਕੋਲ ਖਬਰ ਸਾਹਮਣੇ ਮੇਰੀ ਪਈ ਆ ਕਿ BBC ਵੱਲੋਂ ਸੂਚਨਾ ਦੇ ਅਧਿਕਾਰ, ਜਿਹੜਾ ਜਿਹਨੂੰ ਅਸੀਂ RTI ਕਹਿੰਦੇ ਆ, ਉਹਦੇ ਤਹਿਤ ਪ੍ਰਧਾਨ ਮੰਤਰੀ ਦੇ ਦਫ਼ਤਰ ਤੋਂ ਜਾਣਕਾਰੀ ਮੰਗੀ ਸੀ, ਪਰ ਜਾਣਕਾਰੀ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ। ਹੁਣ ਅਪੀਲ ਪਾਈ ਗਈ ਸੀ ਉਹਦੇ ਖਿਲਾਫ ਤੇ ਕੇਂਦਰੀ ਸੂਚਨਾ ਆਯੋਗ ਜਿਹੜਾ ਆ, ਉਹਨੇ PMO ਨੂੰ ਨਿਰਦੇਸ਼ ਦਿੱਤੇ ਆ ਕਿ ਆਪਣੇ ਫੈਸਲੇ ਦੀ ਮੁੜ ਸਮੀਖਿਆ ਕਰਕੇ ਮੰਗੀ ਗਈ ਜਾਣਕਾਰੀ ਪੁਆਇੰਟ ਵਾਈਜ਼ ਦੱਸੀ ਜਾਵੇ ਕਿ ਕਦੋਂ ਫੈਸਲਾ ਹੋਇਆ, ਕਿਹੜੀ ਡੇਟ ਨੂੰ, ਕਿਹੜੀ ਕੈਬਨਿਟ 'ਚ ਗੱਲ ਹੋਈ, ਕਿਹੜੇ ਅਫਸਰਾਂ ਨਾਲ ਗੱਲ ਹੋਈ, ਕਿਹੜੇ ਲੋਕਾਂ ਨੂੰ ਭਰੋਸੇ 'ਚ ਲਿਆ ਗਿਆ। ਯਾਨੀ ਕਿ ਲੋਕਤੰਤਰ ਨੂੰ ਜਿੰਦਾ ਰੱਖਣ ਲਈ, ਜਿਵੇਂ ਤੁਸੀਂ ਕਿਹਾ ਕਿ ਸਾਡੇ ਮੀਡੀਆ ਦਾ ਬੜਾ ਰੋਲ ਹੈ,
ਮੈਨੂੰ ਹੈਰਾਨਗੀ ਆ ਕਿ BBC ਇਹ ਅਪੀਲ ਵੀ ਪਾਉਂਦਾ ਆ ਤੇ RTI ਵੀ ਮੰਗਦਾ। ਸਾਡੇ ਤਾਰੇ ਸੁੱਤੇ ਪਏ ਆ, ਸਾਨੂੰ ਨਹੀਂ ਪਤਾ ਕਿ ਸਾਡੇ ਤੇ ਕੀ ਹੋ ਰਿਹਾ, ਸਾਡੇ ਲੋਕਾਂ ਨਾਲ ਕੀ ਹੋ ਰਿਹਾ। ਅਸੀਂ ਉੱਥੇ ਜਾ ਕੇ ਬਾਕੀ ਮੀਡੀਆ ਟ੍ਰਾਇਲ ਕਰਨ ਨੂੰ ਅਸੀਂ ਬੜੇ ਤਕੜੇ ਆ, ਮੂਸੇਵਾਲੇ ਦਾ ਕੇਸ ਹੋ ਜੇ, ਕੋਈ ਗੈਂਗਸਟਰ ਦੀ ਕਹਾਣੀ ਲੱਭ ਜੇ ਸਹੀ ਸਾਨੂੰ, ਫਿਰ ਸਾਡੀਆਂ ਚੀਕਾਂ ਸੁਣਨ ਵਾਲੀਆਂ ਹੁੰਦੀਆਂ ਨੇ ਜਿੱਦਾਂ ਅਸੀਂ TV ਤੇ ਆ ਕੇ ਮਾਰਦੇ ਆ। ਤੇ ਜਿੱਦਾਂ ਦੀ ਮੇਰੇ ਖਿਆਲ ਜਰਨਲਿਜ਼ਮ ਹੁਣ ਪੜ੍ਹਾਇਆ ਜਾ ਰਿਹਾ, ਮੈਨੂੰ ਨਹੀਂ ਸਮਝ ਲੱਗਦੀ ਉਹ ਜਿਹੜੇ ਬੱਚੇ ਉਹ ਕਿੱਥੋਂ ਵੜ ਕੇ ਆ ਰਹੇ ਨੇ, ਕਿ ਉਹ ਕਿੱਦਾਂ ਦਾ ਜਰਨਲਿਜ਼ਮ ਆ। ਮੈਂ ਤੇ ਵੇਖਦਾ ਪੰਜਾਬੀ ਵਾਲੇ ਚੈਨਲ ਵੀ ਇਦਾਂ ਹੋ ਗਏ, ਬਾਹਾਂ ਖਿਲਾਰ ਕੇ ਸਟੇਜ ਤੇ ਜਦੋਂ ਆਉਂਦੇ ਨੇ ਦੋਵੇਂ ਹੱਥ ਇਦਾਂ ਜਿੱਦਾਂ ਉਹ ਸਿੰਗਰ ਨਹੀਂ ਇੰਜ ਕਰਕੇ ਗਾਉਂਦੇ, ਉਸ ਤਰ੍ਹਾਂ ਦੇ ਪੋਜ਼ ਬਣਾਉਂਦੇ ਆ ਉਹ, ਤੇ ਉਸ ਤਰ੍ਹਾਂ ਦੀਆਂ ਚੀਕਾਂ ਸੁਣਨ ਨੂੰ ਮਿਲਦੀਆਂ, ਉਹਦੇ ਵਿੱਚ ਹੁੰਦਾ ਕੁਝ ਵੀ ਨਹੀਂ। ਸੋ ਇਹ ਚੀਜ਼ਾਂ ਜਿਹੜੀਆਂ ਜਰਨਲਿਜ਼ਮ ਦੇ ਦਾਇਰੇ 'ਚ ਆਉਂਦੀਆਂ ਨੇ ਕਿ ਅਸੀਂ ਇਹਨਾਂ ਚੀਜ਼ਾਂ ਦੀ ਸੱਚਾਈ ਤੱਕ ਪਹੁੰਚੀਏ, ਉੱਥੇ ਅਸੀਂ ਬੇਕਿਰਕ ਹੋ ਕੇ ਦੇਖੀ ਜਾਂਦੇ ਹਾਂ ਤਮਾਸ਼ਾ ਵੀ ਕੀ ਹੋ ਰਿਹਾ। ਪਰ ਜਿੱਥੇ ਸਾਡਾ ਕੋਈ ਰੋਲ ਨਹੀਂ, ਉੱਥੇ ਅਸੀਂ ਤਿੰਗੜ ਕੇ ਆਪਣੀਆਂ ਗੱਲਾਂ ਸੁਣਾ ਰਹੇ ਹਾਂ ਦੂਜਿਆਂ ਨੂੰ। ਗਿੱਲ ਸਾਹਿਬ, ਤੁਸੀਂ ਜਾਣਦੇ ਹੋ ਕਿ ਜਿਹੜਾ ਭਾਰਤ ਦੇ ਵਿੱਚ ਮੀਡੀਆ ਤੇ ਆਪਣੇ ਮੀਡੀਆ ਦਾ ਇੰਟਰਨੈਸ਼ਨਲ ਰੈਂਕਿੰਗ ਤੁਹਾਨੂੰ ਪਤਾ ਦਿਨੋਂ ਦਿਨ ਸਿਰਕਦੀ ਜਾ ਰਹੀ ਹੈ। ਤੇ ਮੀਡੀਆ ਦੇ ਵਿੱਚ ਸਿੱਧੇ ਜਾਂ ਅਸਿੱਧੇ ਤੌਰ ਤੇ ਜਿਹੜੇ ਸਰਕਾਰ ਨਾਲ ਕਈ ਐਡਵਰਟਾਈਜ਼ਮੈਂਟ ਹੋ ਗਈ, ਇਹ ਚੀਜ਼ਾਂ ਜੁੜੀਆਂ ਹੋਈਆਂ ਨੇ। ਤੇ ਉਸ ਕਰਕੇ ਕੁਝ ਅਦਾਰੇ ਜਿਹੜੇ ਕਿ ਸਰਕਾਰ ਪੱਖੇ ਭੁਗਤਦੇ ਨੇ, ਭਾਵੇਂ ਉਹ ਵੋਟਾਂ ਵੇਲੇ ਹੋਵੇ ਜਾਂ ਹੋਰ ਚੀਜ਼ਾਂ ਹੋਣ, ਉਹ ਅੰਦਰ ਖਾਤੇ ਇੱਕ ਸਰਕਾਰ ਦੀ ਲਹਿਰ ਕਰਨ ਦੀ ਕੋਸ਼ਿਸ਼ ਬਣਾਉਣ ਦੀ ਕੋਸ਼ਿਸ਼ ਕਰਦੇ ਨੇ। ਦੂਜੇ ਪਾਸੇ ਪੱਤਰਕਾਰੀ ਜਾਂ ਭਾਵੇਂ ਜਰਨਲਿਜ਼ਮ ਦਾ ਇੱਕ ਐਡਾ ਵੱਡਾ ਅਹਿਮ ਰੋਲ ਆ, ਇੱਕ ਫੋਰਸ ਪਿਲਰ ਆਪਾਂ ਇਹਨੂੰ ਕਹਿੰਦੇ ਆ, ਕਿ ਲੋਕਾਂ ਨੂੰ ਇੱਕ ਸਟੀਕ ਜਾਣਕਾਰੀ ਦੇਣਾ ਤੇ ਲੋਕਾਂ ਨੂੰ ਉਸਾਰੂ ਤੌਰ ਤੇ ਉਸਾਰੂ ਆਲੋਚਨਾ ਕਰਨਾ, ਤੇ ਜਿੱਥੇ ਖਾਮੀਆਂ ਨੇ ਖਾਮੀਆਂ ਨੂੰ ਉਜਾਗਰ ਕਰਨਾ, ਜਿੱਥੇ ਪ੍ਰਸ਼ਾਸਨ ਦੀਆਂ ਖਾਮੀਆਂ ਨੇ ਉਹਨਾਂ ਨੂੰ ਵੀ ਉਜਾਗਰ ਕਰਨਾ। ਪਰ ਜਦੋਂ ਗੱਲ ਇੱਕ ਪੱਖੀ ਜਾਂ ਸਿਰਫ TRP ਤੱਕ ਜਾਂ ਸਿਰਫ ਆਪਣੀ ਐਡਵਰਟਾਈਜ਼ਮੈਂਟ ਤੱਕ ਜਾਂ ਫਿਰ ਕਿਸੇ ਨੂੰ ਦਬਾਉਣ ਤੱਕ ਇਹ ਸਿਲਸਿਲਾ ਜਾਰੀ ਰਹੂਗਾ, ਉਦੋਂ ਤੱਕ ਮੀਡੀਆ ਦਾ ਤੇ ਆਮ ਲੋਕਾਂ ਦੀ ਭਰੋਸੇਯੋਗਤਾ ਘਟਦੀ ਜਾ ਰਹੀ ਹੈ। ਕਿਉਂਕਿ ਕਈ ਅਦਾਰੇ ਹੁਣ ਵੀ ਬਹੁਤ ਅਹਿਮ ਕੰਮ ਕਰ ਰਹੇ ਨੇ, ਪਰ ਭਾਰਤ ਦੇ ਵਿੱਚ ਵੱਡੇ ਅਦਾਰੇ ਚਲਾਉਣੇ ਜਾਂ ਵੱਡੇ ਸਿਸਟਮ ਚਲਾਉਣੇ ਸਰਕਾਰ ਦਾ ਸਹਿਯੋਗ ਲੈਣਾ ਪੈਂਦਾ। ਪਰ ਅੰਦਰ ਖਾਤੇ ਪੱਤਰਕਾਰਾਂ ਨੂੰ ਵੀ ਡਰ ਹੁੰਦਾ, ਭਾਵੇਂ ਕਿ ਹੁਣ ਤੁਸੀਂ ਦੇਖਿਓ ਜਵੇਰ ਖਾਨ ਦਾ ਜਿਹੜਾ ਕੇਸ ਸੀ, ਜਿਹੜਾ ਬੰਦਾ ਅੱਜ ਕੱਲ੍ਹ ਸਿੱਧੇ ਤੌਰ ਤੇ ਕੰਮ ਕਰਦਾ ਉਹਨੂੰ ਕਈ ਕੇਸ ਵੀ ਭੁਗਤਣੇ ਪੈਂਦੇ ਨੇ। ਤੇ ਇਸ ਡਰੋਂ ਬੰਦੇ ਨੂੰ ਹੁੰਦਾ ਵੀ ਕਿਤੇ ਯਾਰ ਪੱਤਰਕਾਰੀ ਦੇ ਚੱਕਰ 'ਚ ਆਪਾਂ ਆਪਣਾ ਘਰੇ ਨਾ ਬਰਬਾਦ ਕਰ ਲਈ, ਕਿਤੇ ਜੇਲ੍ਹ ਨਾ ਕੱਟਣੀ ਪੈ ਜੇ। ਇਹ ਚੀਜ਼ਾਂ ਦਾ ਵੀ ਦਬਾਅ ਹੁੰਦਾ। ਜਦੋਂ ਤੱਕ ਪੱਤਰਕਾਰੀ ਲਈ ਇੱਕ ਸੁਹਿਰਦ ਮਾਹੌਲ ਨਹੀਂ ਬਣੂਗਾ ਵੀ ਹਰ ਇੱਕ ਬੰਦਾ ਆਪਣੇ ਤਰੀਕੇ ਨਾਲ ਜਾਂ ਮਨਜ਼ੂਰ ਸ਼ੁਦਾ ਗੌਰਮੈਂਟ ਤੋਂ ਜਿਹੜਾ ਪੱਤਰਕਾਰ ਆ ਜਾਂ ਕਿਸੇ ਅਦਾਰੇ ਨਾਲ ਜੁੜਿਆ ਹੋਇਆ, ਉਹਦੀ ਕੋਈ ਸੁਰੱਖਿਆ ਯਕੀਨੀ ਬਣਾਈ ਜਾਊਗੀ, ਜਾਂ ਫਿਰ ਉਹਦੇ ਜਿਹੜੇ ਮੁੱਢਲੇ ਹੱਕ ਨੇ ਉਹ ਦਿੱਤੇ ਜਾਣਗੇ, ਜਾਂ ਫਿਰ ਉਹਨਾਂ ਨੂੰ ਉਹਦੀ ਬਣਦਾ ਜਿਹੜਾ ਮਿਹਨਤਾਨਾ ਮਿਲੂਗਾ। ਇਹ ਬੜੀਆਂ ਚੀਜ਼ਾਂ ਇਸ ਚੀਜ਼ਾਂ ਨਾਲ ਜੁੜੀਆਂ ਹੋਈਆਂ ਨੇ। ਜਦੋਂ ਤੱਕ ਇਹ ਚੀਜ਼ਾਂ ਦਾ ਆਪਾਂ ਨੂੰ ਕਾਬੂ ਨਹੀਂ ਪਾਇਆ ਜਾਂਦਾ, ਉਦੋਂ ਤੱਕ ਮੈਨੂੰ ਨਹੀਂ ਲੱਗਦਾ ਵੀ ਆਪਾਂ ਨੂੰ ਜਿਹੜੀ ਅਸਲ ਜਰਨਲਿਜ਼ਮ ਜ਼ਮੀਨੀ ਪੱਧਰ ਤੇ ਦੇਖਣ ਨੂੰ ਮਿਲੂਗੀ। ਭਾਵੇਂ ਕਿ ਇੰਨੀਆਂ ਮੁਸ਼ਕਲਾਂ ਦੇ ਬਾਵਜੂਦ ਵੀ ਕਈ ਅਦਾਰੇ ਨੇ ਬੜੇ ਵਧੀਆ ਢੰਗ ਨਾਲ ਕੰਮ ਕਰ ਰਹੇ ਨੇ, ਤੇ ਮੈਨੂੰ ਲੱਗਦਾ ਵੀ ਬੰਦੇ ਨੂੰ ਕਰਨਾ ਵੀ ਚਾਹੀਦਾ, ਕਿਉਂਕਿ ਸਹੀ ਕੰਮ ਕਰਨ ਵਾਲੇ ਨੂੰ ਪੱਤਰਕਾਰੀ ਦੇ ਵਿੱਚ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ, ਖਾਸ ਕਰਕੇ ਜ਼ਮੀਨੀ ਪੱਧਰ ਤੇ। ਕਿਉਂਕਿ ਜਦੋਂ ਬੰਦਾ ਇੱਕ ਇਨਵੈਸਟੀਗੇਸ਼ਨ ਜਾਂ ਬਰੀਕੀ ਨਾਲ ਪੱਤਰਕਾਰੀ ਕਰਦਾ ਤਾਂ ਉਸ ਵੇਲੇ ਉਸਨੂੰ ਕੋਈ ਅਜਿਹੇ ਅਹਿਮ ਤੱਥ ਪਤਾ ਲੱਗਦੇ ਨੇ ਜਿੱਥੇ ਜੇ ਸਿੱਧੇ ਤੌਰ ਤੇ ਅਫਸਰਾਂ ਜਾਂ ਰਾਜਨੀਤਿਕ ਜਾਂ ਹੋਰ ਕਈ ਵੱਡੇ ਬੰਦਿਆਂ ਦੇ ਕੋਈ ਨਾ ਕੋਈ ਅਜਿਹੇ ਮਾਮਲੇ ਸਾਹਮਣੇ ਆਉਂਦੇ ਨੇ, ਉੱਥੇ ਬੰਦਾ ਅੰਦਰ ਖਾਤੇ ਪਾਸਾ ਵੱਟਣ ਦੀ ਕੋਸ਼ਿਸ਼ ਕਰਦਾ ਵੀ ਇਸ ਮਾਮਲੇ ਦੇ ਵਿੱਚ ਅਸੀਂ ਫਸ ਗਏ ਤਾਂ ਫਿਰ ਅਸੀਂ ਕਰਾਂਗੇ ਕੀ। ਤਾਂ ਮੀਡੀਆ ਦੀ ਕਈ ਅੰਦਰ ਖਾਤੇ ਬੜੀਆਂ ਮਤਲਬ ਕਿ ਆਪਣੀਆਂ ਇੱਕ ਖਾਮੀਆਂ ਤੇ ਉਹਨਾਂ ਦੀਆਂ ਲੋੜਾਂ ਨੇ। ਜੇ ਤੱਕ ਸਰਕਾਰ ਜਦੋਂ ਤੱਕ ਨਹੀਂ ਚਾਹੂਗੀ, ਮੇਰੇ ਖਿਆਲ 'ਚ ਇਦਾਂ ਦਾ ਮਾਹੌਲ ਨਹੀਂ ਬਣੂਗਾ। ਜੀ ਗਿੱਲ ਸਾਹਿਬ। ਮਨਦੀਪ, ਮੈਂ ਅੱਧੀ ਕੁ ਤੁਹਾਡੀ ਗੱਲ ਨਾਲ ਸਹਿਮਤ ਹਾਂ, ਅੱਧੀ ਕੁ ਨਾਲ ਮੈਂ ਸਹਿਮਤ ਨਹੀਂ ਹਾਂ। ਕਾਰਨ ਇਹਦਾ ਇਹ ਆ, ਸੁਰੱਖਿਆ ਯਕੀਨੀ ਹੋਣੀ ਚਾਹੀਦੀ ਆ। ਜਿਹੜੇ ਮੀਡੀਆ ਕਰਮੀ ਉਹਨਾਂ ਦੇ ਹਿੱਤ ਜਿਹੜੇ ਆ ਉਹ ਵੀ ਇਸ ਧਿਆਨ 'ਚ ਰੱਖਣੇ ਚਾਹੀਦੇ ਆ ਸਾਡੀਆਂ ਸਰਕਾਰਾਂ ਨੂੰ। ਇਹਨੂੰ ਤੇ ਡੈਮੋਕ੍ਰੇਸੀ ਕਹਿੰਦੇ ਆਪਾਂ। ਜੇ ਡੈਮੋਕ੍ਰੇਸੀ 'ਚ ਵੀ ਇਹ ਚੀਜ਼ਾਂ ਵਾਸਤੇ ਸਾਨੂੰ ਜਿਹੜਾ ਉਹ ਸੰਘਰਸ਼ ਕਰਨਾ ਪਏ ਤੇ ਫਿਰ ਟਰੂ ਡੈਮੋਕ੍ਰੇਸੀ ਨਹੀਂ ਆ। ਇਹ ਜਿਹੜੀ ਹੈ ਡੈਮੋਕ੍ਰੇਸੀ ਹੈ ਸਾਡੀ, ਫਿਰ ਤਾਂ ਇੱਕ ਕਿਸਮ ਦਾ ਡਿਕਟੇਟਰਸ਼ਿਪ ਹੈ ਕਿ ਜਿਹਨੂੰ ਮਰਜ਼ੀ ਜੋ ਮਰਜ਼ੀ ਕਰ ਲਓ। ਪਰ ਇੱਕ ਚੀਜ਼ ਮੈਂ ਤੁਹਾਡੇ ਨਾਲ ਇਸ ਕਰਕੇ ਸਹਿਮਤ ਨਹੀਂ ਆ ਦੂਜੀ ਨਾਲ, ਉਹ ਇਹ ਆ ਕਿ ਜਦੋਂ ਠੀਕ ਆ ਸਾਡੇ ਮੁਲਕਾਂ 'ਚ ਇੱਦਾਂ ਹੁੰਦਾ ਕਿ ਅਸੀਂ ਜਾਣਾ ਸੱਜੇ ਪਾਸੇ ਚਾਹੁੰਦੇ, ਸਾਨੂੰ ਘੱਲਿਆ ਖੱਬੇ ਪਾਸੇ ਜਾਂਦਾ। ਮੈਂ ਮਾਸਟਰ ਬਣਨਾ ਚਾਹੁੰਦਾ, ਮੈਨੂੰ ਮਾਂ ਪਿਓ ਆਉਂਦੇ ਨਹੀਂ ਇੰਜੀਨੀਅਰ ਹੀ ਬਣਨਾ। ਜੇ ਕੋਈ ਬੰਦਾ ਪ੍ਰੋਫੈਸਰ ਬਣਨਾ ਚਾਹੁੰਦਾ, ਟੀਚਿੰਗ ਲਾਈਨ 'ਚ ਜਾਣਾ ਚਾਹੁੰਦਾ, ਉਹਨੂੰ ਆਂਦੇ ਤੂੰ ਭਾਈ ਪੱਤਰਕਾਰ ਬਣ ਜਾ। ਮਤਲਬ ਜਿੱਦਾਂ ਦਾ ਦਾ ਲੱਗੇ ਉਧਰ ਨੂੰ ਤੁਰ ਜਾਂਦੇ ਆਪਾਂ। ਸਾਨੂੰ ਪਤਾ ਹੀ ਨਹੀਂ ਹੁੰਦਾ 12ਵੀਂ 13ਵੀਂ ਤੱਕ ਵੀ ਅਸੀਂ ਜਾਣਾ ਕਿੱਧਰ ਨੂੰ ਆ।
ਇਹਦੇ ਬਾਵਜੂਦ ਵੀ ਅਸੀਂ ਆਪਣਾ ਇੰਟਰਸਟ ਦਾ ਫੀਲਡ ਆਪ ਚੁਣਦੇ ਹਾਂ। ਤੇ ਜੇ ਕੱਲ ਨੂੰ ਅਸੀਂ ਕਹੀਏ ਕਿ ਅਸੀਂ ਫੌਜੀ ਅਫਸਰ ਬਣ ਗਏ ਜਾਂ ਫੌਜ 'ਚ ਭਰਤੀ ਹੋ ਗਏ ਤੇ ਹੁਣ ਲੜਾਈ ਲੱਗੀ ਤੇ ਗੋਲੀ ਨਹੀਂ ਖਾਣੀ, ਤੇ ਫਿਰ ਵੀ ਗੱਲ ਸਹੀ ਨਹੀਂ। ਰਿਸਕ ਫੈਕਟਰ ਪੱਤਰਕਾਰੀ 'ਚ ਹਮੇਸ਼ਾ ਰਿਹਾ, ਹਮੇਸ਼ਾ ਰਹੇਗਾ। ਤੇ ਜੇ ਪੱਤਰਕਾਰ ਇਸ ਡਰੋਂ ਅੰਦਰ ਹੀ ਵੜ ਗਏ, ਬਾਬੇ ਨਾਨਕ ਨੇ ਤੇ ਸਿੱਧਾ ਨੂੰ ਕਹਿਤਾ ਸੀ ਜਿਹੜੇ ਵਿਦਵਾਨ ਹੋ ਤੁਸੀਂ ਸਿੱਧ ਵੜ ਬੈਠੇ ਖੁੰਦਰੀ, ਤੇ ਕੌਣ ਜਗਤ ਦਾ ਪਾਰ ਉਤਾਰਾ ਕਰੂਗਾ। ਤੇ ਇਹੋ ਹੀ ਚੀਜ਼ ਇਹ ਆ ਕਿ ਜੇ ਸਾਡੇ ਵਿਦਵਾਨ, ਸਾਡੇ ਪੱਤਰਕਾਰ, ਸਾਡੇ ਹੋਰ ਬੁੱਧੀਜੀਵੀ ਵਰਗ ਬਾਹਰ ਨਿਕਲ ਕੇ ਆਪਣੇ ਰਿਸਕ ਤੋਂ ਡਰਦਾ ਕਿ ਮੇਰੇ ਨਾਲ ਪਤਾ ਨਹੀਂ ਕੀ ਹੋ ਜੂ, ਮੇਰੇ ਟੱਬਰ ਨੂੰ ਕੀ ਹੋ ਜੂ, ਤੇ ਫਿਰ ਉਹਨਾਂ ਨੂੰ ਇਹ ਫੀਲਡ ਚੁਣਨੇ ਨਹੀਂ ਚਾਹੀਦੇ। ਫਿਰ ਚੁੱਪ ਕਰਕੇ ਆਪਣੀ ਜੌਬ ਕਰਕੇ ਤੇ ਜਿਹੜੀ ਉਹ ਪਾਸ਼ ਕਹਿੰਦਾ ਵੀ ਘਰਾਂ ਤੋਂ ਨਿਕਲਣਾ ਕੰਮ ਤੇ ਕੰਮ ਤੋਂ ਘਰ ਆ ਜਾਣਾ ਸਭ ਤੋਂ ਖਤਰਨਾਕ ਹੁੰਦਾ ਹੈ ਸਾਡੇ ਸੁਪਨਿਆਂ ਦਾ ਮਰ ਜਾਣਾ। ਫਿਰ ਸਾਨੂੰ ਸੁਪਨੇ ਨਹੀਂ ਪਾਲਣੇ ਚਾਹੀਦੇ। ਗਿੱਲ ਸਾਹਿਬ, ਇਸ ਨੂੰ ਮੈਂ ਇਸ ਤਰ੍ਹਾਂ ਸੋਚਦਾ ਜੀ ਵੀ ਇਹ ਮਸਲਾ ਆਪਾਂ ਏਦਾਂ ਨਹੀਂ ਕਹਿ ਸਕਦੇ ਵੀ ਸਾਰੇ ਬੰਦੇ ਜਾਂ ਡਰੇ ਹੋਏ ਨੇ ਜਾਂ ਏਦਾਂ ਨਹੀਂ। ਇਹ ਗੱਲ ਨਹੀਂ ਵੀ ਇਹ ਕੰਮ ਹੋ ਰਿਹਾ, ਇਹ ਬੰਦੇ ਫਿਰ ਵੀ ਇੰਨੀਆਂ ਖਾਈਆਂ ਦੇ ਬਾਵਜੂਦ ਵੀ ਤੁਸੀਂ ਦੇਖੋ ਲਗਾਤਾਰ ਆਪਣੀ ਆਵਾਜ਼ ਉਠਾ ਰਹੇ ਨੇ, ਕਿਉਂਕਿ ਇਸ ਫੀਲਡ ਦੇ ਵਿੱਚ ਜ਼ਿਆਦਾਤਰ ਲੋਕਾਂ ਨੂੰ, ਮੈਂ ਤੁਹਾਨੂੰ ਮੇਰਾ ਕਹਿਣ ਦਾ ਮਕਸਦ ਇਹ ਸੀ ਵੀ ਇਸ ਫੀਲਡ ਦੇ ਵਿੱਚ ਜਿਹੜੀਆਂ ਲੋਕਾਂ ਨੂੰ ਜਾਂ ਪੱਤਰਕਾਰਾਂ ਨੂੰ ਮੁਸ਼ਕਲਾਂ ਆ ਰਹੀਆਂ ਨੇ ਉਹ ਇਹ ਨੇ, ਇਸ ਦੇ ਬਾਵਜੂਦ ਵੀ ਉਹ ਬੰਦੇ ਕੰਮ ਕਰ ਰਹੇ ਨੇ। ਪਰ ਇਹਨਾਂ ਵੱਲ ਵੀ ਸਰਕਾਰਾਂ ਨੂੰ ਧਿਆਨ ਦੇਣਾ ਚਾਹੀਦਾ, ਜਾਂ ਜਿਸ ਬੰਦੇ ਨੇ ਆਪਣਾ ਫੀਲਡ ਚੁਣਿਆ ਉਹਨੇ ਤਾਂ ਇਸ ਕਰਕੇ ਚੁਣਿਆ ਕਿ ਉਹਨੇ ਤਾਂ ਆਪਣਾ ਕੰਮ ਕਰਨਾ। ਉਹ ਹਰ ਇੱਕ ਫੀਲਡ ਦੇ ਵਿੱਚ, ਇਕੱਲਾ ਆਪਾਂ ਪੱਤਰਕਾਰੀ ਫੀਲਡ ਦੇ ਵਿੱਚ ਨਹੀਂ ਕਹਿ ਸਕਦੇ, ਕਿਉਂਕਿ ਆਵਾਜ਼ ਉਠਾਉਣ ਵਾਲੇ ਇਕੱਲੇ ਪੱਤਰਕਾਰ ਨਹੀਂ, ਹੋਰ ਬੜੇ ਬੁੱਧੀਜੀਵੀ ਜਾਂ ਆਮ ਲੋਕ ਵੀ ਮੈਂ ਦੇਖੇ ਨੇ ਜਿਹੜੇ ਕਿ ਪ੍ਰਸ਼ਾਸਨ ਪੱਧਰ ਤੇ ਸਰਕਾਰਾਂ ਨਾਲ ਸਿੱਧੇ ਤੌਰ ਤੇ ਆਡਾ ਲੈਂਦੇ ਨੇ। ਇਹ ਲੈਣਾ ਵੀ ਚਾਹੀਦਾ ਜੀ। ਗਿੱਲ ਸਾਹਿਬ, ਬਿਲਕੁਲ। ਤੁਹਾਨੂੰ ਯਾਦ ਹੋਣਾ ਗੁਜਰਾਤ ਫਾਈਲਾਂ ਦੀ ਲੇਖਕ ਅਜੂਬ ਜਿਹੜੀ ਲੜਕੀ ਸੀਗੀ, ਗੌਹਰ ਅਜੂਬ ਉਹਦਾ ਨਾਮ, ਉਹਦੇ ਨਾਲ ਕਿੰਨੀਆਂ ਵਧੀਕੀਆਂ ਹੋਈਆਂ। ਆਪਾਂ ਹੋਰ ਜਾਣਦੇ ਹਾਂ ਮੀਡੀਆ ਵਾਲੇ ਕੁਝ ਲੋਕਾਂ ਨੂੰ ਜਿਨ੍ਹਾਂ ਦੇ ਮੀਡੀਆ ਅਦਾਰੇ ਤੱਕ ਬੰਦ ਹੋ ਗਏ ਇਹ ਖੋਜੀ ਪੱਤਰਕਾਰਤਾ ਦੇ ਕਰਦਿਆਂ ਕਿਉਂਕਿ ਉਹਨਾਂ ਨੇ ਇਮਾਨਦਾਰੀ ਨਾਲ ਆਪਣਾ ਕੰਮ ਕੀਤਾ। ਹੁਣੇ ਤੁਸੀਂ ਜਿਹੜਾ ਜ਼ਿਕਰ ਕਰ ਰਹੇ ਸੀ ਪੱਤਰਕਾਰ ਦਾ, ਆਖਰਕਾਰ ਕੋਰਟ ਉਹਦੇ ਹੱਕ 'ਚ ਆਈ, 6 ਕੇਸ ਕਰ ਦਿੱਤੇ ਸੀ ਮੋਦੀ ਆਪਣੇ ਜੋਗੀ ਸਾਹਿਬ ਦੀ ਸਰਕਾਰ ਨੇ। ਉਹਨਾਂ ਕਿਹਾ 6 'ਚ ਇੱਕੋ ਦਿਨ ਜ਼ਮਾਨਤ ਹੈ, ਤੇ ਨਾਲ ਦੀ ਨਾਲ ਉਹਨੂੰ ਕਿਹਾ ਜੇ ਇਹਨੂੰ ਘਰ ਨੂੰ ਘੱਲੋ ਤੇ ਹੋਰ ਕੋਈ ਕੇਸ ਕੀਤਾ ਤਾਂ ਉਹਦੀ ਜ਼ਮਾਨਤ ਉਸੇ ਵੇਲੇ ਕਰਾਂਗੇ। ਫਿਰ ਗੱਲ ਆ ਗਈ ਕੋਰਟਾਂ ਤੇ, ਜੇ ਕੋਰਟਾਂ ਨਾ ਹੋਣ ਤੇ ਇਹ ਸਾਡੇ ਯੋਗੀ ਭੋਗੀ ਤੇ ਰਿਸ਼ੀ ਮੁਨੀ ਜਿਹੜੇ ਬਣ ਕੇ ਇਸ ਵੇਲੇ ਸਾਡੇ ਹਾਕਮ ਬੈਠੇ ਆ, ਉਹ ਸਾਨੂੰ ਕੋਈ ਹੋਰ ਹੀ ਰਸਤਾ ਦਿਖਾ ਦੇਣ ਮੇਰੇ ਖਿਆਲ 'ਚ, ਜੇ ਕੋਰਟ ਜਾਂ ਜਿਹੜੇ ਬਾਕੀ ਸੰਵਿਧਾਨਕ ਅਦਾਰੇ ਥੋੜਾ ਬਹੁਤਾ ਕੰਮ ਨਾ ਕਰਨ। ਮੈਂ ਮੰਨਦਾ ਬਹੁਤ ਸਾਰੇ ਪੱਤਰਕਾਰ ਬਹੁਤ ਬੋਲਡ ਨੇ, ਚੰਗਾ ਕੰਮ ਕਰ ਰਹੇ ਨੇ, ਉਹਨਾਂ ਦੀ ਪਿੱਠ ਪਿੱਛੇ ਖੜਾ ਹੋਣ ਦੀ ਲੋੜ ਆ। ਪੱਤਰਕਾਰਤਾ ਤੇ ਅੱਜ ਗੱਲ ਹੋ ਰਹੀ ਹੈ ਸਾਰੀ ਆਪਣੀ ਇੱਕ ਹੋਰ ਕਰ ਲਈਏ ਲੱਗਦੇ ਹੱਥ। ਮੈਨੂੰ ਹਮੇਸ਼ਾ ਗਿਲਾ ਰਹਿੰਦਾ ਕਿ ਪੱਤਰਕਾਰ ਭਾਈਚਾਰਾ ਖਬਰ ਸਿਰਫ ਉਹਨਾਂ ਦੇਰ ਤੱਕ ਨਸ਼ਰ ਕਰਦਾ ਜਿੰਨਾ ਚਿਰ ਤੱਕ ਉਸ ਖਬਰ ਦੇ ਵਿੱਚ ਦਿਲਚਸਪੀ ਬਣੀ ਰਹਿੰਦੀ ਆ। ਵੱਡੀਆਂ ਖਬਰਾਂ ਪਤਾ ਨਹੀਂ ਕਿਹੜੀ ਮਿੱਟੀ ਥੱਲੇ ਦੱਬ ਜਾਂਦੀਆਂ, ਉਹਨਾਂ ਦਾ ਕੋਈ ਨਾਂ ਹੀ ਨਹੀਂ ਲੈਂਦਾ ਮੁੜ ਕੇ। ਇਦਾਂ ਹੀ ਹੁੰਦਾ ਅੱਜ ਕੱਲ੍ਹ ਪਿਛਲੇ 1.5-2 ਮਹੀਨਿਆਂ ਤੋਂ ਉਹ ਸ਼ੁਭਦੀਪ ਮੂਸੇਵਾਲੇ ਦਾ ਕਤਲ ਕੇਸ ਛਾਇਆ ਹੋਇਆ ਚਾਰੇ ਪਾਸੇ। ਬਾਕੀ ਸਮਾਜਿਕ ਮੁੱਦੇ ਜਿਹੜੇ ਆ ਉਹ ਕਿਤੇ ਨਾ ਕਿਤੇ ਗੌਣ ਹੋ ਜਾਂਦੇ ਆ ਇਹਨਾਂ ਸਾਰੇ ਮਸਲਿਆਂ 'ਚ, ਤੇ ਹੋ ਵੀ ਇੱਦਾਂ ਜਾਂਦੇ ਆ ਕਿ ਮੁੜ ਕੇ ਉਹਨਾਂ ਨੂੰ ਕੋਈ ਪਿੱਛੇ ਮੁੜ ਕੇ ਵੇਖਦਾ ਵੀ ਨਹੀਂ ਵੀ ਕੀ ਹੋਇਆ। ਬਹੁਤ ਸਾਰੇ ਮੁੱਦੇ ਇੱਦਾਂ। ਇਹ ਗੱਲ ਜਿਹੜੀ ਆ ਮੈਨੂੰ ਹਮੇਸ਼ਾ ਚੁੱਭਦੀ ਆ ਕਿ ਜਿਹੜੇ ਸਮਾਜ ਨਾਲ ਸਰੋਕਾਰ ਰੱਖਣ ਵਾਲੇ ਮੁੱਦੇ ਆ ਉਹਨਾਂ ਦੀ ਪੈਰਵਾਈ ਕਰਨਾ, ਉਹਨਾਂ ਨੂੰ ਬਾਰ-ਬਾਰ ਫਿਰ ਹਾਈਲਾਈਟ ਕਰਨਾ ਜਿਹੜਾ ਉਹ ਸਾਡਾ ਸਭ ਦਾ ਫਰਜ਼ ਆ, ਉਹ ਕਰਨਾ ਚਾਹੀਦਾ। ਪੱਤਰਕਾਰ ਵੀ ਸਿਰਫ ਉਹ ਖਬਰ ਚੁੱਕਦੇ ਜਿਹੜੀ ਚੱਲਦੀ ਆ, ਕਹਿੰਦੇ ਜੋ ਦਿਖਦਾ ਹੈ ਉਹ ਵਿਕਦਾ, ਤੇ ਉਹ ਵੇਚਣ ਵਾਲੀ ਦੁਕਾਨ ਬਣਾ ਲਈ ਆਪਾਂ ਸਾਰਿਆਂ, ਉਹਦੇ ਤੋਂ ਇਲਾਵਾ ਕੰਮ ਕੋਈ ਇੱਦਾਂ ਦਾ ਕਰਦੇ ਨਹੀਂ ਜੀ। ਗਿੱਲ ਸਾਹਿਬ, ਕਿਉਂਕਿ ਜਿਹੜੀ ਪੱਤਰਕਾਰ ਦਾ ਵਿੱਚ ਨਿਰੰਤਰਤਾ, ਜਿਹੜੇ ਲੋਕ ਮੁੱਦੇ ਨੇ, ਅਸਲ ਮੁੱਦੇ ਨੇ ਜਿਹੜੇ ਕਈ ਵਾਰ ਹੋਰ ਮੁੱਦਿਆਂ ਦੇ ਵਿੱਚ ਅਣਗੌਲੇ ਰਹਿ ਜਾਂਦੇ, ਭਾਵੇਂ ਕਿ ਕਿਉਂਕਿ ਮੀਡੀਆ ਲਾਈਨ ਦੇ ਵਿੱਚ ਤੁਹਾਨੂੰ ਪਤਾ TRP ਹੋਊਗੀ ਜੀ, ਤੇ ਨਾਲ ਜਿਹੜਾ ਜਿਵੇਂ ਤੁਸੀਂ ਆਖਿਆ ਜਿਹੜਾ ਦਿਖਦਾ ਉਹੀ ਵਿਕਦਾ। ਉਹ ਚੀਜ਼ਾਂ ਨੂੰ ਜਿਹੜੀ ਕਿ ਲੋਕ ਪਸੰਦ ਕਰਦੇ ਨੇ, ਕੋਈ ਲੋਕੀ ਜ਼ਿਆਦਾਤਰ ਅਜਿਹੀਆਂ ਚੀਜ਼ਾਂ ਪਸੰਦ ਕਰਦੇ ਨੇ ਜਿਹੜੀਆਂ ਕਈ ਵਾਰ ਅਸਲ ਮੁੱਦਿਆਂ ਤੋਂ ਦੂਰ ਹੁੰਦੀਆਂ। ਉਸ ਕਰਕੇ ਪੱਤਰਕਾਰਤਾ ਦਾ ਲਗਾਤਾਰ ਫਰਜ਼ ਬਣਦਾ ਜਿਹੜੇ ਅਹਿਮ ਮੁੱਦੇ ਨੇ ਉਹਨੂੰ ਅਣਗੌਲਿਆ ਨਾ ਕਰਨ, ਭਾਵੇਂ ਕਿ ਆਪਣੇ ਬੇਰੁਜ਼ਗਾਰੀ ਦਾ, ਕਿਸਾਨੀ ਦਾ ਮੁੱਦਾ, ਚੰਡੀਗੜ੍ਹ ਦਾ ਮੁੱਦਾ, ਆਪਣੀ ਪੰਜਾਬੀ ਯੂਨੀਵਰਸਿਟੀ ਦਾ ਮੁੱਦਾ ਜਾਂ BBMB ਦਾ ਮੁੱਦਾ, ਇਹ ਮੁੱਦੇ ਥੋੜੇ ਸਮੇਂ ਬਾਅਦੋਂ ਉੱਠ ਜਾਂਦੇ ਨੇ, ਫੇਰ ਬੰਦ ਹੋ ਜਾਂਦੇ ਨੇ। ਜਦੋਂ ਕੋਈ ਉੱਪਰੋਂ ਚਿੱਠੀ ਪੱਤਰ ਆਉਂਦਾ ਕੇਂਦਰ ਸਰਕਾਰ ਵੱਲੋਂ ਫੇਰ ਸ਼ੁਰੂ ਹੋ ਜਾਂਦੇ ਨੇ। ਇਹਨਾਂ ਚੀਜ਼ਾਂ ਤੇ ਲਗਾਤਾਰ ਕੰਮ ਕਰਨ ਦੀ ਲੋੜ ਆ, ਲਗਾਤਾਰ ਰਿਪੋਰਟਿੰਗ ਦੀ ਲੋੜ ਆ, ਤਾਂ ਜੋ ਇਹ ਮੁੱਦੇ ਇੱਕ ਲਹਿਰ ਬਣਨ ਤਾਂ ਉਹ ਹੱਲ ਹੋਣਗੇ। ਇਹ ਪੱਤਰਕਾਰਤੀ ਦੇ ਵਿੱਚ ਅਕਸਰ ਇਹ ਖਾਮੀ ਦੇਖੀ ਜਾਂਦੀ ਹੈ ਜਿਹੜੀ ਤੁਸੀਂ ਆਖ ਰਹੇ ਹੋ
ਵੀ ਅਸਲ ਮੁੱਦੇ ਜਿਹੜੇ ਕਿ ਛੋਟੇ-ਮੋਟੇ ਮੁੱਦਿਆਂ ਤੇ ਜਾਂ ਗੈਂਗਸਟਰਾਂ ਦੇ ਹੋਰ ਚੀਜ਼ਾਂ ਜਿਹੜੀਆਂ ਕਿ ਸਮਾਜ ਲਈ ਜਿੱਦਾਂ ਕੋਈ ਖਾਸ ਮਕਸਦ ਮਤਲਬ ਨਹੀਂ, ਉਹ ਚੀਜ਼ਾਂ ਉਛਾਲੀਆਂ ਜਾਂਦੀਆਂ, ਜਿਹੜੇ ਕਿ ਅਸਲ ਮੁੱਦੇ ਨੇ ਉਹ ਲੁਕੇ ਰਹਿ ਜਾਂਦੇ ਨੇ। ਇਸ ਚੀਜ਼ ਵੱਲ ਸਾਡੇ ਸਾਰਿਆਂ ਦੀ ਜ਼ਿੰਮੇਵਾਰੀ ਬਣਦੀ ਆ, ਖਾਸ ਕਰਕੇ ਮੀਡੀਆ ਦੀ, ਕਿਉਂਕਿ ਮੀਡੀਆ ਨੂੰ ਦੇਖ ਕੇ ਆਮ ਬੰਦਿਆਂ ਦੀ ਸੋਚ ਬਣਦੀ ਆ। ਕਿਉਂਕਿ ਮੀਡੀਆ 'ਚ ਐਡੀ ਵੱਡੀ ਪਾਵਰ ਆ, ਲਗਾਤਾਰ ਇੱਕ ਚੀਜ਼ ਆਪਾਂ ਵਾਰ-ਵਾਰ ਦੇਖਾਂਗੇ ਤਾਂ ਇੱਕ ਸਿਆਣਾ ਬੰਦਾ ਵੀ ਪ੍ਰਭਾਵਿਤ ਹੁੰਦਾ, ਤੇ ਇਸ ਕਰਕੇ ਸਾਨੂੰ ਸਟੀਕ ਜਾਣਕਾਰੀ ਦੇਣੀ ਬਣਦੀ ਹੈ। ਖਰੋੜ ਸਾਹਿਬ, ਪਟਿਆਲੇ 'ਚ ਘਟਨਾਕ੍ਰਮ ਹੋਇਆ ਸੀ ਕਾਲੀ ਮਾਤਾ ਦੇ ਮੰਦਿਰ ਵਾਲਾ, ਕਦੀ ਖਬਰ ਨਹੀਂ ਆ ਰਹੀ ਉੱਥੇ ਕੀ ਹੋਇਆ, ਉਹਨਾਂ ਦੀਆਂ ਪੇਸ਼ੀਆਂ ਭੁਗਤੀਆਂ, ਉਹ ਬੰਦੇ ਛੁੱਟ ਗਏ, ਅੰਦਰ ਆ, ਕੀ ਹੋਇਆ ਨਹੀਂ ਹੋਇਆ, ਉਹਨੂੰ ਫਾਲੋ ਅਪ ਹੀ ਨਹੀਂ ਕਰਿਆ ਕਿਸੇ ਨੇ। ਬਸ ਇੱਕ ਵਾਰੀ ਖਬਰ ਆਉਂਦੀ ਆ, ਉਹ 2 ਦਿਨ ਚੱਲਦੀ ਖਤਮ ਹੋ ਜਾਂਦੀ ਆ। ਮੱਤੇ ਵਾਲਾ ਜੰਗਲ ਦੀ ਆਪਾਂ ਖਬਰ ਆਪਾਂ ਸਾਰਿਆਂ ਨੇ ਕੀਤੀ ਆ, ਆਪਾਂ ਪ੍ਰੋਗਰਾਮ ਕੀਤਾ ਸੀ ਸਪੈਸ਼ਲ ਉੱਤੇ, ਤੁਹਾਨੂੰ ਯਾਦ ਹੋਣਾ ਜੀ। ਅੱਛਾ, ਹੁਣ ਉਹ ਏਡਾ ਵੱਡਾ ਟੈਕਸਟਾਈਲ ਪਾਰਕ ਵਾਲਾ ਪ੍ਰੋਜੈਕਟ ਸਾਡੇ ਕੋਲ ਰਹੇਗਾ ਜਾਂ ਨਹੀਂ? ਮੈਂ ਮੰਤਰੀ ਜੀ ਨੂੰ ਲਿਆਂਦਾ ਸੀ 3-4 ਦਿਨ ਪਹਿਲਾਂ, ਕੁਲਦੀਪ ਧਾਲੀਵਾਲ ਰਾਣਾ ਨੂੰ, ਉਹਨਾਂ ਨਾਲ ਖੁੱਲ੍ਹ ਕੇ ਗੱਲਾਂ ਟੀਵੀ ਤੇ ਵੀ ਹੋਈਆਂ ਤੇ ਆਫ ਦੀ ਰਿਕਾਰਡ ਵੀ ਹੋਈਆਂ। ਉਹ ਮੱਤੇਵਾੜੇ ਦਾ ਜਿਹੜਾ ਜੰਗਲ 'ਚੋਂ ਤੇ ਅਸੀਂ ਆ ਕਹਿ ਦਿੱਤਾ ਕਿ ਅਸੀਂ ਜੰਗਲ ਬਚਾ ਲਿਆ, ਪਾਣੀ ਬਚਾ ਲਿਆ, ਸਤਲੁਜ ਦਾ এনवायरमेंट ਬਚਾ ਲਿਆ, ਪਰ ਬੇਰੁਜ਼ਗਾਰੀ ਜਿਹੜਾ ਮੁੱਦਾ ਉਹ ਬਹੁਤ ਵੱਡਾ ਮੂੰਹ ਅੱਡ ਕੇ ਖੜਾ ਸਾਡੇ ਨੌਜਵਾਨਾਂ ਦੇ ਸਾਹਮਣੇ। ਸਭ ਤੋਂ ਵੱਡਾ ਮੁੱਦਾ ਬੇਰੁਜ਼ਗਾਰੀ ਆ। এনवायरमेंट ਦੂਜੀਆਂ ਤੀਜੀਆਂ ਚੀਜ਼ਾਂ ਸੈਕੰਡਰੀ ਹੋ ਜਾਂਦੀਆਂ ਨੇ ਜਦੋਂ ਪੇਟ ਦੀ ਭੁੱਖ ਨਹੀਂ ਮਿਟਦੀ। ਜੇ ਢਿੱਡਾਂ ਦੇ ਪੇਟ ਨਾ ਪਈਆਂ ਰੋਟੀਆਂ ਤੇ ਸਭੇ ਗੱਲਾਂ ਖੋਟੀਆਂ, ਤੇ ਉਹਨਾਂ ਚਿਰ ਕੋਈ ਹੋਰ ਗੱਲ ਅਹਿਮੀਅਤ ਨਹੀਂ ਰੱਖਦੀ ਜਿੰਨਾ ਚਿਰ ਤੁਹਾਡਾ ਪੇਟ ਭਰ ਰੋਟੀ ਨਹੀਂ ਮਿਲਦੀ। ਤੇ ਜਿਹੜਾ ਐਡਾ ਵੱਡਾ ਪ੍ਰੋਜੈਕਟ ਮਿਲਣਾ ਸੀ ਪੰਜਾਬ ਨੂੰ, ਉਹਦੇ ਬਾਰੇ ਕੋਈ ਅਖਬਾਰ, ਕੋਈ ਚੈਨਲ ਕੋਈ ਗੱਲ ਨਹੀਂ ਕਰ ਰਿਹਾ ਕਿ ਪੰਜਾਬ ਗਵਰਨਮੈਂਟ ਪਰਸਿਊ ਕਰ ਰਹੀ ਆ, ਉਹਨੂੰ ਕੋਈ ਬਦਲਣਾ ਪ੍ਰਬੰਧ ਕਰ ਰਹੀ ਆ। ਬਹੁਤ ਸਾਰੀਆਂ ਜਗ੍ਹਾ ਪਈਆਂ ਨੇ, ਅਸੀਂ ਬਾਰ-ਬਾਰ ਮੁੱਦੇ ਠਾਏ ਆ। ਮੈਂ ਸੁਸ਼ੀਲ ਰਾਣਾ ਵੀ ਗੱਲ ਕਰਦਾ ਇੱਥੇ, ਸਾਡੇ ਕੋਲ 1000 ਏਕੜ ਜਗ੍ਹਾ ਦੇਣੀ ਆ ਤੇ 1000 ਏਕੜ ਜਗ੍ਹਾ 500 ਏਕੜ ਦੇ ਕਰੀਬ ਜਗ੍ਹਾ ਤੇ ਓਸੀਐਮ ਮਿਲਦੀ ਪਈ ਆ, ਧਾਰੀਵਾਲ ਮਿਲਦੀ ਪਈ ਆ। ਅਸੀਂ ਉੱਥੇ ਪ੍ਰੋਜੈਕਟ ਕਿਉਂ ਨਹੀਂ ਲਵਾਉਂਦੇ? ਤੇ ਫਿਰ ਸਾਡੀ ਜਿਹੜੀ ਸਟੇਟ ਦੀ ਗਵਰਨਮੈਂਟ ਆ ਉਹ ਕਿੰਨੀ ਇੱਕ ਗੰਭੀਰ ਆ ਉਸ ਪ੍ਰੋਜੈਕਟ ਨੂੰ ਦੁਬਾਰਾ ਪੰਜਾਬ 'ਚ ਲੈ ਕੇ ਆਉਣ ਲਈ, ਕਿਉਂਕਿ ਬੇਰੁਜ਼ਗਾਰੀ ਇੱਕ ਬੜਾ ਵੱਡਾ ਮੁੱਦਾ। ਸਾਨੂੰ ਇੰਡਸਟਰੀ ਦੀ ਲੋੜ ਆ, ਸਾਡੀ ਇੰਡਸਟਰੀ ਸਾਰੀ ਖੁੱਸ ਗਈ ਆ। ਸਾਡੇ ਕੋਲ ਬਟਾਲਾ ਖਾਲੀ ਹੋ ਗਿਆ, ਗੋਬਿੰਦਗੜ੍ਹ ਖੰਨਾ ਖਾਲੀ ਹੋ ਗਿਆ, ਗੁਰਾਇਆ ਟੋਕਾ, ਮੈਨੂੰ ਯਾਦ ਹੈ ਗੁਰਾਇਆ ਤੋਂ ਮਾਝੇ ਤੱਕ ਟੋਕੇ ਲੈ ਕੇ ਜਾਂਦੇ ਸੀ ਪੱਠੇ ਕੁਤਰਨ ਵਾਲੇ। ਥ੍ਰੈਸ਼ਰ ਕਿੱਥੋਂ ਤਲਵੰਡੀ ਭਾਈ ਤੋਂ ਬਣ ਕੇ ਆਉਂਦੇ ਸੀਗੇ, ਬਠਿੰਡੇ ਤੱਕ ਜਾ ਕੇ ਲਿਆਉਂਦੇ ਸੀ। ਮੇਰੇ ਫਾਦਰ ਇੱਕ ਨਿੱਕਾ ਜਿਹਾ ਥ੍ਰੈਸ਼ਰ ਬਹੁਤ ਸਾਲ ਪਹਿਲਾਂ ਜਦੋਂ ਮੈਂ ਸਕੂਲ ਨਿੱਕਾ ਜਿਹਾ ਨਿਆਣਾ ਸੀ, ਉਹ ਕਈ ਦਿਨ ਬਹਿ ਕੇ ਉੱਥੇ ਬਣਾਉਂਦੇ ਰਹੇ, ਤਲਵੰਡੀ ਭਾਈ ਤੋਂ ਲੈ ਕੇ ਆਏ ਬਣਵਾ ਕੇ ਬਹਿ ਕੇ। ਸੋ ਉਹ ਸਾਰੀ ਇੰਡਸਟਰੀ ਜਿਹੜੀ ਆ ਹੌਲੀ ਹੌਲੀ ਸਾਡੇ ਹੱਥੋਂ ਨਿਕਲ ਗਈ। ਤੇ ਜੇ ਕੋਈ ਵੱਡੀ ਇੰਡਸਟਰੀ ਆ ਰਹੀ ਸੀ, ਠੀਕ ਹੈ, ਅਸੀਂ ਬੜਾ ਵੱਡਾ ਮਾਰਕਾ ਮਾਰਿਆ, ਅਸੀਂ ਜੰਗਲ ਬਚਾ ਲਏ, এনवायरमेंट ਬਚਾ ਲਿਆ, ਪਾਣੀ ਬਚਾ ਲਿਆ, ਜ਼ਮੀਨ ਬਚਾ ਲਈ, ਪਰ ਨਿਆਣੇ ਵੀ ਤੇ ਬਚਾਉਣੇ ਆ ਨਾ, ਉਹਨਾਂ ਨੂੰ ਰੋਟੀ ਪਾਣੀ ਵੀ ਤੇ ਦੇਣਾ ਨਾ। ਉਹਦੇ ਲਈ ਕਿਉਂ ਨਹੀਂ ਕੋਈ ਐਫਰਟ ਹੋ ਰਹੀ? ਜੇ ਸਰਕਾਰ ਨਹੀਂ ਕਰਦੀ ਤੇ ਅਸੀਂ ਉਹ ਖਬਰ ਨੂੰ ਬਾਰ-ਬਾਰ ਲਿਆ ਕੇ ਸਾਹਮਣੇ ਕਿਉਂ ਨਹੀਂ ਰੱਖਦੇ? ਫਿਰ ਪੱਤਰਕਾਰਤਾ ਦੀ ਸਵਾਲ ਹੈ। ਗਿੱਲ ਸਾਹਿਬ ਦੇਖੋ, ਪੱਤਰਕਾਰਤਾ ਦੇ ਵਿੱਚ ਵੀ ਮੈਨੂੰ ਜਿਵੇਂ ਲੱਗਦਾ ਹੁੰਦਾ ਸਮੇਂ-ਸਮੇਂ ਤੇ ਜਿਹੜੇ ਇੱਕ ਵਰਕਸ਼ਾਪ ਹੁੰਦੀ ਹੈ, ਜਿਹੜੇ ਸੀਨੀਅਰ ਜਰਨਲਿਸਟ ਹੁੰਦੇ ਨੇ ਜੀ, ਉਹਨਾਂ ਨੂੰ ਇਹ ਚੀਜ਼ਾਂ ਜਾਂ ਅਖਬਾਰਾਂ ਜਾਂ ਵੱਡੇ ਅਦਾਰੇ ਇੱਕ ਜਿਹੜੀ ਟ੍ਰਾਇਲ ਜਾਂ ਇੰਟਰ ਸਟੇਟ ਹੋ ਗਿਆ ਜਾਂ ਇੰਟਰ ਕੰਟਰੀ ਹੋ ਗਿਆ, ਇੱਕ ਸੈਮੀਨਾਰ ਹੋਣੇ ਬੜੇ ਜ਼ਰੂਰੀ ਨੇ। ਕਿਉਂਕਿ ਉਸ ਵੇਲੇ ਜਦੋਂ ਵਿਚਾਰਾਂ ਦਾ ਆਦਾਨ ਪ੍ਰਦਾਨ ਹੁੰਦਾ, ਕਈ ਚੀਜ਼ਾਂ ਇੱਕ ਦੂਜੇ ਤੋਂ ਆਪਾਂ ਸਿੱਖਦੇ ਹਾਂ, ਪਰ ਕਈ ਵਾਰ ਇਹ ਚੀਜ਼ਾਂ ਅਣਗੌਲਿਆ ਕਰਕੇ ਜਾਂ ਸਮੇਂ-ਸਮੇਂ ਤੇ ਹਰ ਇੱਕ ਬੰਦੇ ਨੂੰ ਤੁਹਾਨੂੰ ਪਤਾ ਟ੍ਰੇਨਿੰਗ ਦੀ ਲੋੜ ਹੁੰਦੀ ਆ, ਇਹ ਚੀਜ਼ਾਂ ਨੂੰ ਅਣਗੌਲਿਆ ਨਹੀਂ ਕਰਨਾ ਚਾਹੀਦਾ ਵੀ ਇਸ ਵੇਲੇ ਜਿਹੜੇ ਅਸਲ ਮੁੱਦੇ ਨੇ ਉਹਨੂੰ ਕਿੱਦਾਂ ਉਠਾਉਣਾ। ਪਰ ਦੂਜੇ ਪਾਸੇ ਕਿ ਮੀਡੀਆ ਅਦਾਰਿਆਂ ਦੇ ਇਹ ਵੀ ਮਜਬੂਰੀ ਬਣਦੀ ਹੈ, ਸਰਕਾਰ ਦੇ ਨਾਲ ਚੱਲਣਾ ਹੁੰਦਾ, ਤੇ ਜਦੋਂ ਕੋਈ ਅਹਿਮ ਘਟਨਾ ਹੁੰਦੀ ਹੈ ਤੇ ਲੋਕ ਉਸ ਨੂੰ ਪਸੰਦ ਕਰਦੇ ਨੇ। ਕਿ ਜਦੋਂ ਕਰੰਟ ਮੁੱਦਾ ਕੋਈ ਹੋਰ ਚੱਲ ਰਿਹਾ, ਆਪਾਂ ਗੱਲ ਕਿਸੇ ਹੋਰ ਮੁੱਦੇ ਦੀ ਕਰਦੇ ਆ, ਤਾਂ ਲੋਕੀ ਉਸ ਚੈਨਲ ਨੂੰ ਜ਼ਿਆਦਾ ਦੇਖਣਾ ਪਸੰਦ ਨਹੀਂ ਕਰਦੇ। ਤਾਂ ਕਰਕੇ ਮੀਡੀਆ ਨੂੰ ਹੁੰਦਾ ਵੀ ਸਰ ਸਾਡਾ ਚੈਨਲ ਦੇਖਣ ਦੀ ਬਜਾਏ ਅਸੀਂ ਦੂਜੇ ਪਾਸੇ ਚੱਲੀਏ। ਪਰ ਜਿਹੜੇ ਅਹਿਮ ਮੁੱਦੇ ਨੇ ਉਹ ਅਣਗੌਲਿਆ ਕਰਨਾ ਸਾਡੇ ਦੀ, ਮੇਰੇ ਖਿਆਲ 'ਚ ਕਿ ਮੀਡੀਆ ਦੀ ਤਰਾਸ਼ਦੀ ਆ, ਉਹ ਨਹੀਂ ਹੋਣੀ ਚਾਹੀਦੀ। ਇਸ ਮਸਲੇ ਪ੍ਰਤੀ ਸਾਨੂੰ ਸਾਰਿਆਂ ਨੂੰ ਸੁਹਿਰਦ ਹੋਣਾ ਚਾਹੀਦਾ। ਜਿਵੇਂ ਤੁਸੀਂ ਪੰਜਾਬ 'ਚ ਬੇਰੁਜ਼ਗਾਰੀ ਦਾ ਅਹਿਮ ਮੁੱਦਾ, ਭਾਵੇਂ ਕਿ ਆਪਾਂ ਟੋਟਲੀ ਸਰਕਾਰਾਂ ਤੇ ਇਸ ਨੂੰ ਜ਼ਿੰਮੇਵਾਰ ਨਹੀਂ ਕਹਿ ਸਕਦੇ, ਜਦੋਂ ਤੱਕ ਸਾਡੇ ਯੂਥ ਨੂੰ ਹੁਣ ਏਦਾਂ ਲੱਗਦਾ ਵੀ ਅਸੀਂ ਵਿਦੇਸ਼ਾਂ ਚਲੇ ਗਏ, ਪਤਾ ਨਹੀਂ ਸਾਡੇ ਸਾਰੇ ਮਸਲੇ ਹੱਲ ਹੋ ਜਾਣਗੇ। ਜਦੋਂ ਤੱਕ ਸਾਡੇ ਯੂਥ ਆ ਉਹ ਆਪਣੇ ਸੁਪਨੇ ਮੁਤਾਬਕ ਇੱਥੇ ਕੰਮ ਨਹੀਂ ਕਰੂਗਾ, ਇੱਥੇ ਏਦਾਂ ਦਾ ਮਾਹੌਲ ਨਹੀਂ ਬਣਾਊਗਾ ਜਾਂ ਆਪ ਕੋਸ਼ਿਸ਼ ਨਹੀਂ ਕਰੂਗਾ, ਤੇ ਸਰਕਾਰਾਂ ਉਸ ਨੂੰ ਇੱਕ ਸਹਾਰਾ ਦੇ ਸਕਦੀਆਂ ਨੇ, ਪਰ ਹਰ ਇੱਕ ਬੰਦੇ ਨਾਲ ਸਰਕਾਰ ਇੱਕ ਬੰਦਾ ਨਹੀਂ ਲਗਾ ਸਕਦੀ ਵੀ ਤੂੰ ਇਹ ਕੰਮ ਕਰ ਲਾ। ਇਸ ਨਾਲ ਸਾਡੀ ਸਿੱਖਿਆ ਪ੍ਰਣਾਲੀ ਨੂੰ ਵੀ ਅਹਿਮ
ਕਿ ਜਿਹੜੇ ਸਾਡੇ ਹੱਥੀਂ ਕੰਮ ਕਰਨ ਵਾਲੇ ਪੁਰਾਣੀਆਂ ਚੀਜ਼ਾਂ ਨੇ ਉਹਨਾਂ ਨੂੰ ਉਜਾਗਰ ਕਰਨਾ, ਲਘੂ ਉਦਯੋਗ, ਛੋਟੇ ਕਾਰਖਾਨੇ ਖੇਤੀ ਨਾਲ ਜੋੜ ਕੇ ਅਹਿਮ ਚੀਜ਼ਾਂ ਦਾ ਸ਼ੁਰੂਆਤ ਕਰਨੀ ਪਊਗੀ। ਨਹੀਂ ਤਾਂ ਸਾਡੀ ਬੇਰੁਜ਼ਗਾਰੀ ਦੀ ਦਰ ਦਿਨੋਂ ਦਿਨ ਵੱਧਦੀ ਜਾ ਰਹੀ ਹੈ ਤੇ ਸਾਡਾ ਨੌਜਵਾਨ ਨੂੰ ਸਿਰਫ ਇੱਕੋ ਰਸਤਾ ਦਿਖ ਰਿਹਾ ਵੀ ਵਿਦੇਸ਼ਾਂ 'ਚ ਜਾ ਕੇ ਅਸੀਂ ਸੈੱਟ ਹੋ ਜਾਵਾਂਗੇ। ਪਰ ਉੱਥੇ ਵੀ ਤੁਹਾਨੂੰ ਪਤਾ ਗਿੱਲ ਸਾਹਿਬ, ਤੁਸੀਂ ਉਸ ਵਿਕਾਸਸ਼ੀਲ ਦੇਸ਼ਾਂ 'ਚ ਰਹਿੰਦੇ ਹੋ, ਉੱਥੇ ਵੀ ਇੰਨਾ ਸੌਖਾ ਨਹੀਂ ਵੀ ਜਿਹੜੇ ਕਿ ਲੋਕੀ ਇੱਥੋਂ ਦੇਖਦੇ ਨੇ। ਇਸ ਬਾਰੇ ਮੈਂ ਚਾਹੁੰਦਾ ਗਿੱਲ ਸਾਹਿਬ ਤੁਸੀਂ ਥੋੜਾ ਜਿਹਾ ਇਸ ਬਾਰੇ ਸਪਸ਼ਟ ਕਰੋ ਵੀ ਇੱਥੇ ਕਿੱਦਾਂ ਦੀ ਲਾਈਫ ਹੈ। ਬਿਲਕੁਲ ਲਾਈਫ ਬਹੁਤ, ਤੁਸੀਂ ਜਿਵੇਂ ਆਪ ਹੀ ਕਹਿ ਰਹੇ ਹੋ, ਬਹੁਤ ਟਫ ਲਾਈਫ ਹੈ। ਇੱਥੇ ਦਾ ਸਿਸਟਮ ਜਿਹੜਾ, ਦੇਖੋ ਆਪਾਂ ਜੋ ਮਰਜ਼ੀ ਕਹੀਏ, ਆਪਾਂ ਸਾਰੇ ਜਿਹੜੇ ਆ ਉਹ ਇੱਕ ਤਰ੍ਹਾਂ ਦੇ ਕਾਰਪੋਰੇਟ ਦੇ ਅਧਿਕਾਰ ਖੇਤਰ, ਜਿਸ ਤਰ੍ਹਾਂ ਦਾ ਸਾਮਰਾਜੀ ਢਾਂਚਾ, ਉਹਦੇ ਵਿੱਚ ਹੀ ਜੀ ਰਹੇ ਆ। ਇਹਨਾਂ ਮੁਲਕਾਂ ਦੇ ਵਿੱਚ ਲੰਬੀਆਂ ਲੜਾਈਆਂ ਲੜਨ ਤੋਂ ਬਾਅਦ ਕੁਝ ਜਿਹੜੇ ਆ ਸੋਸ਼ਲ ਰਿਫਾਰਮ ਹੋਏ ਨੇ, ਔਰ ਕੁਝ ਇੱਕ ਸੋਵੀਅਤ ਯੂਨੀਅਨ ਦੇ ਤਾਕਤ 'ਚ ਆਉਣ ਤੋਂ ਬਾਅਦ ਜਿਹੜੇ ਕੈਪੀਟਲਿਸਟ ਸਿਸਟਮ ਸੀ ਉਹਨੂੰ ਆਪਣੇ ਲੋਕਾਂ ਨੂੰ ਨਾਲ ਜੋੜੀ ਰੱਖਣ ਲਈ ਸਾਰੇ ਹੀ ਉਹ ਸਕੀਮਾਂ ਜਿਹੜੀਆਂ ਸੋਸ਼ਲਿਸਟ ਕਹਿੰਦੇ ਹੁੰਦੇ ਸੀ ਚੁੱਕ ਕੇ ਇੱਥੇ ਲਿਆਉਣੀਆਂ ਪਈਆਂ। ਇੱਥੇ ਆ ਕੇ ਹੁਣ ਲੋਕਾਂ ਦੀ ਸੇਫਟੀ ਵਾਸਤੇ, ਲੋਕਾਂ ਦੇ ਜਿਹੜੀ ਆ ਸਿਕਿਉਰਿਟੀ ਵਾਸਤੇ ਤੇ ਨਾਲ ਦੀ ਨਾਲ ਲੋਕਾਂ ਦੀ ਇਕਨੋਮੀ ਵਾਸਤੇ ਸਰਕਾਰਾਂ ਬੇਹੱਦ ਗੰਭੀਰਤਾ ਨਾਲ ਧਿਆਨ ਕਰਦੀਆਂ, ਜਿਹੜੇ ਅੰਡਰ ਡਿਵੈਲਪ ਮੁਲਕ ਨੇ ਉਹਨਾਂ ਵਿੱਚ ਨਹੀਂ ਕੀਤਾ ਜਾਂਦਾ। ਇਹਦੇ ਬਾਵਜੂਦ ਇਹਨਾਂ ਮੁਲਕਾਂ ਵਿੱਚ ਵੀ ਜ਼ਿੰਦਗੀ ਬੜੀ ਦੌੜ, ਜਿਹਨੂੰ ਰੈਟ ਰੇਸ ਕਹਿੰਦੇ ਆ, ਉਹਦੇ ਵਿੱਚ ਅਸੀਂ ਸਾਰੇ ਸ਼ਾਮਲ ਆ। ਇੱਕ ਵਾਰੀ ਤੁਸੀਂ ਘਰ ਲੈ ਲੈਂਦੇ ਹੋ ਟੋਰਾਂਟੋ 'ਚ ਤੇ ਤੁਸੀਂ 40 ਸਾਲ ਮੁੜ ਕੇ ਉਹਦਾ ਕਰਜ਼ਾ ਲਾਉਂਦੇ ਮਰ ਜਾਂਦੇ ਹੋ। ਸਾਰਾ ਟੱਬਰ ਕਿੱਲੀ ਤੇ ਟੰਗਿਆ ਜਾਂਦਾ ਉਸ ਦਿਨ ਤੋਂ ਬਾਅਦ। ਇੰਡੀਆ ਆਉਣ ਦੇ ਚੱਕਰ ਵੀ ਭੁੱਲ ਜਾਂਦੇ ਆ, ਪਤਾ 2 ਮਹੀਨੇ ਚੱਲ ਗਏ ਤੇ ਪਿੱਛੋਂ ਸਾਡੀ ਮੌਰਗੇਜ ਨਹੀਂ ਲੱਥਣੀ। ਸੋ ਹਾਲਾਤ ਇੱਥੇ ਵੀ ਇੰਨੇ ਸੁਖਾਲੇ ਨਹੀਂ ਆ। ਵੇਖਣ ਨੂੰ ਲੱਗਦਾ ਠੀਕ ਹੈ, ਪੁਲਿਸ ਦੀ ਦਖਲਅੰਦਾਜ਼ੀ ਨਹੀਂ, ਕਿਸੇ ਪੋਲੀਟੀਕਲ ਬੰਦੇ ਦੀ ਲੋੜ ਨਹੀਂ ਪੈਂਦੀ, ਆਪਣੇ ਕੰਮ ਨਾਲ ਕਰੋ, ਕੰਮ ਕਰੋ ਤੇ ਆਰਾਮ ਨਾਲ 2 ਦਿਨ ਜਿਹੜਾ ਉਹ ਸੁੱਖ ਭੋਗੋ। ਇਸ ਸਮਾਜ 'ਚ ਇਹੋ ਹੀ ਕੁਝ ਆ ਵੀ 5 ਦਿਨ ਨਿੱਠ ਕੇ ਕੰਮ ਕਰੋ, 2 ਦਿਨ ਰੱਜ ਕੇ ਖਾਓ ਤੇ ਫਿਰ ਸੋਮਵਾਰ ਖਾਲੀ ਹੱਥੀਂ ਫਿਰ ਮੁੜ ਤੋਂ ਉਸੇ ਕੰਮ ਤੇ ਜਾ ਲੱਗੋ ਜਿੱਥੇ ਤੁਹਾਨੂੰ ਲਾਇਆ ਗਿਆ। 2 ਖਬਰਾਂ ਹੋਰ ਕਰ ਲਈਏ। ਮੇਰੇ ਖਿਆਲ ਇਹ ਸਿਸਟਮ ਤੇ ਬਹੁਤ ਵੱਡੀ ਡਿਬੇਟ ਹੈ, ਕਦੀ ਇੱਥੇ ਗੱਲ ਕਰਾਂਗੇ ਆਪਾਂ, ਬੜੀ ਵੱਡੀ ਡਿਬੇਟ ਆ। 2 ਗੱਲਾਂ ਮੈਂ ਤੁਹਾਨੂੰ ਖਬਰਾਂ ਹੋਰ ਕਰਨੀਆਂ। ਇੱਕ ਖਬਰ ਤੇ ਇਹ ਕਰਨੀ ਆ, ਪੰਚਾਇਤੀ ਜ਼ਮੀਨਾਂ ਛਡਾਉਣ ਦਾ ਬੜਾ ਵੱਡਾ ਹਮਲਾ ਮਾਰਿਆ ਸੀ ਸਾਡੇ ਪੰਚਾਇਤ ਮੰਤਰੀ ਨੇ, ਤੇ ਉਸ ਮੇਰੇ ਖਿਆਲ ਇਸ ਗੱਲ ਤੋਂ ਖੁਸ਼ ਹੋ ਕੇ ਉਹਨਾਂ ਨੂੰ ਬੜਾ ਵੱਡਾ ਖੇਤੀਬਾੜੀ ਮਹਿਕਮਾ ਵੀ ਮਿਲ ਗਿਆ। ਉਹ ਮੈਨੂੰ ਦੱਸਦੇ ਸੀ ਆਫ ਦੀ ਰਿਕਾਰਡ ਕਿ ਅੱਧੀ ਸਰਕਾਰ ਮੇਰੇ ਉੱਤੇ ਪਈ ਹੋਈ ਆ। ਮੈਂ ਕਿਹਾ ਕੋਈ ਨਹੀਂ, ਬਥੇਰਾ ਕੱਦ ਮਹਾਰਾਜ ਨੇ ਲੰਬਾ ਦਿੱਤਾ, ਭਾਰ ਚੁੱਕ ਲਓ। ਜੇ ਇੱਕ ਸਮੇਂ ਨੇ ਤੁਹਾਨੂੰ ਮੌਕਾ ਦਿੱਤਾ ਤੇ ਫਿਰ ਇਤਿਹਾਸ ਸਿਰਜਣ ਦਾ ਸਮਾਂ। ਹੁਣ ਖਬਰ ਇਹ ਆ ਰਹੀ ਆ, ਬੜੇ ਲੋਕੀ ਇਤਰਾਜ਼ ਕਰ ਰਹੇ ਸੀ ਕਿ ਜਿੱਥੇ ਵੱਡੇ ਲੋਕਾਂ ਦੀਆਂ ਜ਼ਮੀਨਾਂ ਨੇ ਚੰਡੀਗੜ੍ਹ ਦੇ ਨਾਲ ਲੱਗਦੀਆਂ, ਉਧਰ ਨੂੰ ਨਹੀਂ ਗਏ, ਸਿਰਫ 29 ਕਿੱਲੇ ਛਡਾ ਕੇ ਮੁੜ ਕੇ ਉਧਰ ਤੁਰ ਪਏ। ਤੇ ਹੁਣ ਇੱਕ ਖਬਰ ਜ਼ਰੂਰ ਹੈ ਪਰ ਚੈਨਲਾਂ ਤੇ ਨਹੀਂ ਬਹੁਤੀ ਚੱਲੀ। ਕੱਲ ਜਿਹੜਾ ਤੁਹਾਡਾ ਲੰਘ ਗਿਆ, ਸਾਡਾ ਜੇ ਮੁੱਕਿਆ ਨਹੀਂ, 125 ਕਿੱਲੇ ਸੀਸਵਾਂ ਦੇ ਲਾਗੋ ਚਾਗੋਂ ਖਾਲੀ ਕਰਾਈ ਹੈ ਜ਼ਮੀਨ। ਬੜੀ ਭਾਰੀ ਫੋਰਸ ਤੇ ਬੜਾ ਵੱਡਾ ਪ੍ਰਬੰਧ ਸੀਗਾ। ਉਹ ਖਬਰ ਕਿਤੇ ਬਹੁਤੀ ਹਾਈਲਾਈਟ ਨਹੀਂ ਹੋਈ। ਉਹ ਜ਼ਮੀਨ ਕਿਹਦੀ ਸੀ? ਸੀਸਵਾਂ ਫਾਰਮ ਦੇ ਆਲੇ ਦੁਆਲੇ ਆ ਤੇ ਫਿਰ ਕਿਸੇ ਚੰਗੇ ਤਕੜੇ ਵਿਅਕਤੀ ਦੀ ਹੋਊਗੀ, ਤੁਹਾਡੇ ਮੇਰੇ ਵਰਗੇ ਦੀ ਤੇ ਨਹੀਂ ਨਾ ਉੱਥੇ ਹੋ ਸਕਦੀ, ਕੋਈ ਖਾਸ ਹੀ ਵਿਅਕਤੀ ਹੋਊ। ਪਰ ਉਹ ਖਬਰ ਨਾ ਸਰਕਾਰੀ ਪੱਖ ਤੋਂ ਪ੍ਰਚਾਰੀ ਗਈ ਆ ਤੇ ਨਾ ਹੀ ਕਿਤੇ ਇਹਦੇ ਬਾਰੇ ਨਾ ਥੇ ਸਾਡੇ ਸਾਹਮਣੇ ਆਇਆ। ਪਰ ਕਿਹਾ ਗਿਆ ਕਿ ਕੱਲ 125 ਕਿੱਲੇ ਜ਼ਮੀਨ ਜਿਹੜੀ ਆ ਉਹ ਜ਼ਬਰਦਸਤ ਜਿਹੜਾ ਟਕਰਾਓ ਟਾਲਦਿਆਂ ਹੋਇਆ ਭਾਰੀ ਫੋਰਸ ਲੈ ਕੇ ਉਹ ਜ਼ਮੀਨ ਖਾਲੀ ਕਰਾਈ। ਹੁਣ ਇਹ ਨਹੀਂ ਪਤਾ ਕਿਹਦੀ ਕਰਾਈ, ਤੇ ਤੁਹਾਡੇ ਕੋਲ ਆਇਆ ਤਾਂ ਦੱਸ ਦਿਓ। ਗਿੱਲ ਸਾਹਿਬ, ਇਹ ਤਾਂ ਜਦੋਂ ਲੱਗਦਾ ਵੀ ਰਸੂਖਵਾਨਾਂ ਦੀ ਜ਼ਮੀਨ ਤੇ ਆਮ ਕਰਕੇ ਤੁਹਾਨੂੰ ਪਤਾ ਵੀ ਆਪਣੇ ਦੇਸ਼ ਜਾਂ ਪੰਜਾਬ ਦੇ ਵਿੱਚ ਸਿਰਫ ਇਹੋ ਵੱਖਾ ਜੀ, ਆਮ ਬੰਦੇ ਨੇ ਤਾਂ ਕੋਈ ਛੋਟਾ ਜਿਹਾ ਪਰਚਾ ਵੀ ਹੋ ਜੇ ਉਹਦੇ ਨਾਮ ਉਜਾਗਰ ਕੀਤੇ ਜਾਂਦੇ ਨੇ। ਜਿਹੜਾ ਵੱਡਾ ਬੰਦਾ ਉਹਦੇ ਕੋਲ ਕੋਈ ਵੱਡੀ ਕਾਰਵਾਈ ਵੀ ਹੋ ਜੇ, ਮੈਂ ਦੇਖਿਆ ਕਈ ਵਾਰ ਪੁਲਿਸ ਵੱਲੋਂ ਵੀ ਉਹਨਾਂ ਦੇ ਪਰਚੇ ਦੇ ਵਿੱਚ ਨਾਂ ਕੱਟੇ ਹੁੰਦੇ। ਤੇ ਇਸੇ ਕਰਕੇ ਜਿਹੜੀ ਵੱਡੀ ਕਾਰਵਾਈ ਸੀ, ਇਹ ਹੈਰਾਨੀ ਦੀ ਗੱਲ ਆ, ਕਾਰਵਾਈ ਐਡੀ ਵੱਡੀ ਆ ਤੇ ਪੰਜਾਬ ਸਰਕਾਰ ਨੇ ਉਹ ਬੰਦਿਆਂ ਦੇ ਨਾਂ ਨਸ਼ਰ ਨਹੀਂ ਕੀਤੇ। ਅੰਦਰ ਖਾਤੇ ਬੜੀਆਂ ਕਿਆਸ ਰਾਈਆਂ ਲਾਈਆਂ ਜਾ ਰਹੀਆਂ ਨੇ ਵੀ ਉਹ ਬੰਦਾ ਹੋ ਸਕਦਾ, ਇਹ ਹੋ ਸਕਦਾ, ਪਰ ਜਦੋਂ ਤੱਕ ਅਧਿਕਾਰਿਕ ਤੌਰ ਤੇ ਕਿਸੇ ਨੇ ਇਹ ਗੱਲ ਨਹੀਂ ਆਖੀ। ਪਰ ਇਹ ਮੈਨੂੰ ਲੱਗਦਾ ਵੀ ਪੰਜਾਬ ਸਰਕਾਰ ਜਾਂ ਆਪਣੇ ਮੰਤਰੀ ਸਾਹਿਬ ਜਦੋਂ ਕਿ ਹਰੇਕ ਪਿੰਡ ਦਾ ਨਾਂ ਦੱਸਿਆ ਕਿ ਵੀ ਇਸ ਪਿੰਡ 'ਚੋਂ ਅਸੀਂ ਇੰਨੀ ਜ਼ਮੀਨ ਖਾਲੀ ਕਰਵਾਈ ਹੈ, ਪੰਚਾਇਤੀ ਜ਼ਮੀਨ ਇਸ ਪਿੰਡ 'ਚੋਂ ਇੰਨੀ ਕਰਵਾਈ ਹੈ, ਇਸ ਪਿੰਡ ਨੇ ਉਦੋਂ ਦੱਬੀ ਸੀ। ਪਰ ਜਦੋਂ ਐਡੇ ਵੱਡੇ ਪੱਧਰ ਤੇ ਕਾਰਵਾਈ ਹੋਈ ਸਾਬਕਾ ਮੁੱਖ ਮੰਤਰੀ ਦੇ ਮਹਿਲ ਦੇ ਲਾਗੇ, ਤਾਂ ਉਸ ਵੇਲੇ ਇਹ ਗੱਲਾਂ ਉਜਾਗਰ ਕਿਉਂ ਨਹੀਂ ਕੀਤੀਆਂ ਗਈਆਂ? ਇਸ ਦੇ ਵਿੱਚ ਕਿਉਂਕਿ ਅਧਿਕਾਰਿਕ ਤੌਰ ਤੇ ਸਰਕਾਰ ਦਾ ਫਰਜ਼ ਬਣਦਾ ਵੀ ਉਹ ਮਸਲੇ ਲੋਕਾਂ ਦੇ ਸਾਹਮਣੇ ਆਉਣ, ਕਿਉਂਕਿ ਲੋਕ ਚਾਹੁੰਦੇ ਨੇ ਵੀ ਅਸਲ ਦੇ ਵਿੱਚ ਜ਼ਮੀਨੀ ਪੱਧਰ ਤੇ ਗੱਲ ਕੀ ਹੋਈ ਆ।
ਜਦੋਂ ਆਮ ਬੰਦਿਆਂ ਦੀ ਗੱਲ ਹੁੰਦੀ ਆ ਉਸ ਚੀਜ਼ਾਂ ਉਛਾਲੀਆਂ ਜਾਂਦੀਆਂ ਨੇ, ਪਰ ਜਦੋਂ ਵੱਡੇ ਬੰਦਿਆਂ ਦੀ ਗੱਲ ਹੁੰਦੀ ਆ ਉਸ ਵੇਲੇ ਕਈ ਚੀਜ਼ਾਂ ਛੁਪਾਈਆਂ ਜਾਂਦੀਆਂ ਨੇ, ਭਾਵੇਂ ਉਹ ਪ੍ਰਸ਼ਾਸਨਿਕ ਤੌਰ ਤੇ ਹੋਵੇ ਜਾਂ ਹੋਵੇ ਰਾਜਨੀਤਿਕ ਤੌਰ ਤੇ। ਇਹ ਚੀਜ਼ਾਂ ਉਜਾਗਰ ਹੋਣੀਆਂ ਬਣਦੇ ਨੇ। ਇਹ ਜਿਹੜੀ ਤੁਸੀਂ ਬੜੀ ਅਹਿਮ ਗੱਲ ਕਹੀ ਹੈ ਗਿੱਲ ਸਾਹਿਬ, ਇਹ ਚਰਚਾ ਸਾਡੇ ਪੰਜਾਬ ਦੇ ਮੀਡੀਆ ਵਿੱਚ ਵੀ ਚੱਲ ਰਹੀ ਆ, ਪਰ ਜਦੋਂ ਤੱਕ ਕਈ ਚੀਜ਼ਾਂ ਤੁਹਾਨੂੰ ਪਤਾ ਅੰਦਰ ਖਾਤੇ ਸਰਕਾਰ ਦੇ ਜਾਂ ਪ੍ਰਸ਼ਾਸਨ ਦੇ ਕੋਲ ਡਾਕੂਮੈਂਟ ਹੁੰਦੇ ਨੇ ਤਾਂ ਮੀਡੀਆ ਇੱਕ ਕਿਆਸ ਰਾਈ ਲਾ ਸਕਦਾ। ਕਿਆਸ ਰਾਈ ਦੀ ਵੀ ਇੱਕ ਅੰਦਾਜ਼ਾ ਹੁੰਦਾ, ਆਪਾਂ ਅੰਦਾਜ਼ਾ ਹੀ ਲਗਾ ਸਕਦੇ। ਅੰਦਾਜ਼ੇ ਦੇ ਵਿੱਚ ਕਈ ਵਾਰ ਮੈਂ ਕਿਸੇ ਦਾ ਗਲਤ ਨਾਂ ਲੈ ਲਈਏ ਤਾਂ ਫਿਰ ਉਸ ਵਾਲੇ ਔਖਾ ਹੋ ਜਾਂਦਾ। ਜੀ ਗਿੱਲ ਸਾਹਿਬ, ਇੱਕ ਲਾਸਟ ਖਬਰ ਕਰਨੀ ਅਕਾਲੀ ਦਲ ਨਾਲ ਸੰਬੰਧਿਤ ਆ, ਉਹ ਇਹ ਆ ਕਿ ਇੱਕ ਸੋਸ਼ਲ ਐਕਟਿਵਿਸਟ ਨੇ ਤੇ ਨਾਲ ਉਹ ਸੋਸ਼ਲਿਸਟ ਪਾਰਟੀ ਆਫ ਇੰਡੀਆ, ਭਾਵੇਂ ਹਕੀਕਤ ਵਿੱਚ ਉਹ ਹੈ ਨਹੀਂ, ਕਾਗਜ਼ੀ ਕਾਰਵਾਈ ਰਹਿ ਗਈ ਕਿ ਇੱਕ ਕਾਗਜ਼ੀ ਜੀ ਪਾਰਟੀ ਰਹਿ ਗਈ। ਉਹਦੇ ਖੇੜਾ ਸਾਹਿਬ ਨੇ, ਇੱਕ ਬਜ਼ੁਰਗ, ਬਹੁਤ ਬਜ਼ੁਰਗ ਨੇ ਵਿਚਾਰੇ, ਉਹ ਇੱਥੇ ਵੀ ਆਏ ਸੀ ਕਾਫੀ ਦੇਰ ਪਹਿਲਾਂ, ਮੈਂ ਉਹਨਾਂ ਨੂੰ ਮਿਲਿਆ ਵੀ ਸੀਗਾ, ਤੇ ਉਹਨਾਂ ਨੇ ਕੇਸ ਪਾਇਆ ਹੋਇਆ ਬਾਦਲਾਂ ਦੇ ਉੱਤੇ ਕਿ ਇਹਨਾਂ ਨੇ 2 ਕਨਸਟੀਟਿਊਸ਼ਨ ਬਣਾਏ ਹੋਏ ਅਕਾਲੀ ਦਲ ਦੇ। ਜਦੋਂ ਤੇ ਸ਼੍ਰੋਮਣੀ ਕਮੇਟੀ ਦੀ ਇਲੈਕਸ਼ਨ ਲੜਨੀ ਹੁੰਦੀ ਆ ਇੱਕ ਕੱਢ ਲੈਂਦੇ ਆ, ਤੇ ਜਦੋਂ ਪੋਲੀਟੀਕਲ ਏਜੰਡਾ ਲੈ ਕੇ ਆਉਣਾ ਹੁੰਦਾ ਦੂਜਾ ਕੱਢ ਲੈਂਦੇ ਆ। ਤੇ ਭਾਰਤ ਦਾ ਸੰਵਿਧਾਨ ਕਹਿੰਦਾ ਕਿ ਪੋਲੀਟੀਕਲ ਪਾਰਟੀ ਧਰਮ ਵਿੱਚ ਦਖਲ ਦੇ ਨਹੀਂ ਸਕਦੀ। ਦੂਜੇ ਪਾਸੇ 2 ਸੰਵਿਧਾਨ ਵਾਲਾ ਮੁੱਦਾ ਤੇ ਬਿਲਕੁਲ ਹੀ ਗੈਰ ਕਾਨੂੰਨੀ ਆ, ਤੇ ਉਹਨੂੰ ਲੈ ਕੇ ਤੁਹਾਨੂੰ ਪਤਾ ਹੁਸ਼ਿਆਰਪੁਰ ਦੀ ਕੋਰਟ, ਲੋਅਰ ਕੋਰਟ 'ਚ ਲੰਬੇ ਸਮੇਂ ਤੋਂ ਕੇਸ ਚੱਲ ਰਿਹਾ। ਉਹ 'ਚ ਇੰਨਾ ਕੁ ਜ਼ਿਆਦਾ ਵਾਰ ਇਹਨਾਂ ਨੂੰ ਬੁਲਾਇਆ, ਇਹ ਗਏ ਨਹੀਂ। ਹੁਣ ਆਖਰਕਾਰ ਵੱਡੇ ਬਾਦਲ ਨੂੰ, ਸੁਖਬੀਰ ਬਾਦਲ ਨੂੰ ਤੇ ਚੀਮਾ ਸਾਹਿਬ ਨੂੰ ਉੱਥੋਂ ਜ਼ਮਾਨਤਾਂ ਲੈਣੀਆਂ ਪਈਆਂ, ਤੇ ਹੁਣ ਹਾਈ ਕੋਰਟ ਸਰਗਰਮ ਹੋ ਗਈ ਉੱਪਰ। ਹਾਈ ਕੋਰਟ ਜਿਹੜੀ ਆ ਉਹਨੇ 1 ਹਫ਼ਤੇ ਦਾ ਨੋਟਿਸ ਦਿੱਤਾ ਇਲੈਕਸ਼ਨ ਕਮਿਸ਼ਨ ਨੂੰ ਵੀ ਭਾਈ ਤੂੰ ਕਾਰਵਾਈ ਕਿਉਂ ਨਹੀਂ ਕੀਤੀ, 1 ਹਫ਼ਤੇ ਵਿੱਚ ਕਾਰਵਾਈ ਕਰ, ਨਹੀਂ ਤੇ ਫਿਰ ਸਾਨੂੰ ਕਾਰਵਾਈ ਕਰਨੀ ਆਉਂਦੀ ਆ। ਇਸ ਮਾਮਲੇ 'ਚ ਅਕਾਲੀ ਦਲ ਦੀ ਹੋਣ ਤੇ ਉਦਾਂ ਹੀ ਪੰਜਾਬ 'ਚ ਲਗਭਗ ਖਤਮ ਆ, ਕਿਉਂਕਿ ਬਾਦਲਾਂ ਨਾਲ ਲੋਕ ਨਫ਼ਰਤ ਦੀ ਹੱਦ ਤੱਕ ਹੁਣ ਨਫ਼ਰਤ ਕਰਨ ਲੱਗ ਗਏ। ਲੋਕ ਨਫ਼ਰਤ ਦੀ ਹੱਦ ਤੱਕ ਨਹੀਂ, ਮਤਲਬ ਈਰਖਾ ਦੀ, ਪਹਿਲਾਂ ਈਰਖਾ ਲੱਗਦੀ ਸੀ, ਹੁਣ ਪੂਰੀ ਨਫ਼ਰਤ ਹੋ ਗਈ ਲੋਕਾਂ ਨੂੰ। ਤੇ ਅਕਾਲੀ ਦਲ ਦੀ ਸਰਵਾਈਵਲ ਲੋੜ ਬੜੀ ਆ ਪੰਜਾਬ ਦੀ, ਖੇਤਰੀ ਪਾਰਟੀ ਦੀ ਲੋੜ ਬੜੀ ਆ, ਤੇ ਬਦਲ ਕੋਈ ਨਜ਼ਰ ਆ ਨਹੀਂ ਰਿਹਾ। ਜਿਹੜੀ ਪਾਰਟੀ ਵੀ ਰਾਸ਼ਟਰੀ ਪਾਰਟੀ ਆ ਉਹ ਪੰਜਾਬ ਦੇ ਹਿੱਤਾਂ ਨੂੰ ਉਸ ਤਰ੍ਹਾਂ ਨਹੀਂ ਲੈ ਸਕਦੀ ਜਿੰਨਾ ਚਿਰ ਸਾਡੀ ਖੇਤਰੀ ਪਾਰਟੀ ਨਾ ਹੋਵੇ। ਇਹ ਜ਼ਰੂਰੀ ਨਹੀਂ ਕਿ ਉਹ ਅਕਾਲੀ ਦਲ ਹੀ ਹੋਵੇ, ਪਰ ਕਿਉਂਕਿ ਸਿੱਖ ਡੋਮੀਨੇਟ ਕਰਦੇ ਨੇ ਇਸ ਏਰੀਏ 'ਚ, ਤੇ ਸਿੱਖਾਂ ਦੀ ਪਾਰਟੀ, ਪੰਥਕ ਪਾਰਟੀ ਇਹ ਮੁੱਦੇ ਚੁੱਕਦੀ ਰਹੀ ਪੰਜਾਬ ਦੇ ਹਿੱਤਾਂ ਦੇ ਹਮੇਸ਼ਾ, ਔਰ ਉਹਦੇ ਲਈ ਲੜਾਈਆਂ ਵੀ ਲੜਦੀ ਰਹੀ। ਪਰ ਹੁਣ ਆ ਕੇ ਉਸ ਪਾਰਟੀ ਦਾ ਜੋ ਹਸ਼ਰ ਹੋਇਆ ਆਪਾਂ ਵੇਖ ਲਿਆ। ਇਸ ਮਾਮਲੇ ਦੇ ਵਿੱਚ ਅਕਾਲੀ ਦਲ ਵਾਹਵਾ ਘਿਰਿਆ ਲੱਗਦਾ। ਤੁਹਾਨੂੰ ਕੀ ਲੱਗਦਾ ਕਿ ਅਕਾਲੀ ਦਲ ਨੂੰ ਕੋਈ ਸੈਟਬੈਕ ਲੱਗੂਗੀ ਜੇ ਕੋਈ ਕੋਰਟ ਜਾਂ ਜਿਹੜਾ ਇਲੈਕਸ਼ਨ ਕਮਿਸ਼ਨ ਹੈ ਕੋਈ ਉੱਤੇ ਪਾਬੰਦੀ ਨਾ ਲਾ ਦੇ, ਕਿਤੇ ਕੱਲ ਨੂੰ ਅਕਾਲੀ ਦਲ ਹੀ ਨਵਾਂ ਬਣ ਜੇ ਕੁਛ? ਗਿੱਲ ਸਾਹਿਬ ਦੇਖੋ, ਅਕਾਲੀ ਦਲ ਪਾਰਟੀ ਆ ਜਿਹੜੀ ਹੁਣ ਬੜੇ ਮਤਲਬ ਕਿ ਨਾਜ਼ੁਕ ਦੌਰ ਚੋਂ ਲੰਘ ਰਹੀ ਆ। ਇਸ ਵੇਲੇ ਪਾਰਟੀ ਦੇ ਸਿਰਫ ਤੁਹਾਨੂੰ ਪਤਾ 3 ਹੀ ਵਿਧਾਇਕ ਰਹੇ, ਤੇ ਜਦੋਂ ਜੇਕਰ ਕੋਰਟ ਦਾ ਕੋਈ ਫੈਸਲਾ ਉਹਦੇ ਖਿਲਾਫ ਆਉਂਦਾ ਤੇ ਉਸ ਪਾਰਟੀ ਨੂੰ ਬਹੁਤ ਵੱਡਾ ਝਟਕਾ ਹੋਊਗਾ। ਫਿਲਹਾਲ ਇਹ ਸਾਨੂੰ ਸਮਾਂ ਦੱਸੂਗਾ ਵੀ ਕੋਰਟ ਦਾ ਫੈਸਲਾ ਕਿਸ ਪਾਸੇ ਜਾਂਦਾ। ਪਰ ਅਕਾਲੀ ਪਾਰਟੀ ਦਾ ਜਿਹੜਾ ਤੁਹਾਨੂੰ ਗਿੱਲ ਸਾਹਿਬ ਯਾਦ ਹੋਊਗਾ, ਵੋਟਾਂ ਤੋਂ ਬਾਅਦੋਂ ਉਹਨਾਂ ਨੇ ਇੱਕ ਕੋਰ ਕਮੇਟੀ ਬਣਾਈ ਸੀ ਵੀ ਇਸ ਪਾਰਟੀ ਦੇ ਹਾਰ ਦੇ ਕੀ ਕਾਰਨ ਨੇ। ਜਿਹੜੇ ਕਮੇਟੀ ਦੇ ਮੈਂਬਰ ਸੀ ਉਹਨਾਂ ਨੇ 100 ਤੋਂ ਵੱਧ ਹਲਕਿਆਂ ਦੇ ਵਿੱਚ ਸਰਵੇ ਕੀਤਾ ਸੀ, ਤੇ ਉਹ ਸਰਵੇ ਦੌਰਾਨ ਜਿਹੜੀਆਂ ਅਹਿਮ ਰਿਪੋਰਟਾਂ ਆਈਆਂ ਸੀ ਉਹਨਾਂ 'ਚ ਕਿਹਾ ਗਿਆ ਸੀ ਵੀ ਪਾਰਟੀ ਦੀ ਜਿਹੜੀ ਲੀਡਰਸ਼ਿਪ ਆ ਇਹਦਾ ਬਦਲਾਅ ਹੋਣਾ ਚਾਹੀਦਾ। ਪਰ ਅੰਦਰ ਖਾਤੇ ਹੁਣ ਤੁਹਾਨੂੰ ਪਤਾ ਵੀ ਪਿਛਲੇ ਦਿਨੀ ਏਆਲੀ ਸਾਹਿਬ ਵੱਲੋਂ ਵੀ ਪਾਰਟੀ ਦਾ ਵਿਰੋਧ ਸਿੱਧੇ ਤੌਰ ਤੇ ਕਰ ਦਿੱਤਾ ਗਿਆ, ਤੇ ਅੰਦਰ ਖਾਤੇ ਹੋਰ ਬੜੇ ਲੀਡਰ ਨੇ ਜਿਹੜੇ ਕਿ ਇਹ ਚੀਜ਼ਾਂ ਚਾਹੁੰਦੇ ਨੇ, ਪਰ ਹਾਲੇ ਉਹਨਾਂ ਕਈ ਲੀਡਰ ਸਿੱਧੇ ਤੌਰ ਤੇ ਜਿਹੜੀ ਮੁੱਖ ਲੀਡਰਸ਼ਿਪ ਆ ਉਹਨਾਂ ਦੇ ਖਿਲਾਫ ਜਾਂ ਉਹਨਾਂ ਦੀ ਖਿਲਾਫਤ ਨਹੀਂ ਕਰਨਾ ਚਾਹੁੰਦੇ। ਉਸ ਕਰਕੇ ਹਾਲੇ ਪਾਰਟੀ ਦੇ ਵਿੱਚ ਜਿਹੜੀ ਅੰਦਰੂਨੀ ਖਿੱਚੋਤਾਣ ਆ ਉਹ ਬਹੁਤ ਜ਼ਿਆਦਾ ਵੱਧ ਗਈ ਆ। ਮੈਨੂੰ ਲੱਗਦਾ ਆਉਣ ਵਾਲੇ ਦਿਨਾਂ ਦੇ ਵਿੱਚ ਆਪਾਂ ਨੂੰ ਕੋਈ ਅਹਿਮ ਫੈਸਲਾ ਦੇਖਣ ਨੂੰ ਮਿਲੂਗਾ। ਫਿਲਹਾਲ ਇਹ ਤੁਸੀਂ ਬੜੀ ਅਹਿਮ ਗੱਲ ਕਹੀ ਹੈ ਵੀ ਪੰਜਾਬ ਨੂੰ ਇੱਕ ਖੇਤਰੀ ਪਾਰਟੀ ਦੀ ਜ਼ਰੂਰਤ ਆ। ਇਹ ਸ਼੍ਰੋਮਣੀ ਅਕਾਲੀ ਦਲ ਦਾ ਬਹੁਤ ਵਧੀਆ ਇਤਿਹਾਸ ਰਿਹਾ, ਤੇ ਇਸ ਪਾਰਟੀ ਨੇ ਕਈ ਅਹਿਮ ਮੁੱਦਿਆਂ ਦੇ ਉੱਤੇ ਪੰਜਾਬ ਦੇ ਮਸਲੇ ਉਜਾਗਰ ਕੀਤੇ ਨੇ, ਪਰ ਜਦੋਂ ਇਹ ਪਾਰਟੀ ਆਪਣੇ ਅਹਿਮ ਸਿਧਾਂਤਾਂ ਤੋਂ ਭਟਕ ਗਈ ਤਾਂ ਲੋਕਾਂ ਨੇ ਇਸ ਨੂੰ ਸਜ਼ਾ ਦੇ ਦਿੱਤੀ। ਪਰ ਹੁਣ ਪੰਜਾਬ ਦੇ ਲੋਕਾਂ ਨੇ ਇੰਨਾ ਵੱਡਾ ਇੱਕ ਬਦਲਾਅ ਲੈ ਕੇ ਆਉਂਦਾ, ਪਰ ਉਸ ਦੇ ਵਿੱਚ ਹੁਣ ਅੱਗੇ ਦੇਖਣਾ ਹੋਊਗਾ ਵੀ ਇਹ ਪਾਰਟੀ ਦੁਬਾਰਾ ਉਜਾਗਰ ਹੁੰਦੀ ਹੈ ਜਾਂ ਫਿਰ ਕੋਈ ਨਵੇਂ ਦਲ ਖੜੇ ਹੁੰਦੇ ਨੇ, ਕਿਉਂਕਿ ਪੰਜਾਬ ਦੇ ਵਿੱਚ ਹੁਣ ਬੜੀਆਂ ਧਿਰਾਂ ਸਰਗਰਮ ਹੋ ਰਹੀਆਂ ਨੇ, ਜਾਂ ਫਿਰ ਇੱਕ ਜੁਆਇੰਟ ਕੋਈ ਇਦਾਂ ਦਾ ਪਾਰਟੀ ਖੜੀ ਹੁੰਦੀ ਹੈ। ਇਹ ਸਾਨੂੰ ਆਉਣ ਵਾਲਾ ਸਮਾਂ ਦੱਸੂਗਾ। ਜੀ ਗੱਲ ਕੋਈ ਐਸੀ ਖਬਰ ਮਨਦੀਪ ਜਿਹੜੀ ਅੱਜ ਦੇ ਦਿਨ ਆਪਾਂ ਨੂੰ ਕਰਨੀ ਚਾਹੀਦੀ ਸੀ ਤੇ ਆਪਾਂ ਨਹੀਂ ਕਰ ਸਕੇ, ਤੁਹਾਡੇ ਜ਼ਿਹਨ 'ਚ ਹੋਵੇ ਤੇ ਉਹ ਸਾਂਝੀ ਕਰ ਲਓ। ਵੈਸੇ ਆਮ ਆਦਮੀ ਪਾਰਟੀ ਨਾਲ ਲੋਕਾਂ ਦੀ ਕਿਤੇ ਨਾ ਕਿਤੇ ਨਾਰਾਜ਼ਗੀ ਵੀ ਵੱਧਦੀ ਜਾ ਰਹੀ ਆ,
ਪਿਛਲੇ ਸਮੇਂ ਦੇ ਵਿੱਚ ਜਿਸ ਤਰੀਕੇ ਨਾਲ ਉਹ ਕਮੇਟੀ ਇੱਕ ਬਣਾਈ ਗਈ ਜਿਸ 'ਚ ਰਾਘਵ ਚੱਡਾ ਨੂੰ ਲਿਆਂਦਾ ਗਿਆ, ਜਿਸ ਤਰੀਕੇ ਨਾਲ ਬਹੁਤ ਸਾਰੇ ਇਹੋ ਜਿਹੇ ਗਲਤੀਆਂ ਹੋਈਆਂ ਉਹਨਾਂ ਕੋਲ ਜਿਨ੍ਹਾਂ ਦਾ ਕਰਕੇ ਲੋਕ ਥੋੜ੍ਹੇ ਜਿਹੇ ਉਹਨਾਂ ਨਾਲ ਨਿਰਾਸ਼ ਨੇ, ਖਾਸ ਕਰਕੇ ਨੌਜਵਾਨ। ਤੇ ਰੁਜ਼ਗਾਰ ਵਾਲੇ ਮਾਮਲੇ ਤੇ ਉਹ ਕੰਮ ਕਰ ਰਹੇ ਆ, ਉਹ ਕਹਿੰਦੇ ਅਸੀਂ ਕੰਮ ਕਰ ਰਹੇ ਹਾਂ। ਜ਼ਮੀਨਾਂ ਵਾਲੇ ਮਾਮਲੇ ਤੇ ਕੰਮ ਕਰ ਰਹੇ, ਕੁਝ ਕੰਮ ਉਹਨਾਂ ਦੇ ਚੰਗੇ ਦਿਖ ਵੀ ਰਹੇ ਆ। ਬਿਜਲੀ 600 ਯੂਨਿਟ ਜਿਹੜੀ 2 ਮਹੀਨਿਆਂ ਦੀ ਉਹ ਵੀ ਸਾਡੇ ਸਾਹਮਣੇ ਆਇਆ, ਜਿਹੜੀਆਂ ਉਹਨਾਂ ਗਰੰਟੀਆਂ ਕੁਝ ਲਈਆਂ ਸੀਗੀਆਂ। ਪਰ ਪੰਜਾਬ ਦੇ ਸਿਰ ਕਰਜ਼ਾ ਜਿਹੜਾ ਉਹਦੀ ਪੰਡ ਹੋਰ ਭਾਰੀ ਹੁੰਦੀ ਜਾ ਰਹੀ ਆ, ਉਹਦੇ ਬਾਰੇ ਅਜੇ ਕੋਈ ਵੱਡਾ ਫੈਸਲਾ ਨਹੀਂ ਆਇਆ। ਸਿਸੋਦੀਆ ਸਾਹਿਬ ਕਿਉਂਕਿ ਕਹਿੰਦੇ ਸੀ ਅਸੀਂ ਕੱਟੜ ਇਮਾਨਦਾਰ ਪਾਰਟੀਆਂ, ਇਹ ਸ਼ਬਦ ਵੀ ਕੇਜਰੀਵਾਲ ਰਾਂ ਦਾ 6 ਮਹੀਨਿਆਂ ਤੋਂ ਚੱਲਿਆ ਇਲੈਕਸ਼ਨ ਦੇ ਦੌਰਾਨ ਕਿ ਉਹ ਜਿਹਨੂੰ ਆਪਣੀ ਪਾਰਟੀ ਦੇ ਲੀਡਰਾਂ ਨੂੰ ਕੱਟੜ ਇਮਾਨਦਾਰ ਹੋਣਾ ਹੀ ਵੱਡੀ ਗੱਲ ਹੁੰਦੀ ਆ। ਤੇ ਕੱਟੜ ਇਮਾਨਦਾਰ ਜਦੋਂ ਕਹਿੰਦੇ ਆ ਇਹਦਾ ਮਤਲਬ ਵੀ ਉਹਨਾਂ ਦੇ ਵਿੱਚ ਤੇ ਇੱਕ ਵਾਲ ਭਰ ਵੀ ਜਗ੍ਹਾ ਨਹੀਂ ਹੋਣੀ ਚਾਹੀਦੀ। ਤੇ ਇਹ ਸਾਬਤ ਕਰਨ ਦੀ ਵੀ ਕੋਸ਼ਿਸ਼ ਕੀਤੀ ਸਿੰਗਲਾ ਸਾਹਿਬ ਨੂੰ ਪਿੱਛੇ ਕਰਕੇ, ਪਰ ਕਿਤੇ ਨਾ ਕਿਤੇ ਪਹਿਲੋਂ ਸਤਿੰਦਰ ਜੈਨ ਅੰਦਰ ਗਏ, ਹੁਣ ਜਿਹੜਾ ਸ਼ਰਾਬ ਵਾਲਾ ਸੀਗਾ ਉਹਦਾ ਚੀਫ ਸੈਕਟਰੀ ਦੀ ਰਿਪੋਰਟ ਤੋਂ ਬਾਅਦ ਘਿਰੇ ਹੋਏ ਨੇ ਸਿਸੋਦੀਆ ਸਾਹਿਬ। ਤੇ ਉਹੀ ਪਾਲਿਸੀ ਪੰਜਾਬ 'ਚ ਵੀ ਅਪਣਾਉਣ ਜਾ ਰਹੇ ਹਾਂ ਆਪਾਂ, ਜਿਹੜੀ ਲਿਕਰ ਵਾਲੀ ਪਾਲਿਸੀ ਆ। ਇਹ ਸਾਰੇ ਜਿਹੜੇ ਚੀਜ਼ਾਂ ਨੇ, ਇਹਨਾਂ ਨੂੰ ਕੁੱਲ ਮਿਲਾ ਕੇ ਤੁਸੀਂ ਕੀ ਵੇਖ ਰਹੇ ਹੋ ਭਵਿੱਖ ਪੰਜਾਬ ਦਾ ਤੇ ਇਸ ਪਾਰਟੀ ਦਾ, ਜਿਹੜੀ ਇਸ ਵੇਲੇ ਬਹੁਤ ਵੱਡੀ ਗਿਣਤੀ ਨਾਲ ਗਈ ਆ? ਜਿਸ ਤਰੀਕੇ ਨਾਲ ਇਹਦਾ ਵੀ ਕੇਂਦਰੀਕਰਨ ਹੋ ਰਿਹਾ, ਜਿਸ ਤਰੀਕੇ ਨਾਲ ਕੇਂਦਰ ਇਹਦੀਆਂ ਲਗਾਮਾਂ ਕੱਸ ਰਿਹਾ, ਇਹ ਕਿੰਨਾ ਕੁ ਚਿਰ ਚੱਲ ਸਕੂਗਾ? ਮੈਂ ਇੱਕ ਪੁਰਾਣੇ ਅਕਾਲੀ ਲੀਡਰ ਕਹਿ ਲਓ ਜਾਂ ਕੈਪਟਨ ਚੰਨਣ ਸਿੰਘ ਦੀ ਕਿਸੇ ਨਾਲ ਇੰਟਰਵਿਊ ਸੁਣ ਰਿਹਾ ਸੀਗਾ, ਮੈਨੂੰ ਉਹ ਗੱਲਾਂ ਉਹਨਾਂ ਦੀਆਂ ਕਈ ਵਾਰ ਬਹੁਤ ਪ੍ਰਭਾਵਿਤ ਕਰਦੀਆਂ, ਪਰ ਉਹ ਖੜਦੇ ਜਾ ਕੇ ਫਿਰ ਉਹਨਾਂ ਧਿਰਾਂ ਦੇ ਨਾਲ ਹੀ ਨੇ ਜਿਹੜੀਆਂ ਪੰਜਾਬ ਦਾ ਬਹੁਤਾ ਭਲਾ ਨਹੀਂ ਕਰ ਸਕਦੀਆਂ, ਜਿਹੜੀਆਂ ਕੱਟੜਵਾਦ ਦਾ ਖੁਦ ਸ਼ਿਕਾਰ ਨੇ। ਪਰ ਕਦੀ ਨਾ ਕਦੀ ਉਹਨਾਂ ਦੀਆਂ ਗੱਲਾਂ ਬਹੁਤ ਚੰਗੀਆਂ ਹੁੰਦੀਆਂ ਕਿ 92 ਵਿਅਕਤੀ ਪੰਜਾਬੀਆਂ ਨੇ ਭੇਜੇ ਆ, ਪੰਜਾਬੀ ਬਹੁਤਾ ਚਿਰ ਬਰਦਾਸ਼ਤ ਨਹੀਂ ਕਰਨਗੇ। ਆਖਰਕਾਰ ਪੰਜਾਬ ਦੇ ਹਿੱਤਾਂ ਲਈ ਉਹਨਾਂ 92 ਚੋਂ ਹੀ ਕਿਸੇ ਨੂੰ ਖੜਾ ਹੋਣਾ ਪੈਣਾ। ਨਾ ਰਾਘਵ ਚੱਡਾ ਪੰਜਾਬ ਦਾ ਕੋਈ ਸਵਾਰ ਸਕਦਾ, ਨਾ ਕੇਜਰੀਵਾਲ ਸਵਾਰ ਸਕਦਾ। ਉਹਨਾਂ ਦੇ ਨਿਸ਼ਾਨੇ ਕੁਝ ਹੋਰ ਨੇ, ਵੱਡੇ ਨਿਸ਼ਾਨੇ ਨੇ, ਪ੍ਰਧਾਨ ਮੰਤਰੀ ਬਣਦੇ ਨਿਸ਼ਾਨੇ ਨੇ। ਸਾਡੇ ਸਾਹਮਣੇ, ਪੰਜਾਬੀਆਂ ਦੇ ਸਾਹਮਣੇ, ਜਿਹੜੇ ਚੁਣੇ ਹੋਏ ਨੁਮਾਇੰਦੇ ਨੇ ਸਾਡੇ 92, ਉਹਨਾਂ ਦੇ ਸਾਹਮਣੇ ਪੰਜਾਬ ਨੂੰ ਬਚਾਉਣ ਦਾ ਸਭ ਤੋਂ ਵੱਡਾ ਨਿਸ਼ਾਨਾ ਹੈ। ਪੰਜਾਬ ਬਚ ਗਿਆ ਤੇ ਅਸੀਂ ਸਾਰੇ ਬਚ ਜਾਵਾਂਗੇ, ਨਹੀਂ ਤੇ ਸਾਡੀ ਜਿਹੜੀ ਹੋਂਦ ਹੈ, ਸਾਡਾ ਸੱਭਿਆਚਾਰ ਹੈ, ਉਹ ਖਤਮ ਹੋ ਜਾਏਗਾ ਜਿਸ ਤਰੀਕੇ ਨਾਲ ਪਿੱਛੇ ਖਤਮ ਹੁੰਦਾ ਆਇਆ। ਤੇ ਇਹਦੇ ਤੇ ਕਮੈਂਟ ਕਰ ਲਓ, ਜੇ ਕੋਈ ਖਬਰ ਰਹਿ ਗਈ ਤੇ ਉਹ ਤੁਸੀਂ ਦੱਸ ਦਿਓ। ਗਿੱਲ ਸਾਹਿਬ ਦੇਖੋ, ਪੰਜਾਬ ਬਚਾਉਣ ਦੀਆਂ ਗੱਲਾਂ ਆਪਾਂ ਸਾਰੇ ਕਰਦੇ ਆ ਜੀ, ਹਨਾ, ਬੜੇ ਵੱਡੇ ਪੱਧਰ ਤੇ ਹੋ ਰਹੀ ਆ, ਪਰ ਜ਼ਮੀਨੀ ਪੱਧਰ ਤੇ ਉਹ ਮਸਲੇ ਨਹੀਂ ਹੱਲ ਕੀਤੇ ਜਾ ਰਹੇ ਜਿਹੜੇ ਕਿ ਹੋਣੇ ਚਾਹੀਦੇ ਨੇ। ਇੱਕ ਲੋਕ ਲਹਿਰ ਪਿੰਡ ਤੋਂ ਲੈ ਕੇ ਸ਼ਹਿਰ ਜਾਂ ਕਸਬੇ ਜਾਂ ਜ਼ਿਲ੍ਹੇ, ਇਸ ਪੱਧਰ ਤੇ ਜਿਹੜੇ ਕੰਮ ਹੋਣੇ ਚਾਹੀਦੇ ਨੇ ਉਹ ਨਹੀਂ ਹੋ ਰਹੇ। ਤੇ ਦੂਜੀ ਗੱਲ, ਜਿਹੜੀ ਆਪਸੀ ਪਾਰਟੀਆਂ ਦੀ ਖਿੱਚੋਤਾਣ ਆ, ਤੁਸੀਂ ਆਖੀ ਆ ਕਿ ਕੇਂਦਰ ਸਰਕਾਰ ਵੱਲੋਂ ਈਡੀ ਹੋ ਗਿਆ ਜਾਂ ਜਿਹੜੀਆਂ ਕਿ ਸੀਬੀਆਈ ਹੋ ਗਿਆ ਜਾਂ ਵੱਡੀਆਂ ਏਜੰਸੀਆਂ ਨੇ, ਉਹਨਾਂ ਕਰਕੇ ਦੂਜੀਆਂ ਪਾਰਟੀਆਂ ਨੂੰ ਦਬਾਉਣ ਦੀ ਜਿਹੜੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਅਜਿਹੇ ਦੋਸ਼ ਆਮ ਆਦਮੀ ਪਾਰਟੀ ਤੇ ਕਾਂਗਰਸ ਵੱਲੋਂ ਲਗਾਏ ਜਾ ਰਹੇ ਨੇ। ਪਰ ਜੇਕਰ ਉਹਨਾਂ ਬੰਦਿਆਂ ਨੇ ਕੋਈ ਗਲਤ ਕੰਮ ਨਹੀਂ ਕੀਤਾ ਤਾਂ ਉਹ ਬਿਲਕੁਲ ਸਾਹਮਣੇ ਆ ਜਾਊਗਾ, ਫਿਰ ਉਹਦਾ ਡਰ ਕੀ ਹੈ ਜੀ? ਇਹ ਚੀਜ਼ਾਂ ਇੱਕ ਦੂਜੇ ਨੂੰ ਦੂਸ਼ਣਬਾਜ਼ੀ ਕਰਕੇ ਆਪਣਾ ਜਿਹੜਾ ਪੋਲੀਟੀਕਲੀ ਵਿਸਥਾਰ ਕਰਨ ਦੀਆਂ ਪਾਰਟੀਆਂ ਜਿੰਨਾ ਅਹਿਮ ਰੋਲ ਜਾਂ ਉੱਤੇ ਕੰਮ ਕਰਦੀਆਂ ਨੇ, ਉਹਨਾਂ ਮੈਨੂੰ ਉਸ ਲੋਕਾਂ ਦੇ ਮਸਲੇ ਹੱਲ ਕਰਨ ਲਈ ਸੁਹਿਰਦ ਨਹੀਂ ਜਾਪਦੀਆਂ। ਕਿਉਂਕਿ ਲੋਕਾਂ ਦੇ ਜਦੋਂ ਮਸਲੇ ਦੀ ਗੱਲ ਆਉਂਦੀ ਆ, ਉਦੋਂ ਇੱਕ ਦੋ ਵਾਰ ਗੱਲ ਕਰਕੇ ਪਿੱਛੇ ਹਟ ਜਾਂਦੀਆਂ ਨੇ, ਪਰ ਜਦੋਂ ਆਪਣੇ ਮਸਲੇ ਜਾਂ ਆਪਣੇ ਕਿਸੇ ਮੰਤਰੀ ਸੰਤਰੀ ਤੇ ਗੱਲ ਆਉਂਦੀ ਆ, ਉਦੋਂ ਬੜੀ ਹਿੱਕ ਤਾਣ ਕੇ ਕਹਿੰਦੇ ਨੇ ਸਾਡਾ ਬੰਦਾ ਏਦਾਂ ਦਾ, ਏਦਾਂ ਹੋ ਨਹੀਂ ਸਕਦਾ। ਐਂਡ ਦੇ ਵਿੱਚ ਜਦੋਂ ਮਾਣਯੋਗ ਅਦਾਲਤਾਂ ਦਾ ਫੈਸਲਾ ਆਉਂਦਾ, ਉਦੋਂ ਕਈ ਵਾਰ ਗੱਲਾਂ ਹੋਰ ਨਿਕਲਦੀਆਂ ਨੇ। ਕਿਉਂਕਿ ਜਦੋਂ ਅੰਡਰ ਟਰਾਇਲ ਨੇ, ਜਦੋਂ ਇਨਵੈਸਟੀਗੇਸ਼ਨ ਚੱਲ ਰਹੀ ਆ, ਉਸ ਬਾਰੇ ਹਲੇ ਅਸੀਂ ਕੁਝ ਨਹੀਂ ਕਹਿ ਸਕਦੇ, ਕਿਉਂਕਿ ਕਾਗਜ਼ੀ ਪੱਤਰੀ ਜਦੋਂ ਪੜਤਾਲ ਪੂਰੀ ਨਹੀਂ ਹੁੰਦੀ, ਉਦੋਂ ਤੱਕ ਪਤਾ ਲੱਗੂਗਾ ਵੀ ਇਹ ਸੱਚਾਈ ਕੀ ਸੀ। ਭਾਵੇਂ ਥੋੜੀ ਬਹੁਤੀ ਪ੍ਰਸ਼ਾਸਨਿਕ ਤੌਰ ਤੇ ਆਪਾਂ ਕਹਿ ਸਕਦੇ ਹਾਂ 19-21 ਦਾ ਫਰਕ ਪੈ ਸਕਦਾ, ਇਹਦਾ ਮਤਲਬ ਇਹ ਨਹੀਂ ਹੁੰਦਾ ਵੀ ਪੂਰੇ ਤੌਰ ਤੇ ਕੋਈ ਗਲਤ ਹੋਵੇ ਜਾਂ ਸਹੀ ਹੋਵੇ। ਇਸ ਦਾ ਫੈਸਲਾ ਆਉਣ ਵਾਲੇ ਦਿਨਾਂ ਦੇ ਵਿੱਚ ਆਪਾਂ ਨੂੰ ਗਿੱਲ ਸਾਹਿਬ ਪਤਾ ਲੱਗੂਗਾ। ਫਿਲਹਾਲ ਇੱਕ ਹੋਰ ਅਹਿਮ ਖਬਰ ਤੁਸੀਂ ਗਿੱਲ ਸਾਹਿਬ ਜਾਣਦੇ ਹੋ ਕਿ ਪੰਜਾਬ ਸਰਕਾਰ ਨੇ ਅੱਜ ਇੱਕ ਦੱਸਿਆ ਵੀ ਜਿਹੜੇ 300 ਯੂਨਿਟ ਬਿਜਲੀ ਫ੍ਰੀ ਮਿਲਣੀ ਸੀ, ਉਸ ਦਾ ਲੋਕਾਂ ਨੂੰ ਜਿਹੜੇ ਫਿਕਸ ਚਾਰਜ ਨੇ, ਮੀਟਰ ਦਾ ਕਿਰਾਇਆ ਜਾਂ ਹੋਰ ਬਿਜਲੀ ਦੀਆਂ ਲਾਈਨਾਂ ਦਾ ਕਿਰਾਇਆ, ਉਹ ਵੀ ਲੋਕਾਂ ਨੂੰ ਨਹੀਂ ਦੇਣਾ ਪਊਗਾ। ਇਹ ਪੰਜਾਬ ਦੇ ਆਮ ਲੋਕਾਂ ਦੇ ਵਿੱਚ ਚਰਚਾ ਸੀ ਵੀ ਲੋਕੀ ਸਾਨੂੰ ਜਿਹੜੇ ਬਿਜਲੀ ਦੇ ਮੀਟਰ ਦਾ ਕਿਰਾਇਆ ਦੇਣਾ ਪਊਗਾ ਜੇ ਸਾਡੇ 300 ਯੂਨਿਟ ਤੋਂ ਸਾਡੀ ਬਿਜਲੀ ਅਸੀਂ ਘੱਟ ਚੁੱਕੀ ਹੈ ਪੰਜਾਬ ਦੇ ਵਿੱਚ ਪਰ ਮੰਥ। ਪਰ ਇਹ ਅੱਜ ਪੰਜਾਬ ਸਰਕਾਰ ਨੇ ਇਹ ਕਲੀਅਰ ਕਰ ਦਿੱਤਾ ਵੀ ਉਹਦਾ ਬਿੱਲ ਬਿਲਕੁਲ ਜ਼ੀਰੋ ਆਊਗਾ ਜੀ। ਤੇ ਇੱਕ ਗੱਲ ਸਾਹਿਬ ਹੋਰ ਖਬਰ ਸੀ, ਤੁਸੀਂ ਸ਼ਾਇਦ ਪੜ੍ਹੀ ਹੋਣੀ ਜੀ,
ਜੀ ਗਿੱਲ ਸਾਹਿਬ। ਜੀ ਹਾਂ, ਦੱਸੋ ਤੁਸੀਂ ਖਬਰ ਕਰ ਲਓ ਪੂਰੀ। ਮੇਰੇ ਦਿਮਾਗ 'ਚ ਇੱਕ ਹੋਰ ਖਬਰ ਆ ਰਹੀ ਸੀ, ਬਿਊਰੋਕ੍ਰੇਸੀ ਨੂੰ ਲੈ ਕੇ ਇੱਕ ਖਬਰ ਮੇਰੇ ਦਿਮਾਗ 'ਚ ਚੱਲ ਰਹੀ ਹੈ, ਮੈਂ ਉਹ ਤੁਹਾਡੇ ਨਾਲ ਸਾਂਝੀ ਕਰਨੀ ਚਾਹੁੰਦਾ ਜ਼ਰੂਰ, ਭਾਵੇਂ 1 ਮਿੰਟ ਆਪਾਂ ਲਈਏ ਉੱਤੇ। ਤੇ ਗਿੱਲ ਸਾਹਿਬ, ਇਹ ਇੱਕ ਕੇਂਦਰ ਸਰਕਾਰ ਵੱਲੋਂ ਹੋਰ ਨੋਟੀਫਿਕੇਸ਼ਨ ਆਇਆ ਵੀ ਜਿਹੜੀਆਂ ਰਾਜ ਸਰਕਾਰਾਂ ਨੇ ਉਹਨਾਂ ਨੂੰ ਕਲੀਨ ਐਨਰਜੀ, ਮਤਲਬ ਕਿ ਜਿਵੇਂ ਪੌਣ ਊਰਜਾ ਹੋ ਗਈ, ਵਿੰਡ ਸੋਲਰ ਊਰਜਾ ਹੋ ਗਈ, ਇਸ ਪ੍ਰਤੀ ਆਪਣੀ ਆਉਣ ਵਾਲੇ ਸਾਲਾਂ ਦੇ ਵਿੱਚ ਇਸ ਨੂੰ 40% ਤੋਂ ਉੱਪਰ ਲੈ ਕੇ ਜਾਣਾ ਹੋਊਗਾ, ਲਾਜ਼ਮੀ ਕਰ ਦਿੱਤਾ। ਇਸ ਨਾਲ ਇੱਕ ਨਵਾਂ ਮੁੱਦਾ ਖੜਾ ਹੋ ਗਿਆ, ਕਿਉਂਕਿ ਪੰਜਾਬ ਦੇ ਵਿੱਚ ਜਿਹੜੇ 25 ਸਾਲਾਂ ਦੇ ਐਗਰੀਮੈਂਟ ਨਿੱਜੀ ਥਰਮਲ ਪਲਾਂਟਾਂ ਨਾਲ ਕੀਤੇ ਹੋਏ ਨੇ, ਉਹਨਾਂ ਨੂੰ ਬਿਨਾਂ ਬਿਜਲੀ ਲਏ ਬਿਨਾਂ ਹੀ ਸਾਨੂੰ ਉਹਨਾਂ ਨੂੰ ਪੈਸੇ ਦੇਣੇ ਪੈਣਗੇ। ਜੀ ਗਿੱਲ ਸਾਹਿਬ। ਜੀ ਬਿਲਕੁਲ, ਪਤਾ ਨਹੀਂ ਕੋਈ ਰਾਹ ਨਿਕਲ ਆਉਂਦੇ ਹੁੰਦੇ ਆ, ਕੋਈ ਉਹ ਸਮਝੌਤੇ ਰੱਦ ਵੀ ਹੋ ਸਕਣਗੇ, ਉਹਨਾਂ ਦੇ ਉੱਤੇ ਕੋਈ ਏਡੀ ਗੱਲ ਵੱਡੀ ਨਹੀਂ ਆ ਕਿ ਪੰਜਾਬ ਉਹਦੇ ਲਈ ਕੋਈ ਉਹਨਾਂ ਦਾ ਗਿਰਵੀ ਹੋ ਗਿਆ ਉਹਨਾਂ ਕੋਲ ਸਮਝੌਤੇ ਕਰਕੇ। ਬਹੁਤ ਸਾਰੇ ਸਮਝੌਤੇ ਠੀਕ ਆ ਕੋਟਰਾਂ 'ਚ ਤੁਰੇ ਫਿਰਨਗੇ, ਸਮਝੌਤੇ ਰੱਦ ਵੀ ਹੋ ਸਕਦੇ, ਕੋਈ ਬਹੁਤੀ ਇਸ ਗੱਲ ਦੀ ਚਿੰਤਾ ਲਾਉਣ ਦੀ ਲੋੜ ਨਹੀਂ ਕਿ ਆਪਾਂ ਉਹਨਾਂ ਨੂੰ ਨਜਾਇਜ਼ ਹੀ ਪੈਸੇ ਦੇਈ ਜਾਣੇ ਆ। ਕਈ ਚੀਜ਼ਾਂ ਜਿਹੜੀਆਂ ਨੇ ਉਹ ਦੁਬਾਰਾ ਜਦੋਂ ਵੇਖੀਆਂ, ਹੁਣ ਆ ਪੰਚਾਇਤੀ ਜ਼ਮੀਨਾਂ ਲਾਟ ਹੋਈਆਂ 20-30 ਸਾਲਾਂ ਤੋਂ ਲੋਕ ਕਬਜ਼ੇ ਲੈ ਕੇ ਬੈਠੇ ਆ, ਤੇ ਉਹ ਤੇ ਮਾਲਕ ਬਣ ਕੇ ਬੈਠੇ ਸੀ ਨਾ, ਜੇ ਛੁੱਟ ਸਕਦੇ ਆ, ਸੁਪਰੀਮ ਕੋਰਟ ਫੈਸਲਾ ਲੈ ਸਕਦੀ ਆ, ਉਹਨਾਂ ਲਈ ਵੀ ਹਾਂ ਪੱਖੀ ਫੈਸਲਾ ਕੋਈ ਨਾ ਕੋਈ ਹੋ ਜਾਏਗਾ। ਅੱਛਾ, ਇੱਕ ਖਬਰ ਮੈਂ ਤੁਹਾਡੇ ਨਾਲ ਕਰਨੀ ਚਾਹੁੰਦਾ, ਉਹ ਹੈ ਪਨਸਪ ਦੀ MD ਅੰਮ੍ਰਿਤ ਕੌਰ IAS ਅੰਮ੍ਰਿਤ ਗਿੱਲ, ਉਹਨਾਂ ਨੇ ਅਸਤੀਫਾ ਦਿੱਤਾ ਆ। ਉਹਨਾਂ ਦੇ ਸੈਕਟਰੀ ਨਾਲ ਕੋਈ ਅਣਬਣ ਹੋਣ ਕਰਕੇ ਜਿਹੜੇ ਮੰਤਰੀ ਨੇ ਉਸ ਮਹਿਕਮੇ ਦੇ, ਪਠਾਨਕੋਟ ਵਾਲੇ ਬੜੇ ਭਲੇ ਮਾਨਸ ਵਧੀਆ ਵਿਅਕਤੀ ਨੇ, ਉਹਨਾਂ ਦੀ ਮਰਜ਼ੀ ਨਾਲ ਇੱਕ ਐਸੇ ਕੁਝ ਬਦਲੀਆਂ ਉਹਨਾਂ ਨੇ ਚਾਹੀਆਂ ਸੀ ਮੰਤਰੀ ਸਾਹਿਬ ਨੇ, ਤੇ ਇੱਕ ਐਸੇ ਵਿਅਕਤੀ ਦਾ ਵਿੱਚ ਨਾਂ ਆ ਗਿਆ, ਕੋਈ ਬਲਦੀਪ ਸਿੰਘ ਆ, ਜਿਹਦਾ ਪਿਛਲਾ ਇਤਿਹਾਸ ਮਾੜਾ ਸੀਗਾ, ਤੇ ਉਹ ਅੰਮ੍ਰਿਤ ਗਿੱਲ ਹੋਰਾਂ ਨੇ ਕਿਹਾ ਕਿ ਅਸੀਂ ਜਦੋਂ ਇਹਦੀ ਬਦਲੀ ਕਰਨ ਲੱਗੇ ਹਾਂ ਤੇ ਉਹਨੂੰ ਤੁਹਾਡੇ ਸ਼ਹਿਰ 'ਚ ਹੀ ਲਾਉਣਾ ਸੀ, ਪਟਿਆਲੇ ਹੀ, ਪਰ ਉਹਦੇ ਪੁਰਾਣੇ ਕੋਈ ਚਿੱਠੇ ਸਾਹਮਣੇ ਆ ਗਏ। ਫਿਰ ਇੱਕ ਫੈਸਲਾ ਆਇਆ ਕਿ ਉਹਨੂੰ ਫਤਿਹਗੜ੍ਹ ਸਾਹਿਬ ਲਾ ਦਿੱਤਾ ਜਾਵੇ। ਇਹਦੇ ਤੇ ਗੁਰਕਿਰਪਾਲ ਸਿੰਘ ਨੇ ਕੋਈ IAS ਸੈਕਟਰੀ, ਉਹਨਾਂ ਨੇ ਵਾਹਵਾ ਧਮਕੀਆਂ ਦਿੱਤੀਆਂ, ਤੇ ਉਹ ਮੈਡਮ ਜਿਹੜੀ ਆ ਉਹਨੇ ਮਤਲਬ ਅਸਤੀਫਾ ਕਹਿ ਲਵਾਂ ਜਾਂ ਉਹਨਾਂ ਕਹਿ ਲਾਂ ਕਿ ਪ੍ਰੀ ਮੈਚਿਓਰ ਰਿਟਾਇਰਮੈਂਟ ਦੀ 3 ਮਹੀਨੇ ਦਾ ਨੋਟਿਸ ਦੇ ਦਿੱਤਾ ਵੀ ਮੈਂ ਇਹੋ ਜਿਹੀ ਨੌਕਰੀ ਨਹੀਂ ਕਰਦੀ, ਦਫਾ ਕਰੋ। ਕਾਰਨ ਭਾਵੇਂ ਉਹਨਾਂ ਕੋਈ ਦੱਸੇ, ਪਰ ਬਿਊਰੋਕ੍ਰੇਸੀ ਜਿਸ ਤਰੀਕੇ ਨਾਲ ਕੰਮ ਕਰ ਰਹੀ ਹੈ, ਜੇ ਨਾ ਉਹ ਮੰਤਰੀ ਨੂੰ ਟਿੱਚ ਸਮਝਦੀ ਹੈ ਨਾਲੇ, ਤੇ ਨਾਲ ਥੱਲੇ ਵਾਲੇ ਅਫਸਰਾਂ ਨੂੰ ਵੀ ਕੋਈ ਜਗ੍ਹਾ ਜਿਹੜੀ ਆ ਉਹ ਨਹੀਂ ਦਿੰਦੀ। ਸੋ ਇਹ ਜਿਹੜੀ ਉਹ ਮੈਡਮ ਨੇ, ਉਹਨਾਂ ਦੇ ਬਾਰੇ ਕੁਛ ਮੈਂ ਕਿਤੇ ਸੁਣ ਰਿਹਾ ਸੀ ਕਿ ਬੜੇ ਅੱਛੇ ਪਰਿਵਾਰ ਨਾਲ ਸੰਬੰਧਿਤ ਨੇ ਮੈਡਮ ਗਿੱਲ। ਉਹਨਾਂ ਦੇ ਫੋਰਫਾਦਰ ਪੜਦਾਦਾ ਜੀ ਤੋਂ ਵੱਡੇ, ਜਿਹੜੇ ਆਪਾਂ ਸਾਰਾਗੜੀ ਦੀ ਕਹਾਣੀ ਪੜ੍ਹਦੇ ਸੁਣਦੇ ਆ, ਜਿਹੜੀ ਆਸਟ੍ਰੇਲੀਆ ਤੇ ਇੰਗਲੈਂਡ ਦੇ ਸਿਲੇਬਸ 'ਚ ਵੀ ਪੜ੍ਹਾਈ ਜਾਂਦੀ ਹੈ, ਜਿੱਥੇ 20-21 ਸਿੱਖਾਂ ਨੇ ਹਜ਼ਾਰਾਂ ਹੀ ਅਫਗਾਨਾਂ ਦਾ ਮੁਕਾਬਲਾ ਕੀਤਾ ਸੀ, ਉਹਨਾਂ ਦੇ ਵਿੱਚ ਭੋਲਾ ਸਿੰਘ ਨਾਂ ਦਾ ਇੱਕ ਸੋਲਜੀਅਰ ਉਸ ਪਰਿਵਾਰ ਦਾ ਵੀ ਸੀ। ਮਤਲਬ ਸਾਡੇ ਕੋਲ ਇਹੋ ਜਿਹੇ ਇੱਜ਼ਤ ਅਣਖ ਵਾਲੇ ਲੋਕ ਵੀ ਹੈਗੇ ਆ ਕਿ ਉਹ IAS ਵਾਲੀ ਨੌਕਰੀ ਨੂੰ ਵੀ ਲੱਤ ਮਾਰ ਸਕਦੇ ਆ ਕਿ ਭਾਈ ਜਿੱਥੇ ਮੇਰੀ ਇੱਜ਼ਤ ਨਹੀਂ ਆ, ਮੈਂ ਉਹ ਨੌਕਰੀ ਨਹੀਂ ਕਰਦਾ। ਸੋ ਇਸ ਤਰ੍ਹਾਂ ਦੀ ਵੀ ਬਿਊਰੋਕ੍ਰੇਸੀ ਚੱਲ ਰਹੀ ਕਹਾਣੀ। ਗਿੱਲ ਸਾਹਿਬ, ਇਹ ਅੰਮ੍ਰਿਤ ਗਿੱਲ ਜੀ ਹੈ ਨਾ, ਇਹ ਇੱਕ ਚੰਗੇ IAS ਆਫੀਸਰ ਨੇ, ਇਹਨਾਂ ਨੂੰ ਬੜੀ ਇਮਾਨਦਾਰੀ ਨਾਲ ਹੈ ਨਾ ਇਹਨੇ ਆਪਣਾ ਜਿਹੜਾ ਟੈਨਿਓਰ ਨਿਭਾਇਆ ਜੀ। ਪਰ ਫਿਲਹਾਲ ਹੁਣ ਇੱਕ ਬਦਲੀ ਨੂੰ ਲੈ ਕੇ ਤੇ ਇਸ ਮਸਲੇ ਨੂੰ ਦੱਸਿਆ ਜਾ ਰਿਹਾ, ਫਿਲਹਾਲ ਵੱਲੋਂ ਦੱਸਿਆ ਗਿਆ ਆਪਣੇ ਨਿੱਜੀ ਕਾਰਨਾਂ ਕਰਕੇ ਉਹ ਪ੍ਰੀ ਮੈਚਿਓਰ ਰਿਟਾਇਰ ਨੇ। ਮੈਨੂੰ ਲੱਗਦਾ ਵੀ ਇਹ ਅੰਦਰ ਖਾਤੇ ਪੰਜਾਬ ਸਰਕਾਰ ਤੇ ਅਫਸਰਸ਼ਾਹੀ ਦੇ ਵਿੱਚ ਥੋੜਾ ਬਹੁਤਾ ਕੋਈ ਟਸ਼ਨ ਹੋਈ ਆ, ਇਸ ਨਾਲ ਬੈਠ ਕੇ ਨਿਬੇੜ ਲੈਣਾ ਚਾਹੀਦਾ, ਕਿਉਂਕਿ ਇੱਕ ਸੀਨੀਅਰ ਅਧਿਕਾਰੀ ਇੱਕ ਰਿਟਾਇਰਮੈਂਟ ਦੇ ਨੇੜੇ ਜਾ ਕੇ ਇਹ ਚੀਜ਼ ਨੂੰ ਚੋਰ ਮਤਲਬ ਕਿ ਵੈਂਟਰੀ ਰਿਟਾਇਰਮੈਂਟ ਲੈਣਾ ਜੀ, ਇਹ ਅੰਦਰ ਖਾਤੇ ਕੋਈ ਜਿਹੜੀ ਉਜਾਗਰ ਨਹੀਂ ਹੋਈ, ਭਾਵੇਂ ਇਸ ਦੀ ਕਿਸ ਤੌਰ ਤੇ ਪੁਸ਼ਟੀ ਨਹੀਂ ਕੀਤੀ। ਜਿਹੜੀਆਂ ਤੁਸੀਂ ਗੱਲਾਂ ਕੀਤੀਆਂ ਨੇ ਇਹ ਸਾਰੀਆਂ ਮੀਡੀਆ ਦੇ ਵਿੱਚ ਚੱਲ ਰਹੀਆਂ ਨੇ, ਫਿਲਹਾਲ ਇਹ ਸੁਣੀਆਂ ਗੱਲਾਂ ਨੇ, ਅਸਲ ਕਾਰਨ ਇਸ ਦਾ ਸਾਹਮਣੇ ਨਹੀਂ ਆਇਆ। ਮੈਨੂੰ ਲੱਗਦਾ ਵੀ ਅੰਦਰ ਖਾਤੇ ਜਿਹੜੀ ਅਫਸਰਸ਼ਾਹੀ ਅਤੇ ਮੰਤਰੀਆਂ ਦੇ ਵਿੱਚ ਜਿਹੜੀ ਆਮ ਆਦਮੀ ਪਾਰਟੀ ਦੇ ਵਿੱਚ ਤਕਰਾਰ ਆ ਤਾਂ ਉਹ ਚੱਲ ਰਹੀ ਹੈ ਜੀ। ਤੇ ਇਸ ਦੇ ਮਾਮਲੇ ਦੇ ਵਿੱਚ ਜਦੋਂ ਤੱਕ ਜਿਹੜੀਆਂ ਇਹ IAS ਜਾਂ ਆਫੀਸਰ ਲੌਬੀ ਆ ਆਮ ਆਦਮੀ ਪਾਰਟੀ ਨੂੰ ਕਿਤੇ ਨਾ ਕਿਤੇ ਰਾਹ ਨਹੀਂ ਦਿੰਦੀ ਜਾਪਦੀ, ਅੰਦਰ ਖਾਤੇ ਥੋੜ੍ਹੀਆਂ ਅਜਿਹੀਆਂ ਮਸਲੇ ਵੀ ਨੇ। ਫਿਲਹਾਲ ਇਹ ਸਾਨੂੰ ਮੌਕਾ ਦੱਸੂਗਾ ਇਹ ਵੀ ਇਹ ਚੀਜ਼ਾਂ ਅਸਲ ਨੇ ਜਾਂ ਸੁਣੀਆਂ ਸੁਣਾਈਆਂ ਗੱਲਾਂ ਨੇ। ਪਰ ਜਦੋਂ ਆਪਾਂ ਆਏ ਦਿਨ ਇੱਕ ਬਦਲੀਆਂ ਦਾ ਦੌਰ ਦੇਖਦੇ ਹਾਂ, ਕਿਉਂਕਿ ਹਰ ਇੱਕ ਪੱਧਰ ਤੇ ਹਰ ਇੱਕ ਭਾਗ ਵਿੱਚ ਵੱਡੇ ਤੌਰ ਉੱਤੇ ਤਬਦੀਲੀਆਂ ਕੀਤੀਆਂ ਜਾ ਰਹੀਆਂ ਨੇ, ਇਸ ਕਰਕੇ ਜਿਹੜੇ ਵਿਸ਼ੇ ਸਰਕਾਰ ਦੇ ਅੰਦਰੂਨੀ ਸੂਤਰ ਨੇ ਉਹ ਇਹੀ ਕਹਿੰਦੇ ਨੇ ਵੀ ਇਹ ਅਧਿਕਾਰੀ ਪੰਜਾਬ ਸਰਕਾਰ ਦੇ ਜਿਹੜੇ ਮੰਤਰੀਆਂ ਤੇ MLA ਨੂੰ ਅੱਖੋਂ ਪਰੋਖੇ ਕਰਨ ਦੀ ਕੋਸ਼ਿਸ਼ ਕਰ ਰਹੇ ਸੀ, ਉਹਨਾਂ ਨੂੰ ਬਦਲਿਆ ਜਾ ਰਿਹਾ। ਫਿਲਹਾਲ
ਇਹ ਆਪਾਂ ਨੂੰ ਆਉਣ ਵਾਲੇ ਦਿਨਾਂ 'ਚ ਪਤਾ ਲੱਗੂ ਵੀ ਸਰਕਾਰ ਔਰ ਬਿਊਰੋਕ੍ਰੇਸੀ ਦਾ ਤਾਲਮੇਲ ਸਹੀ ਚੱਲਦਾ ਜਾਂ ਫਿਰ ਬਦਲੀਆਂ ਦਾ ਦੌਰ ਕਰਕੇ ਆਮ ਲੋਕਾਂ ਦੇ ਜਿਹੜੇ ਮਸਲੇ ਨੇ ਉੱਥੇ ਖੜੇ ਰਹਿਣਗੇ। ਮਨਦੀਪ ਜੀ, ਇੱਕ ਚੀਜ਼ ਆਪਾਂ ਇੱਥੇ ਮਿਸ ਕਰ ਗਏ ਦੋਵੇਂ ਜਣੇ ਹੀ, ਉਹ ਇਹ ਆ ਕਿ ਜਦੋਂ ਪੰਜਾਬ 'ਚ 2 ਪੈਰਲਲ ਪਾਵਰ ਸੈਂਟਰ ਬਣ ਗਏ ਆ ਨਾ ਜੀ, ਇੱਕ ਪਾਸੇ ਮੁੱਖ ਮੰਤਰੀ ਹਰਾਂ ਦਾ ਦਫ਼ਤਰ ਹੈ, ਦੂਜੇ ਪਾਸੇ ਰਾਘਵ ਚੱਡਾ ਹਰਾਂ ਵੀ ਮੁੱਖ ਮੰਤਰੀ ਦੇ ਬਰਾਬਰੀ ਕੁਰਸੀ ਢਾ ਕੇ ਬਹਿ ਗਏ ਆ, ਤੇ ਸਾਰੀ ਦੌੜ ਜਿਹੜੀ ਬਿਊਰੋਕ੍ਰੇਸੀ ਦੀ ਆ ਉਹ ਦਿੱਲੀ ਵੱਲ ਨੂੰ ਹੋ ਗਈ ਆ ਕਿ ਸਾਡੀਆਂ ਬਦਲੀਆਂ ਹੁਣ ਉੱਥੋਂ ਹੋਣੀਆਂ ਨੇ, ਪੰਜਾਬ ਗੌਰਮੈਂਟ ਨੂੰ ਜਾਂ ਉਹਦੇ ਮੰਤਰੀਆਂ ਨੂੰ ਜਿਹੜੇ ਆ ਉਹ ਫਿਰ ਟੇਚੀ ਜਾਣਨਗੇ। ਇਹ ਵੀ ਇੱਕ ਸਾਡਾ ਦਿਖਾਂਤ ਆ ਕਿ ਇਸ ਵੇਲੇ ਪੰਜਾਬ ਦੇ ਵਿੱਚ 2 ਪਾਵਰ ਸੈਂਟਰ ਸਾਨੂੰ ਨਜ਼ਰ ਆ ਰਹੇ ਆ। ਆਉਣ ਵਾਲੇ ਸਮੇਂ 'ਚ ਊਠ ਕਿਸ ਕਰਵਟ ਬੈਠਦਾ ਇਹ ਆਪਾਂ ਦੇਖਾਂਗੇ। ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਧੰਨਵਾਦ। ਕੋਈ ਕਹਿਣਾ ਚਾਹੋ? ਧੰਨਵਾਦ ਗੁਲ ਸਾਹਿਬ। ਥੈਂਕ ਯੂ ਜੀ, ਧੰਨਵਾਦ।